चलो गुड मॉर्निंग जी। गुड मॉर्निंग जी। गुड मॉर्निंग जी। गुड मॉर्निंग। हाँ जी, अगेन गुड मॉर्निंग सारिਆਂ ਨੂੰ। ਲੈਟ ਅਸ ਸਟਾਰਟ। ਲਾਸਟ ਵੈਡਨਸਡੇ ਅਸੀਂ ਡਿਸਕਸ ਕੀਤਾ ਸੀਗਾ ਸਟੈਂਡਿੰਗ ਆਰਡਰ ਨੰਬਰ 2। ਅਸੀਂ ਪੜ੍ਹ ਰਹੇ ਹਾਂ ਜੀ ਨਾਇਬ ਤਹਿਸੀਲਦਾਰ ਐਗਜ਼ਾਮੀਨੇਸ਼ਨ ਪੇਪਰ ਨੰਬਰ 1। ਨਾਇਬ ਤਹਿਸੀਲਦਾਰ ਐਗਜ਼ਾਮੀਨੇਸ਼ਨ ਪੇਪਰ ਨੰਬਰ 1 ਸਟੈਂਡਿੰਗ ਆਰਡਰਸ। ਸਟੈਂਡਿੰਗ ਆਰਡਰ ਦੇ ਰਿਗਾਰਡਿੰਗ ਅਸੀਂ ਪਿਛਲੇ ਹਫਤੇ ਵੈਡਨਸਡੇ ਡਿਸਕਸ ਕੀਤਾ ਸੀ ਸਟੈਂਡਿੰਗ ਆਰਡਰ ਨੰਬਰ 2। टुडे वी विल डिस्कस स्टैंडिंग ऑर्डर नंबर 3। स्टैंडिंग ऑर्डर नंबर 3 डिस्कस करने तो पहला मैं चाहांगा कि ਅਸੀਂ ਜਿਹੜਾ ਸਟੈਂਡਿੰਗ ਆਰਡਰ ਨੰਬਰ 2 ਹੈ ਉਹਦੇ ਲਈ ਥੋੜਾ ਰਿਵਾਈਜ਼ ਕਰ ਲਈਏ। ਸਟੈਂਡਿੰਗ ਆਰਡਰ ਨੰਬਰ 2। ਸਟੈਂਡਿੰਗ ਆਰਡਰ ਨੰਬਰ 2 ਕੀ ਸੀਗਾ? ਸਭ ਤੋਂ ਪਹਿਲਾਂ ਤਾਂ ਇਹ ਸੀ ਵੀ ਸਟੈਂਡਿੰਗ ਆਰਡਰ ਕਦੋਂ ਸ਼ੁਰੂ ਹੋਏ। 1909 ਦੇ ਵਿੱਚ ਸਟੈਂਡਿੰਗ ਆਰਡਰ ਹੈਗੇ ਆ। 9 ਜੁਲਾਈ 1909 ਨੂੰ ਇਹ ਇਸ਼ੂ ਹੋਇਆ ਸੀ ਸਟੈਂਡਿੰਗ ਆਰਡਰਸ। ठीक है जी। ਇਹਦਾ ਮੇਨ ਮਕਸਦ ਕੀ ਸੀਗਾ? ਇਹ ਜਿਹੜਾ ਸਟੈਂਡਿੰਗ ਆਰਡਰ ਨੰਬਰ 2 ਹੈ ਇਹ ਡੀਲ ਕਰਦਾ ਹੈ ਲੈਂਡਲॉर्ड ਐਂਡ ਟੈਨੈਂਟਸ ਨੂੰ। ਲੈਂਡਲॉर्ड ਐਂਡ ਟੈਨੈਂਟਸ ਡਿਸਪਿਊਟਸ ਬਿਟਵੀਨ ਲੈਂਡਲॉर्ड ਐਂਡ ਟੈਨੈਂਟਸ। ਸਪੀਡੀ ਰੈਮਡੀ ਬਿਟਵੀਨ ਦੇ ਜਿਹੜੇ ਕੇਸ ਚੱਲਦੇ ਸੀ ਦੋਨਾਂ ਦੇ ਪਾਰਟੀਆਂ ਦੇ ਵਿਚਕਾਰ ਆਪਸ ਦੇ ਵਿੱਚ ਲੈਂਡਲॉर्ड ਤੇ ਟੈਨੈਂਟਸ ਦੇ ਵਿਚਕਾਰ ਜਿਹੜੇ ਦਾਅਵੇ ਚੱਲਦੇ ਹੁੰਦੇ ਸੀ ਉਹਨਾਂ ਦੀ। ਹਾਂਜੀ ਆਵਾਜ਼ ਨਹੀਂ ਆ ਰਹੀ। ਦੇਖੋ ਆਵਾਜ਼ ਕਿਉਂ ठीक आ रही सर। इन्हां दे अपने स्पीकर की आवाज फोन की घट होनी है। अपने फोन की आवाज चक्को मोहन सिंह जी। सानू तो ठीक आ रही है। देखो तो आप ठीक आ रही है जी। ठीक आ रही है जी। ठीक आ रही है। करनैल सिंह किवें? जगसीर सिंह आवाज कैसी है? ठीक आ रही है सर। मोहन सिंह चेक करो जरा तुसीं फिर तुहाडा स्पीकर की प्रॉब्लम ना होवे। हाँ जी ਲੈਟਸ ਕੰਟੀਨਿਊ। ਸਟੈਂਡਿੰਗ ਆਰਡਰ ਨੰਬਰ 2 ਕੀ ਕਹਿੰਦਾ ਜੀ? ਸਟੈਂਡਿੰਗ ਆਰਡਰ ਨੰਬਰ 2 ਹੈਗਾ ਲੈਂਡਲॉर्ड ਤੇ ਟੈਨੈਂਟਸ ਦੇ ਵਿਚਕਾਰ ਜੋ ਦਾਅਵੇ ਚੱਲਦੇ ਨੇ, ਆਪਸੀ ਡਿਸਪਿਊਟ ਚੱਲਦੇ ਨੇ। ਲੈਂਡਲॉर्ड ਆਪਣੀ ਜ਼ਮੀਨ ਕਾਸ਼ਤ ਕਰਨ ਦੇ ਲਈ ਟੈਨੈਂਟ ਨੂੰ ਦਿੰਦਾ ਹੈ। ਉਹਨਾਂ ਵਿਚਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਜਿਹੜੇ ਝਗੜੇ ਪੈਦਾ ਹੁੰਦੇ ਸੀਗੇ ਉਹਨਾਂ ਝਗੜਿਆਂ ਨੂੰ ਜਲਦੀ ਸਪੀਡੀ ਰੈਮਡੀ ਦੇ ਖਾਤਰ ਜਿਹੜਾ ਇਹ ਸਟੈਂਡਿੰਗ ਆਰਡਰ ਨੰਬਰ 2 ਜਾਰੀ ਕੀਤਾ ਗਿਆ ਸੀਗਾ ਗਵਰਨਮੈਂਟ ਵੱਲੋਂ। ਤੇ ਇਹਦੇ ਵਿੱਚ ਕੀ ਹੈਗਾ? स्टैंडिंग ऑर्डर नंबर 2 द रूल नंबर ऑर्डर 1। रूल नंबर 1 ਇਹਦੇ ਵਿੱਚ ਕੀ ਹੈਗਾ? ਜਦੋਂ ਕਿਸੇ ਜਿਹੜਾ ਟੈਨੈਂਟ ਐਟ ਵਿਲ ਦੀ ਗੱਲ ਕਰਦੇ ਆ, ਜਦੋਂ ਕੋਈ ਜਾਇਦਾਦ ਕੋਈ ਪ੍ਰਾਪਰਟੀ ਐਗਰੀਕਲਚਰ ਦੇ ਪਰਪਸ ਲਈ ਕਿਸੇ ਲੈਂਡਲॉर्ड ਨੇ ਕਿਸੇ ਟੈਨੈਂਟ ਨੂੰ ਦਿੱਤੀ ਹੁੰਦੀ ਹੈ ਖੁੱਲੇ ਸਮੇਂ ਲਈ, ਜਿੰਨੀ ਦੇਰ ਮਰਜ਼ੀ ਚਾਹੇ ਲੈਂਡਲॉर्ड ਦੇ ਹੀ ਰੱਖੇ ਤੇ ਜਿੰਨੀ ਦੇਰ ਮਰਜ਼ੀ ਚਾਹੇ ਟੈਨੈਂਟ ਉਸ ਨੂੰ ਕਾਸ਼ਤ ਕਰਦਾ ਰਹੇ। ਇਸ ਨੂੰ ਕਹਿੰਦੇ ਨੇ ਟੈਨੈਂਟ ਐਟ ਵਿਲ, ਮਰਜ਼ੀ ਦੇ ਮੁਤਾਬਕ। ਜਿਵੇਂ ਅਕਸਰ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਹੈਗਾ ਕਈ ਟੈਨੈਂਟ ਹੁੰਦੇ 2-2 3-3 4-4 ਸਾਲ 5-5 ਸਾਲ ਲਗਾਤਾਰ ਕਾਸ਼ਤ ਕਰਦੇ ਰਹਿੰਦੇ ਨੇ। ਮਾਲਕ ਵੀ ਰਜਾਮੰਦ ਹੁੰਦਾ ਤੇ ਟੈਨੈਂਟ ਵੀ ਰਜਾਮੰਦ ਹੁੰਦਾ ਹੈ। ਪਰ ਜਦੋਂ ਵੀ ਚਾਹੇ ਮਾਲਕ ਆਪਦੀ ਪ੍ਰਾਪਰਟੀ ਨੂੰ ਜਾਇਦਾਦ ਨੂੰ ਖਾਲੀ ਕਰਵਾ ਸਕਦਾ ਹੈ ਤੇ ਜਦੋਂ ਚਾਹੇ ਟੈਨੈਂਟ ਉਸ ਨੂੰ ਛੱਡ ਸਕਦਾ ਹੈ। ਇਸ ਨੂੰ ਆਪਾਂ ਕਹਿੰਦੇ ਟੈਨੈਂਟ ਐਟ ਵਿਲ। ਠੀਕ ਹੈ ਜੀ। ਇਹਦੇ ਤੇ ਕੁਐਸਚਨ ਅਕਸਰ ਆ ਜਾਂਦਾ ਹੁੰਦਾ ਜਦੋਂ ਦੋਹੇ ਤਰ੍ਹਾਂ ਦੀ ਸਹਿਮਤੀ ਦੇ ਨਾਲ ਕੋਈ ਜ਼ਮੀਨ ਕਾਸ਼ਤ ਕਰਦਾ ਹੋਵੇ, ਚਾਹੇ ਉਹ ਟੈਨੈਂਟ ਦੀ ਸਹਿਮਤੀ ਹੋਵੇ ਚਾਹੇ ਉਹ ਲੈਂਡਲॉर्ड ਦੀ ਸਹਿਮਤੀ ਹੋਵੇ। ਪਰ ਜਦੋਂ ਕਿਸੇ ਦੀ ਸਹਿਮਤੀ ਖਤਮ ਹੋ ਜਾਂਦੀ ਹੈ ਤਾਂ ਉਹਦਾ ਪ੍ਰੋਸੈਸ ਕੀ ਰਾਊਟ ਕਰਨਾ ਹੁੰਦਾ ਹੈ ਉਹਦੇ ਬਾਰੇ ਇਹ ਅਸੀਂ ਡਿਸਕਸ ਕਰਾਂਗੇ। ਆਰਡਰ ਨੰਬਰ 1 ਦੇ ਵਿੱਚ ਕੀ ਹੈਗਾ? ਨੋਟਿਸ ਆਫ ਰਿਲਿੰਕੁਇਸ਼ਮੈਂਟ। ਜਦੋਂ ਟੈਨੈਂਟ ਕਾਸ਼ਤ ਕਰ ਰਿਹਾ ਹੋਵੇ ਕਿਸੇ ਜ਼ਮੀਨ ਨੂੰ ਮਾਲਕ ਦੀ ਨੂੰ ਤਾਂ ਉਹ ਜਿਹੜਾ ਟੈਨੈਂਟ ਹੈ ਉਹ ਛੱਡਣੀ ਚਾਹੁੰਦਾ ਹੋਵੇ ਪਰ ਉਹ ਐਦਾਂ ਆਪਣੀ ਮਰਜ਼ੀ ਨਾਲ ਛੱਡੇਗਾ ਨਹੀਂ। ਛੱਡਣ ਤੋਂ ਪਹਿਲਾਂ ਉਸ ਨੂੰ ਨੋਟਿਸ ਦੇਣਾ ਪੈਂਦਾ ਹੈ, ਮਾਲਕ ਨੂੰ ਦੱਸਣਾ ਪੈਂਦਾ ਹੈ ਵੀ ਮੈਂ ਤੇਰੀ ਜਿਹੜੀ ਐਗਰੀਕਲਚਰ ਲੈਂਡ ਜਿਹੜਾ ਨੈਕਸਟ ਜਿਹੜਾ ਐਗਰੀਕਲਚਰ ਈਅਰ ਆਏਗਾ ਉਹਦੇ ਐਂਡ ਤੇ ਜਿਹੜੀ ਮੈਂ ਤੁਹਾਡੀ ਜਿਹੜੀ ਲੈਂਡ ਹੈਗੀ ਇਹ ਖਾਲੀ ਕਰਾਂਗਾ। ਇਹ ਜਿਹੜਾ ਨੋਟਿਸ ਹੁੰਦਾ ਹੈ ਇਹ ਥਰੂ ਰੈਵਨਿਊ ਆਫਿਸਰ ਜਾਂਦਾ ਹੈ। ਰੈਵਨਿਊ ਆਫਿਸਰ ਥਰੂ ਕਿਵੇਂ ਜਾਂਦਾ ਹੈ?
ਟੇਨੈਂਟ ਵੱਲੋਂ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕੰਸਰਨਡ ਰੈਵਨਿਊ ਆਫਿਸਰ ਦੀ ਕੋਰਟ ਦੇ ਵਿੱਚ, ਵੀ ਉਹਦੇ 'ਚ ਦੱਸਿਆ ਜਾਂਦਾ ਹੈ ਵੀ ਆਹ ਵਾਲੀ ਜਿਹੜੀ ਪ੍ਰਾਪਰਟੀ ਸੀਗੀ ਤੇ ਇਸ ਪਿੰਡ ਦੀ ਹੈਗੀ ਹੈ ਤੇ ਆਹ ਨੰਬਰ ਖਸਰਾ ਹੈਗੇ ਨੇ, ਇਹ ਜ਼ਮੀਨ ਹੈ, ਇਹਨਾਂ ਕੋਲ ਰਕਬਾ ਹੈਗਾ, ਫਲਾਣੇ ਮਾਲਕ ਦੀ ਮੇਰੇ ਪਾਸ ਕਾਸ਼ਤਕਾਰ ਦੇ ਲਈ ਕਾਸ਼ਤ ਦੇ ਲਈ ਮੇਰੇ ਪਾਸ ਹੈਗੀ ਹੈ ਤੇ ਮੈਂ ਨੈਕਸਟ ਐਗਰੀਕਲਚਰ ਈਅਰ ਤੋਂ ਐਂਡ ਆਫ ਦਾ ਐਗਰੀਕਲਚਰ ਈਅਰ ਇਹ ਜਿਹੜੀ ਲੈਂਡ ਹੈਗੀ ਹੈ, ਇਹ ਟੈਨੈਂਸੀ ਹੈਗੀ ਹੈ, ਖਾਲੀ ਕਰਨੀ ਚਾਹੁੰਦਾ ਤੇ ਇਸ ਕਰਕੇ ਜਿਹੜਾ ਮਾਲਕ ਹੈਗਾ ਲੈਂਡਲੋਰਡ ਹੈਗਾ ਉਸਨੂੰ ਤੁਹਾਡੇ ਰਾਹੀਂ ਹੈਗਾ ਪ੍ਰੋਪਰ ਨੋਟਿਸ ਭੇਜਿਆ ਜਾਵੇ ਤਾਂ ਕਿ ਸਾਡਾ ਫਰਦਰ ਜਿਹੜਾ ਕੋਈ ਅੱਗੇ ਕੋਈ ਡਿਸਪਿਊਟ ਕ੍ਰੀਏਟ ਨਾ ਹੋਵੇ। ਤਾਂ ਫਿਰ ਇਹ ਜਿਹੜਾ ਨੰਬਰ 1 ਹੈਗਾ, ਰੂਲ ਨੰਬਰ 1 ਸਟੈਂਡਿੰਗ ਆਰਡਰ ਨੰਬਰ 2, ਇਹਦਾ ਜਿਹੜਾ ਰੂਲ ਨੰਬਰ 1 ਹੈ ਉਹ ਕੀ ਕਹਿੰਦਾ ਹੈ, ਨੋਟਿਸ ਆਫ ਰਿਲਿੰਕੁਇਸ਼ਮੈਂਟ। ਨੋਟਿਸ ਆਫ ਰਿਲਿੰਕੁਇਸ਼ਮੈਂਟ ਕਿਹਦੇ ਵੱਲੋਂ ਭੇਜਿਆ ਜਾਂਦਾ ਹੈ, ਰੈਵਨਿਊ ਆਫਿਸਰ ਵੱਲੋਂ ਭੇਜਿਆ ਜਾਂਦਾ ਹੈ। ਇਹਦੇ ਵਿੱਚ ਕੀ ਕੀ ਲਿਖਿਆ ਜਾਂਦਾ ਹੈ, ਸਭ ਤੋਂ ਪਹਿਲਾਂ ਲਿਖਿਆ ਜਾਂਦਾ ਹੈ ਕੋਰਟ ਦਾ ਨਾਮ ਕੀ ਹੈਗਾ, ਠੀਕ ਹੈ ਜੀ। ਕੋਰਟ ਦਾ ਇਹ ਜਿਹੜਾ ਨੋਟਿਸ ਜਾਂਦਾ ਹੈ ਇਹ ਜਾਂਦਾ ਹੈਗਾ ਸੈਕਸ਼ਨ 36 ਟੈਨੈਂਸੀ ਐਕਟ ਆਪਾਂ ਪੜ੍ਹਿਆ ਹੈਗਾ, ਪੜ੍ਹਨਾ ਹੈ ਜੀ। ਟੈਨੈਂਸੀ ਐਕਟ ਦੇ ਸੈਕਸ਼ਨ 36 ਦੇ ਅਧੀਨ ਜਿਹੜਾ ਨੋਟਿਸ ਹੈ ਇਹ ਭੇਜਿਆ ਜਾਂਦਾ ਹੈ ਲੈਂਡਲੋਰਡ ਨੂੰ ਰੈਵਨਿਊ ਆਫਿਸਰ ਵੱਲੋਂ, ਜਿਹਦੇ ਵਿੱਚ ਪਹਿਲਾਂ ਦਰਸਾਇਆ ਜਾਂਦਾ ਹੈ ਮਤਲਬ ਕਿ ਪਰਫਾਰਮਾ ਹੈਗਾ ਵੀ ਨੋਟਿਸ ਦੀ ਸ਼ਕਲ ਕਿਹੋ ਜਿਹੀ ਹੋਏਗੀ, ਨੋਟਿਸ ਦੇ ਵਿੱਚ ਕੀ ਕੀ ਇੰਦਰਾਜ ਹੋਣਗੇ, ਨੋਟਿਸ ਦੇ ਵਿੱਚ ਕੀ ਕੀ ਸਪੈਸੀਫਾਈ ਕੀਤਾ ਜਾਏਗਾ। ਨੋਟਿਸ ਦੀ ਕੋਰਟ ਦਾ ਨਾਮ ਲਿਖਿਆ ਜਾਏਗਾ, ਨੋਟਿਸ ਦੇ ਵਿੱਚ ਲਿਖਿਆ ਜਾਏਗਾ ਨੇਮ ਆਫ ਦਾ ਕੋਰਟ, ਦੈਨ ਨੋਟਿਸ ਆਫ ਰਿਲਿੰਕੁਇਸ਼ਮੈਂਟ। ਨੋਟਿਸ ਆਫ ਰਿਲਿੰਕੁਇਸ਼ਮੈਂਟ ਮਤਲਬ ਛੱਡਣਾ, ਕਿਸੇ ਟੈਨੈਂਸੀ ਨੂੰ ਛੱਡਣਾ। ਨੋਟਿਸ ਆਫ ਰਿਲਿੰਕੁਇਸ਼ਮੈਂਟ ਅੰਡਰ ਸੈਕਸ਼ਨ 36 ਆਫ ਦਾ ਟੈਨੈਂਸੀ ਐਕਟ 1887, ਇਹ ਨੋਟਿਸ ਦਾ ਮੇਨ ਇਸ਼ੂ ਹੋਏਗਾ। ਨੋਟਿਸ ਆਫ ਰਿਲਿੰਕੁਇਸ਼ਮੈਂਟ ਅੰਡਰ ਸੈਕਸ਼ਨ 36(2) ਆਫ ਦਾ ਟੈਨੈਂਸੀ ਐਕਟ 1887। ਫਿਰ ਹੋਏਗਾ ਟੈਨੈਂਟ ਦਾ ਨਾਮ, ਕਿਸ ਟੈਨੈਂਟ ਦੇ ਐਪਲੀਕੇਸ਼ਨ ਦੇ ਬਿਹਾਫ ਤੇ ਜਿਹੜਾ ਇਹ ਨੋਟਿਸ ਦਿੱਤਾ ਜਾ ਰਿਹਾ ਹੈ। ਦੈਨ ਹੋਏਗਾ ਲੈਂਡਲੋਰਡ ਦਾ ਨਾਮ, ਵੀ ਕਿਸ ਲੈਂਡਲੋਰਡ ਦੇ ਨਾਮ ਤੇ ਇਹ ਜਿਹੜਾ ਹੈਗਾ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਦੈਨ ਫਿਰ ਹੋਏਗਾ ਇਹਦੇ ਵਿੱਚ ਟੈਨੈਂਸੀ ਕਿਹੜਾ ਏਰੀਆ ਹੈਗਾ, ਨੰਬਰ ਖਸਰਾ ਲਿਖੇ ਜਾਣਗੇ, ਪਿੰਡ ਦਾ ਨਾਮ ਲਿਖਿਆ ਜਾਏਗਾ, ਰਕਬਾ ਲਿਖਿਆ ਜਾਏਗਾ, ਟੋਟਲ ਏਰੀਆ ਲਿਖਿਆ ਜਾਏਗਾ ਕਿੰਨਾ ਹੈਗਾ। ਫਿਰ ਅੱਗੇ ਕੀ ਲਿਖਿਆ ਜਾਏਗਾ ਇਹਦੇ ਵਿੱਚ, ਇਨ ਅਕੋਰਡਿੰਗ ਵਿਦ ਦ ਐਪਲੀਕੇਸ਼ਨ ਆਫ ਦਾ ਟੈਨੈਂਟ, ਐਪਲੀਕੇਸ਼ਨ ਦਿੱਤੀ ਹੈ ਟੈਨੈਂਟ ਨੇ, ਠੀਕ ਹੈ। ਇਹ ਜਿਹੜਾ ਨੋਟਿਸ ਹੈ ਤੁਹਾਨੂੰ ਭੇਜਿਆ ਜਾ ਰਿਹਾ ਹੈ ਜੀ, ਹੇਅਰ ਬਾਈ ਗਿਵਨ ਟੂ ਦਾ ਲੈਂਡਲੋਰਡ that the tenant will relinquish the tenancy at the end of the agriculture year। ਵੀ ਜਿਹੜਾ ਟੈਨੈਂਟ ਹੈਗਾ ਇਸ ਐਗਰੀਕਲਚਰ ਈਅਰ ਦੇ ਐਂਡ ਦੇ ਉੱਪਰ ਜਿਹੜੀ ਤੁਹਾਡੀ ਜਿਹੜੀ ਟੈਨੈਂਸੀ ਹੈਗੀ ਹੈ ਉਸ ਨੂੰ ਛੱਡਣਾ ਚਾਹੁੰਦਾ ਹੈਗਾ। ਦਿਸ ਇਜ਼ ਫॉर योर ਇਨਫੋਰਮੇਸ਼ਨ, ਠੀਕ ਹੈ। ਫਿਰ ਉਸ ਤੋਂ ਬਾਅਦ ਉਹਦੀ ਡੇਟ ਪਾਈ ਜਾਏਗੀ, ਸੀਲ ਪਾਈ ਜਾਏਗੀ, ਸਿਗਨੇਚਰ ਹੋਣਗੇ, ਸਟੈਂਪ ਲੱਗੇਗੀ ਕੋਰਟ ਦੀ। ਇਹ ਹੈਗਾ ਜਿਹੜਾ ਨੋਟਿਸ ਦੀ ਜਿਹੜੀ ਹੈਗੀ ਆ ਪਰਫਾਰਮ ਹੋਏਗਾ ਇਸ ਨੋਟਿਸ ਦੇ ਵਿੱਚ। ਇਸ ਇਦਾਂ ਦੇ ਜਿਹੜੇ ਪਾਰਟੀਕੂਲਰ ਨੇ ਸਾਰੇ ਉਹ ਦਰਸਾਏ ਜਾਣਗੇ, ਇਹ ਲੈਂਡਲੋਰਡ ਕੋਲ ਭੇਜਿਆ ਜਾਏਗਾ। ਫਿਰ ਦੇਖੋ ਦੂਜਾ, ਸੌਰੀ ਸਰ, ਹਾਂਜੀ ਸੌਰੀ ਸਰ, ਕੀ ਪੜ੍ਹਾ ਰਹੇ ਆ? ਆਪਾਂ ਪੜ੍ਹਾ ਰਹੇ ਹਾਂ ਜੀ ਸਟੈਂਡਿੰਗ, ਆਪਾਂ ਪੜ੍ਹਾ ਰਹੇ ਹਾਂ ਪੇਪਰ ਨੰਬਰ 1। ਪੇਪਰ ਨੰਬਰ 1 ਦਾ ਜਿਹੜਾ ਹੈਗਾ ਸਟੈਂਡਿੰਗ ਆਰਡਰ। ਸਟੈਂਡਿੰਗ ਆਰਡਰ ਦਾ ਜਿਹੜਾ ਅਸੀਂ ਪਹਿਲਾ ਲੈਕਚਰ ਸੀਗਾ ਉਹ ਵੈਡਨਸਡੇ ਦਿੱਤਾ ਸੀਗਾ ਲੈਕਚਰ ਅਸੀਂ ਪਹਿਲਾਂ, ਉਸ ਲੈਕਚਰ ਨੂੰ ਅਸੀਂ ਅੱਜ ਰਿਵਾਈਜ਼ ਕਰਨ ਲੱਗੇ ਹਾਂ। ਸਟੈਂਡਿੰਗ ਆਰਡਰ ਨੰਬਰ 2, ਸਟੈਂਡਿੰਗ ਆਰਡਰ ਨੰਬਰ 2 ਇਹ ਲੈਕਚਰ ਪਹਿਲਾਂ ਦਿੱਤਾ ਸੀ ਆਪਾਂ ਬੁੱਧਵਾਰ ਨੂੰ, ਫਸਟ ਲੈਕਚਰ ਸੀ ਸਟੈਂਡਿੰਗ ਆਰਡਰ ਦਾ। ਇਹ ਅੱਜ ਉਸ ਨੂੰ ਰਿਵਾਈਜ਼ ਕਰਕੇ ਫਿਰ ਅਸੀਂ ਇਹ ਲੈਕਚਰ ਨੂੰ ਆਪਾਂ ਕਰਾਂਗੇ ਸਟੈਂਡਿੰਗ ਆਰਡਰ ਨੰਬਰ 3 ਫਰਦਰ ਪੜਾਂਗੇ। ਆਰਡਰ ਨੰਬਰ 1 ਦੇ ਵਿੱਚ ਹੈਗਾ, ਸੌਰੀ ਰੂਲ ਨੰਬਰ 1 ਦੇ ਵਿੱਚ ਹੈਗਾ ਨੋਟਿਸ ਆਫ ਰਿਲਿੰਕੁਇਸ਼ਮੈਂਟ। ਫਿਰ ਰੂਲ ਨੰਬਰ 2 ਹੈਗਾ, ਰੂਲ ਨੰਬਰ 2 ਚ ਕੀ ਹੈ, ਇਹਦਾ ਪਹਿਲਾ ਕੇਸ ਸੀ ਜਿਹਦੇ ਵਿੱਚ ਟੈਨੈਂਟ ਛੱਡਣੀ ਚਾਹੁੰਦਾ ਜ਼ਮੀਨ ਨੂੰ, ਹੁਣ ਮਾਲਕ ਖਾਲੀ ਕਰਵਾਉਣੀ ਚਾਹੁੰਦਾ ਟੈਨੈਂਟ ਤੋਂ ਜ਼ਮੀਨ। ਮਾਲਕ ਕਹਿੰਦਾ ਉਹਦਾ ਕੋਈ ਰੀਜ਼ਨ ਮੇ ਵੀ ਸੋ, ਠੀਕ ਹੈ, ਮਾਲਕ ਜ਼ਮੀਨ ਖਾਲੀ ਕਰਨਾ, ਇਹਨੂੰ ਕਹਾਂਗੇ ਨੋਟਿਸ ਆਫ ਇਜੈਕਟਮੈਂਟ। ਨੋਟਿਸ ਆਫ ਇਜੈਕਟਮੈਂਟ ਯਾਨੀ ਕਿ ਟੈਨੈਂਟ ਨੂੰ ਇਜੈਕਟ ਕਰਨਾ ਹੈ, ਟੈਨੈਂਟ ਤੋਂ ਜ਼ਮੀਨ ਖਾਲੀ ਕਰਵਾਉਣੀ ਹੈ। ਇਹਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਹੀ ਹੋਏਗਾ ਜਿਹੜਾ ਐਪਲੀਕੇਸ਼ਨ ਕੌਣ ਦੇਗਾ, ਲੈਂਡਲੋਰਡ ਦੇਗਾ। ਕਿੱਥੇ ਦੇਗਾ, ਰੈਵਨਿਊ ਆਫਿਸਰ ਕੋਲੇ ਦੇਗਾ, ਠੀਕ ਹੈ। ਉਹ ਦੱਸੇਗਾ ਵੀ ਮੈਂ ਇਸ ਜਿਹੜਾ ਫਰਦਰ ਐਗਰੀਕਲਚਰ ਐਂਡ ਹੋ ਰਿਹਾ ਹੈ ਈਅਰ ਦਾ, ਉਸ ਈਅਰ ਤੋਂ ਮੈਂ ਇਹ ਜਿਹੜੀ ਜ਼ਮੀਨ ਹੈ ਉਹ ਚ ਰੀਜ਼ਨ ਦੱਸੇਗਾ ਕਿਉਂ ਖਾਲੀ ਕਰਵਾਉਣਾ ਚਾਹੁੰਦਾ ਟੈਨੈਂਟ ਤੋਂ, ਠੀਕ ਹੈ। ਉਹ ਦੱਸਦੇ ਹੋਏ ਐਪਲੀਕੇਸ਼ਨ ਦੇਗਾ ਰੈਵਨਿਊ ਆਫਿਸਰ ਨੂੰ। ਦੈਨ ਰੈਵਨਿਊ ਆਫਿਸਰ ਕੀ ਕਰੇਗਾ, ਫਿਰ ਉਹਦੀ ਭੇਜੇਗਾ ਉਸ ਨੂੰ ਨੋਟਿਸ ਆਫ ਇਜੈਕਟਮੈਂਟ ਆਫ ਦਾ ਟੈਨੈਂਟ, ਟੈਨੈਂਟ ਐਟ ਵਿਲ। ਟੈਨੈਂਟ ਐਟ ਵਿਲ ਨੂੰ ਨੋਟਿਸ ਜਾਏਗਾ, ਇਹ ਅੰਡਰ ਸੈਕਸ਼ਨ ਜਾਂਦਾ 45। ਇਹ ਜਿਹੜਾ ਨੋਟਿਸ ਜਾਂਦਾ ਹੈ ਇਹ ਜਾਂਦਾ ਟੈਨੈਂਸੀ ਐਕਟ ਦੇ ਸੈਕਸ਼ਨ 45(1) ਦੇ ਤਹਿਤ ਜਾਂਦਾ ਹੈਗਾ, ਠੀਕ ਹੈ ਜੀ। ਇਹ 'ਚ ਕੀ ਲਿਖਿਆ, ਵੇਅਰ ਐਜ਼ ਲੈਂਡਲੋਰਡ ਹੈਜ਼ ਗਿਵਨ ਦ ਐਪਲੀਕੇਸ਼ਨ। ਇੱਥੇ ਐਪਲੀਕੇਸ਼ਨ ਨੋਟਿਸ 'ਚ ਲਿਖਿਆ ਜਾਏਗਾ ਵੀ ਵੇਅਰ ਐਜ਼ ਲੈਂਡਲੋਰਡ ਹੈਜ਼ ਗਿਵਨ ਦ ਐਪਲੀਕੇਸ਼ਨ
ਇਟ ਅਪੀਅਰਸ ਫਰੋਮ ਦਾ ਰਿਕਾਰਡ ਤੋਂ ਪਤਾ ਲੱਗਦਾ ਤੁਹਾਡੇ ਤੋਂ ਵੀ ਤੁਹਾਡੇ ਕੋਲ ਇਹ ਟੈਂਡੈਂਸੀ ਹੈ, ਇਹ ਰਕਬਾ ਹੈ, ਇਹ ਨੰਬਰ ਖਸਰਾ, ਇਸ ਪਿੰਡ ਦੀ ਜ਼ਮੀਨ ਤੁਹਾਡੇ ਕੋਲ ਹੈ। ਹੀ ਮਸਟ ਵਿਕੇਟ ਦਾ ਲੈਂਡ ਬਿਫੋਰ ਦਾ 1 ਮਈ। ਉਹਦੇ ਲਿਖਿਆ ਜਾਂਦਾ ਵੀ ਤੁਸੀਂ ਜਿਹੜੀ 1 ਮਈ ਤੋਂ ਪਹਿਲਾਂ ਜਿਹੜੀ ਇਹ ਲੈਂਡ ਹੈ ਖਾਲੀ ਕਰੋਗੇ। ਦੈਨ ਫਿਰ ਨਾਲ ਇਹ ਲਿਖਿਆ ਜਾਂਦਾ ਹੈ ਵੀ ਜੇ ਤੁਹਾਡਾ ਕੋਈ ਕਲੇਮ ਬਣਦਾ ਹੈ, ਜੇਕਰ ਤੁਹਾਡਾ ਕੋਈ ਇਸ ਲੈਂਡ ਦੇ ਰਿਗਾਰਡਿੰਗ ਤੁਸੀਂ ਕੋਈ ਇੰਪਰੂਵਮੈਂਟ ਕੀਤੀ ਹੈ ਜਾਂ ਤੁਸੀਂ ਪੈਸੇ ਦਾ ਐਡਵਾਂਸ ਪੇਮੈਂਟ ਕੋਈ ਦੇ ਰੱਖੀ ਹੈ ਲੈਂਡਲੋਰਡ ਨੂੰ, ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਕੋਈ ਕਲੇਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੋਟਿਸ ਦੇ ਮਿਲਣ ਤੋਂ 2 ਮਹੀਨੇ ਦੇ ਅੰਦਰ ਆਪਣੀ ਐਪਲੀਕੇਸ਼ਨ, ਆਪਣਾ ਸੂਟ ਫਾਈਲ ਕਰ ਸਕਦੇ ਹੋ ਕੰਪੀਟੈਂਟ ਕੋਰਟ ਦੇ ਵਿੱਚ। ਕੰਪੀਟੈਂਟ ਕੋਰਟ ਕਿਹੜੀ ਹੋਏਗੀ? AC ਫਸਟ ਗ੍ਰੇਡ ਦੀ ਕੋਰਟ ਦੇ ਵਿੱਚ ਤੁਸੀਂ ਆਪਦਾ ਕਲੇਮ ਫਾਈਲ ਕਰਨ ਦੇ ਲਈ ਸੂਟ ਫਾਈਲ ਕਰ ਸਕਦੇ ਹੋ। 2 ਮਹੀਨੇ ਦੇ ਅੰਦਰ ਟਾਈਮ ਦਿੱਤਾ ਗਿਆ ਉਸਨੂੰ AC ਫਸਟ ਗ੍ਰੇਡ ਦੀ ਕੋਰਟ ਦੇ ਵਿੱਚ ਸੂਟ ਫਾਈਲ ਕਰਨ ਦੇ ਲਈ ਟੈਨੈਂਟ ਨੂੰ ਦਿੱਤਾ ਗਿਆ ਹੈਗਾ, ਠੀਕ ਹੈ। ਦੈਨ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਉਹੀ ਲਾਸਟ ਦੇ ਵਿੱਚ ਕੀ ਹੋਏਗਾ, ਡੇਟ ਪਾਈ ਜਾਏਗੀ, ਸਟੈਂਪ ਲੱਗੇਗੀ, ਸਿਗਨੇਚਰ ਹੋਣਗੇ, ਠੀਕ ਹੈ ਜੀ। ਫਿਰ ਇਦਾਂ ਦੇ ਸੂਟ ਕਿੰਨੇ ਹੁੰਦੇ ਨੇ, ਕਿਹੇ ਜਿਹੇ ਸੂਟ, ਕਿਹੜੇ ਸੂਟ ਹੁੰਦੇ ਨੇ ਜਿਹੜੇ ਲੈਂਡਲੋਰਡ ਵੱਲੋਂ ਪਾਏ ਜਾਂਦੇ ਜਾਂ ਟੈਨੈਂਟ ਵੱਲੋਂ ਪਾਏ ਜਾਂਦੇ ਨੇ। ਅੱਗੇ ਜਿਹੜੇ ਰੂਲ ਹੈ 3 ਤੋਂ ਲੈ ਕੇ 3 ਤੋਂ 5 ਮੇਰੇ ਕੋਲ ਡਿਲੀਟ ਹੋ ਚੁੱਕੇ ਨੇ। ਅੱਗੇ ਰੂਲ ਨੰਬਰ 6 ਹੈਗਾ ਸੂਟਸ ਫਾਰ ਐਂਡ ਟੂ ਕੰਟੈਸਟ ਦਾ ਐਜੈਕਟਮੈਂਟ। ਜਦੋਂ ਲੈਂਡਲੋਰਡ ਵੱਲੋਂ ਨੋਟਿਸ ਭੇਜਿਆ ਜਾਂਦਾ ਹੈ ਤਾਂ ਜਿਹੜਾ ਹੈਗਾ ਐਜੈਕਟਮੈਂਟ ਦੇ ਲਈ ਕੰਟੈਸਟ ਕੀਤਾ ਜਾਂਦਾ ਹੈ ਟੈਨੈਂਟ ਵੱਲੋਂ, ਠੀਕ ਹੈ ਜੀ। ਇਹ ਜਿਹੜੀ ਲੈਂਡ LAM ਦਾ ਜਿਹੜਾ ਪੈਰਾ ਹੈਗਾ ਨੇ ਉੱਥੇ 801 ਤੋਂ ਲੈ ਕੇ 805 ਤੱਕ ਵੀ ਡੀਲ ਕਰਦੇ ਹੈਗੇ, ਪਰ ਇੱਥੇ ਵੀ ਡਿਟੇਲ ਹੈਗੀ ਦਿੱਤੀ ਵੀ ਬਾਈ ਦਾ ਜਦੋਂ ਲੈਂਡਲੋਰਡ ਫਾਰ ਦਾ ਐਜੈਕਟਮੈਂਟ ਦਾ ਟੈਨੈਂਟ ਕਰਦਾ ਹੈ, ਠੀਕ ਹੈ। ਇੱਕ ਤਾਂ ਸੂਟ ਉਦੋਂ ਫਾਈਲ ਕੀਤਾ ਜਾ ਸਕਦਾ ਹੈ ਟੈਨੈਂਟ ਵੱਲੋਂ। ਦੂਜਾ ਕੀ ਹੈ, ਬਾਈ ਦਾ ਟੈਨੈਂਟ ਟੂ ਕੰਟੈਸਟ ਦਾ ਐਜੈਕਟਮੈਂਟ। ਜਿਹੜੀ ਐਜੈਕਟਮੈਂਟ ਉਹਦੀ ਹੋ ਰਹੀ ਹੈ ਉਹਨੂੰ ਕੰਟੈਸਟ ਵੀ ਕਰ ਸਕਦਾ ਹੈ, ਠੀਕ ਹੈ। ਬਾਈ ਦਾ ਟੈਨੈਂਟ ਬਿਫੋਰ ਫਾਰ ਦਾ ਕੰਪਨਸੇਸ਼ਨ, ਜਿਹੜਾ ਟੈਨੈਂਟ ਹੈ ਉਹ ਕੰਪਨਸੇਸ਼ਨ ਵੀ ਮੰਗ ਸਕਦਾ ਹੈ ਵੀ ਮੈਂ ਇੰਪਰੂਵਮੈਂਟਸ ਕੀਤੀਆਂ ਸੀ, ਮੈਨੂੰ ਕੰਪਨਸੇਸ਼ਨ ਚਾਹੀਦੀ ਹੈ, ਫਿਰ ਤੁਸੀਂ ਮੇਰੇ ਤੋਂ ਖਾਲੀ ਕਰਵਾ ਲਓ, ਠੀਕ ਹੈ ਜੀ। ਮਤਲਬ ਇੱਕ ਤਾਂ ਦਾਵਾ ਪਾਇਆ ਜਾ ਸਕਦਾ ਲੈਂਡਲੋਰਡ ਵੱਲੋਂ ਕਾਹਦੇ ਲਈ, ਐਜੈਕਟਮੈਂਟ ਦੇ ਲਈ ਟੈਨੈਂਟ ਦੀ। 2 ਦਾਅਵੇ ਪਾਏ ਜਾ ਸਕਦੇ ਨੇ ਟੈਨੈਂਟ ਵੱਲੋਂ, ਕਿਹੜਾ, ਇੱਕ ਤਾਂ ਕੰਟੈਸਟ ਕਰ ਸਕਦਾ ਉਹ ਆਪਦੀ ਐਜੈਕਟਮੈਂਟ ਨੂੰ, ਦੂਜਾ ਉਹ ਕੰਪਨਸੇਸ਼ਨ ਲਈ ਕਲੇਮ ਕਰ ਸਕਦਾ, ਠੀਕ ਹੈ। ਫਿਰ ਇਹਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੋਰ ਫਰਦਰ। ਰੂਲ ਨੰਬਰ 6 ਦੀ ਗੱਲ ਕਰਦੇ ਹਾਂ। ਨੋਟਿਸ ਆਫ ਐਜੈਕਟਮੈਂਟ ਬਾਈ ਦਾ ਰੈਵਨਿਊ ਆਫੀਸਰ ਬਿਟਵੀਨ 16/6 ਤੋਂ 16 ਨਵੰਬਰ ਤੱਕ। ਜਦੋਂ ਰੈਵਨਿਊ ਆਫੀਸਰ ਦੇ ਕੋਲ ਕੋਈ ਅਰਜੀ ਆ ਗਈ ਐਜੈਕਟਮੈਂਟ ਦੇ ਲਈ, ਟੈਨੈਂਟ ਦੀ ਐਜੈਕਟਮੈਂਟ ਦੇ ਲਈ ਕੌਣ ਕਰਾਏਗਾ ਐਜੈਕਟਮੈਂਟ? ਲੈਂਡਲੋਰਡ ਕਰਵਾਏਗਾ। ਤਾਂ ਜਿਹੜਾ ਨੋਟਿਸ ਭੇਜਣਾ ਹੈ ਰੈਵਨਿਊ ਆਫੀਸਰ ਨੇ, ਉਹਦੀਆਂ ਡੇਟਸ ਫਿਕਸ ਕੀਤੀਆਂ ਗਈਆਂ ਨੇ ਇਸ ਐਕਟ ਦੇ ਵਿੱਚ, ਇਹਦੇ ਵਿੱਚ ਆਰਡਰ ਦੇ ਵਿੱਚ 16/6 ਤੋਂ ਲੈ ਕੇ 16 ਨਵੰਬਰ ਦੇ ਵਿਚਕਾਰ ਜਿਹੜੀ ਨੋਟਿਸ ਹੈ ਉਹ ਟੈਨੈਂਟ ਕੋਲੇ ਪਹੁੰਚਣਾ ਚਾਹੀਦਾ ਹੈ। 16/6 ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਜਾਣੀ ਕਿ 6 ਮਹੀਨੇ ਦਾ ਟਾਈਮ ਦਿੱਤਾ ਉਸਨੂੰ, ਹੈ ਜੀ। ਜੂਨ ਤੋਂ ਲੈ ਕੇ ਨਵੰਬਰ ਤੱਕ ਇਹ ਜਿਹੜਾ ਸਮਾਂ ਹੈਗਾ ਨਿਯਤ ਹੈਗਾ। ਜੇ ਇਸ ਤੋਂ ਪਹਿਲਾਂ ਜਿਹੜਾ ਨੋਟਿਸ ਹੈ ਉਹ ਵੀ ਲੀਗਲ ਨਹੀਂ ਹੈਗਾ, ਜਿਸ ਤੋਂ ਬਾਅਦ ਨੋਟਿਸ ਭੇਜਿਆ ਜਾ ਰਿਹਾ ਦੈਟ ਇਜ਼ ਆਲਸੋ ਇਨਵੈਲਿਡ, ਠੀਕ ਹੈ। ਵੈਲਿਡ ਨੋਟਿਸ ਹੋਏਗਾ 16 ਜੂਨ ਤੋਂ ਲੈ ਕੇ 16 ਨਵੰਬਰ ਤੱਕ ਜੇ ਟੈਨੈਂਟ ਕੋਲੇ ਨੋਟਿਸ ਜਾਏਗਾ ਰੈਵਨਿਊ ਆਫੀਸਰ ਵੱਲੋਂ, ਦੈਟ ਇਜ਼ ਅ ਵੈਲਿਡ ਨੋਟਿਸ। ਫਿਰ ਕੀ ਹੈਗਾ, ਇਹਦੀ ਕਲੌਜ਼ B ਹੈਗੀ ਹੈ ਸੂਟ ਬਾਈ ਦਾ ਟੈਨੈਂਟ ਵਿਦਿਨ 2 ਮੰਥਸ। ਆਪਾਂ ਉੱਪਰ ਗੱਲ ਕਰ ਚੁੱਕੇ ਹਾਂ ਵੀ ਜਦੋਂ ਰੈਵਨਿਊ ਆਫੀਸਰ ਵੱਲੋਂ ਨੋਟਿਸ ਭੇਜਿਆ ਗਿਆ, ਜਦੋਂ ਨੋਟਿਸ ਰਿਸੀਵ ਹੋ ਗਿਆ ਟੈਨੈਂਟ ਨੂੰ, ਫਿਰ 2 ਮਹੀਨੇ ਦਾ ਸਮਾਂ ਦਿੱਤਾ ਗਿਆ। 2 ਮਹੀਨੇ ਦੇ ਅੰਦਰ ਉਹ ਕੰਪਲੇਂਟ ਕੋਰਟ ਦੇ ਵਿੱਚ ਸੂਟ ਫਾਈਲ ਕਰ ਸਕਦਾ ਹੈ ਟੈਨੈਂਟ। ਦੈਨ C ਦੇ ਵਿੱਚ ਕੀ ਹੈ, ਇਫ ਟੈਨੈਂਟ ਫੇਲਸ, ਜੇ ਟੈਨੈਂਟ 2 ਮਹੀਨੇ ਦੇ ਅੰਦਰ ਸੂਟ ਫਾਈਲ ਨਹੀਂ ਕਰਦਾ ਤਾਂ ਜਿਹੜਾ ਰੈਵਨਿਊ ਆਫਿਸ ਤਾਂ ਜਿਹੜਾ ਓਨਰ ਹੈਗਾ ਲੈਂਡਲੋਰਡ ਹੈਗਾ, ਫਿਰ ਉਹ ਐਪਲੀਕੇਸ਼ਨ ਦੇਗਾ ਰੈਵਨਿਊ ਕੋਰਟ ਦੇ ਵਿੱਚ ਵੀ ਉਹਨੂੰ ਜਿਹੜਾ ਦਿੱਤਾ ਹੋਇਆ ਸਮਾਂ ਸੀ 2 ਮਹੀਨੇ ਦਾ ਪੂਰਾ ਹੋ ਚੁੱਕਿਆ ਤੇ ਜਿਹੜੀ ਮੇਰੀ ਪ੍ਰਾਪਰਟੀ ਹੈ ਲੈਂਡ ਹੈਗੀ ਆ ਉਹਦੀ ਐਜੈਕਟਮੈਂਟ ਕਰਵਾਈ ਜਾਵੇ, ਠੀਕ ਹੈ। ਫਿਰ ਡੀ ਕਲੋਜ਼ ਕੀ ਕਹਿੰਦੀ ਹੈ, ਇਫ ਦਾ ਕੰਪਨਸੇਸ਼ਨ ਫਾਊਂਡ ਟੂ ਬੀ ਡਿਊ, ਜੇ ਲੱਗੇ ਰੈਵਨਿਊ ਕੋਰਟ ਨੂੰ ਵੀ ਹਾਂ ਬਾਕੀ ਕੰਪਨਸੇਸ਼ਨ ਇਹਦਾ ਹੈਗਾ, ਦੇਣਾ ਬਣਦਾ ਹੈਗਾ, ਠੀਕ ਹੈ। ਇਫ ਦਾ ਕੰਪਨਸੇਸ਼ਨ ਫਾਊਂਡ ਡਿਊ ਸਟੇ ਅੰਟਿਲ ਪੇ, ਜਦੋਂ ਤੱਕ ਕੰਪਨਸੇਸ਼ਨ ਨਹੀਂ ਪੇ ਕੀਤਾ ਜਾਂਦਾ ਲੈਂਡਲੋਰਡ ਵੱਲੋਂ ਟੈਨੈਂਟ ਨੂੰ, ਉਦੋਂ ਉਨੀ ਦੇਰ ਤੱਕ ਜਿਹੜਾ ਕਬਜ਼ਾ ਹੈਗਾ, ਕਬਜ਼ੇ ਦੀ ਕਾਰਵਾਈ ਹੈ ਉਹ ਰੁਕੀ ਜਾਏਗੀ। ਫਿਰ ਕੀ ਹੈ, ਈ ਕਲੋਜ਼ ਕੀ ਹੈ, ਐਗਜ਼ੀਕਿਊਸ਼ਨ ਐਜੈਕਟਮੈਂਟ ਆਰਡਰ ਬਿਟਵੀਨ 1 ਮਈ ਤੋਂ 15 ਜੂਨ। ਦੇਖੋ ਇਹ ਇੰਪੋਰਟੈਂਟ ਡੇਟ ਹੈ, ਬਹੁਤ ਵਧੀਆ, ਰੂਟੀਨ 'ਚ ਵੀ ਯੂਟਿਲਾਈਜ਼ ਹੁੰਦੀ ਹੈ। ਜਿਹੜਾ ਐਜੈਕਟਮੈਂਟ ਦਾ ਜਿਹੜਾ ਆਰਡਰ ਹੈਗਾ ਉਹਦੀ ਐਗਜ਼ੀਕਿਊਸ਼ਨ ਕਦੋਂ ਹੋਣੀ ਹੈ, ਠੀਕ ਹੈ।
ਟੇਨੈਂਟ ਤੋਂ ਕਬਜ਼ਾ ਕਿਹੜੀ ਤਰੀਕ ਦੇ ਵਿੱਚ ਲਿਆ ਜਾਂਦਾ ਹੈ? 1 ਮਈ ਤੋਂ ਲੈ ਕੇ 15 ਜੂਨ ਦੇ ਵਿਚਕਾਰ ਜਿਹੜਾ ਕਬਜ਼ਾ ਹੈਗਾ, ਵਾਰੰਟ ਕਬਜ਼ਾ ਹੈਗਾ, ਉਹਦੀ ਕਾਰਵਾਈ ਜਿਹੜੀ ਕੀਤੀ ਜਾਣੀ ਬਣਦੀ ਹੈਗੀ ਆ। ਇਹ ਹੈਗੀ ਆਪਣੀ ਰੂਲ 6 ਦੀ ਕਲੌਜ਼ E ਕਹਿੰਦੀ ਹੈ 1 ਮਈ ਤੋਂ ਲੈ ਕੇ 15 ਜੂਨ ਦੇ ਵਿਚਕਾਰ। ਅੱਗੇ ਨੈਕਸਟ ਅਸੀਂ ਪੜ੍ਹਿਆ ਸੀਗਾ ਰੂਲ ਨੰਬਰ 7। ਰੂਲ ਨੰਬਰ 7 ਚ ਕੀ ਸੀਗਾ? ਕੁਐਸਚਨ ਆਫ ਕੰਪਨਸੇਸ਼ਨ ਮਸਟ ਬੀ ਡਿਸਾਈਡਡ। ਜਦੋਂ ਰੈਵਨਿਊ ਕੋਰਟ ਦੇ ਵਿੱਚ ਕੋਈ ਇਦਾਂ ਦਾ ਕੇਸ ਆਉਂਦਾ ਹੈ ਤਾਂ ਕੰਪਨਸੇਸ਼ਨ ਦੀ ਜਿਹੜੀ ਗੱਲ ਹੈਗੀ ਹੈ ਉਸ ਨੂੰ ਇਗਨੋਰ ਨਹੀਂ ਕੀਤਾ ਜਾਣਾ ਚਾਹੀਦਾ। ਉਹਨੂੰ ਪਹਿਲਾਂ ਡਿਸਾਈਡ ਕਰਕੇ ਫਰਦਰ ਜਿਹੜੀ ਐਜੈਕਟਮੈਂਟ ਦੀ ਜਿਹੜੀ ਕਾਰਵਾਈ ਹੈਗੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ। ਜੇ ਲੈਂਡਲੋਰਡ ਨੇ ਐਜੈਕਟਮੈਂਟ ਦਾ ਦਾਅਵਾ ਪਾਇਆ ਹੋਵੇ, ਚਾਹੇ ਲੈਂਡਲੋਰਡ ਨੇ ਪਾਇਆ ਹੋਇਆ ਦਾਅਵਾ ਇਨਹਾਂਸਮੈਂਟ ਆਫ ਰੈਂਟ ਦਾ ਪਾਇਆ ਹੋਵੇ, ਦੋਨੋਂ ਕੇਸਾਂ ਦੇ ਵਿੱਚ ਫਰਦਰ ਪ੍ਰੋਸੀਡਿੰਗ ਤੋਂ ਪਹਿਲਾਂ ਜਿਹੜੀ ਹੈਗੀ ਹੈ ਕੰਪਨਸੇਸ਼ਨ ਦੀ ਜਿਹੜੀ ਹੈਗੀ ਕੁਐਸਚਨ ਹੈਗਾ ਇਸ ਨੂੰ ਡਿਸਾਈਡ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ। ਦੈਨ ਹੈਗਾ ਰੂਲ 8। ਰੂਲ 8 ਦੇ ਵਿੱਚ ਕੀ ਹੈ? ਡਿਕਰੀ ਨਾਟ ਟੂ ਬੀ ਐਗਜ਼ੀਕਿਊਟਡ ਟਿਲ ਕੰਪਨਸੇਸ਼ਨ ਪੇਡ। ਸਾਡੇ ਕੋਲ ਕਿਸੇ ਕੋਰਟ ਦੀ ਡਿਗਰੀ ਆ ਗਈ, ਕਿਸੇ ਸਿਵਲ ਕੋਰਟ ਦੀ ਡਿਗਰੀ ਆ ਗਈ ਐਜੈਕਟਮੈਂਟ ਦੇ ਲਈ, ਠੀਕ ਹੈ, ਤੇ ਕੰਪਨਸੇਸ਼ਨ ਦੀ ਜਿਹੜੀ ਗੱਲ ਹੈਗੀ ਹੈ ਉਹ ਪਹਿਲਾਂ ਕੰਪਨਸੇਸ਼ਨ ਜੇ ਬਣਦਾ ਹੈ ਪਾਰਟੀ ਦਾ ਤਾਂ ਕੰਪਨਸੇਸ਼ਨ ਪਹਿਲਾਂ ਦਿੱਤਾ ਜਾਏਗਾ, ਫਿਰ ਉਹਦੀ ਐਜੈਕਟਮੈਂਟ ਹੋਏਗੀ। ਆਰਡਰ 9 compensation of disturbance of the wasteland। disturbance of wasteland ਕੀ ਹੁੰਦੀ ਹੈ? ਇੱਕ ਟੈਨੈਂਸੀ ਦਿੱਤੀ ਸੀ 4 ਕਿੱਲਿਆਂ ਦੀ ਤੇ ਮਾਲਕ ਨੇ ਟੈਨੈਂਟ ਨੂੰ ਬਾਂਧ ਦੇ ਲਈ, ਉਹਦੇ ਨਾਲ ਦੀ ਕੋਈ ਵੇਸਟਲੈਂਡ ਪਈ ਸੀ, ਝਾੜੀਆਂ ਪਈਆਂ ਸੀ ਜਾਂ ਕਲਰ ਪਿਆ ਸੀ, ਜੋ ਵੀ ਪਿਆ ਸੀਗਾ, ਠੀਕ ਹੈ, ਉਹ ਵਾਹੀਯੋਗ ਨਹੀਂ ਸੀਗਾ। ਟੈਨੈਂਟ ਨੇ ਉਸ ਨੂੰ ਹੌਲੀ ਹੌਲੀ ਆਪਦਾ ਖਰਚ ਕਰਕੇ, ਪੈਸਾ ਲਗਾ ਕੇ, ਟਾਈਮ ਲਗਾ ਕੇ, ਠੀਕ ਹੈ ਜੀ, ਉਸ ਨੂੰ ਵਾਹੀਯੋਗ ਬਣਾ ਲਿਆ। ਵਾਹੀਯੋਗ ਬਣਾ ਕੇ ਉਸ ਨੂੰ ਆਪਦੀ ਜਿਹੜੀ ਟੈਨੈਂਸੀ ਸੀ 4 ਏਕੜ ਉਹਦੇ ਵਿੱਚ ਰਲਾ ਲਿਆ, ਠੀਕ ਹੈ। ਜਦੋਂ ਵੀ ਕਿਤੇ ਇੱਦਾਂ ਦੀ ਕੋਈ ਐਜੈਕਟਮੈਂਟ ਹੁੰਦੀ ਹੈ, ਐਜੈਕਟਮੈਂਟ ਦੇ ਲਈ ਮਾਲਕ ਵੱਲੋਂ ਕੋਈ ਦਾਅਵਾ ਦਾਇਰ ਕੀਤਾ ਜਾਂਦਾ ਹੈ, ਜਾਂ ਰੈਂਟ ਦੀ ਐਨਹਾਂਸਮੈਂਟ ਦੇ ਲਈ, ਰੈਂਟ ਵਧਾਉਣ ਦੇ ਲਈ, ਕਿਰਾਇਆ ਵਧਾਉਣ ਦੇ ਲਈ ਮਾਲਕ ਵੱਲੋਂ ਟੈਨੈਂਟ ਦੇ ਖਿਲਾਫ ਕੋਈ ਦਾਅਵਾ ਦਾਇਰ ਕੀਤਾ ਜਾਂਦਾ ਹੈ, ਤਾਂ ਜਿਹੜੀ ਇਹ ਹੈਗੀ ਹੈ ਕੰਪਨਸੇਸ਼ਨ ਡਿਸਟਰਬੈਂਸ ਆਫ ਵੇਸਟਲੈਂਡ ਦੀ ਜਿਹੜੀ ਕੰਪਨਸੇਸ਼ਨ ਹੈ, ਇਹ ਉਹਦੀ ਜਿਹੜੀ ਲੀਗਲ ਤੀ ਬਣਦੀ ਹੈ ਉਹ ਦਿੱਤੀ ਜਾਣੀ ਬਣਦੀ ਹੈ, ਟੈਨੈਂਟ ਨੂੰ ਪੇ ਕੀਤੀ ਜਾਂਦੀ ਹੈ। ਮਤਲਬ ਕਿ ਜੇ ਕੋਈ ਕਿਰਾਇਆ ਵਧਾਉਣਾ ਹੈ ਤਾਂ ਇਹ ਜਿਹੜਾ ਪੁਆਇੰਟ ਹੈਗਾ ਵੀ ਉਹਦਾ ਇਸ 'ਤੇ ਕਿੰਨਾ ਖਰਚਾ ਹੈਗਾ ਇਸ ਨੂੰ ਕੰਸੀਡਰ ਕੀਤਾ ਜਾਵੇਗਾ। ਤੇ ਜੇ ਐਜੈਕਟਮੈਂਟ ਕਰਵਾਉਣੀ ਹੈ ਤਾਂ ਜਿਹੜੀ ਇਹਦੇ ਖਰਚ ਉਹਦਾ ਆਇਆ ਤਾਂ ਇਹਦੀ ਵੀ ਪੇਮੈਂਟ ਮਾਲਕ ਤੋਂ ਕਰਵਾਈ ਜਾਏਗੀ ਟੈਨੈਂਟ ਤੋਂ। ਫਿਰ ਇਹਦੀ ਸਕੇਲ ਆਫ ਕੰਪਨਸੇਸ਼ਨ ਕੀ ਹੈਗੀ ਹੈ? ਸਕੇਲ ਆਫ ਕੰਪਨਸੇਸ਼ਨ ਦੇ ਬਾਰੇ 'ਚ ਸੈਕਸ਼ਨ 69 ਹੈਗਾ ਆਰਡਰ 11 ਡਿਲੀਟ ਹੋ ਚੁੱਕਿਆ ਹੈ। ਡਿਗਰੀ ਮੇਨ ਤਾਂ ਤੁਹਾਡਾ ਇਹੀ ਸੀਗਾ ਜੀ ਜਿਹੜਾ ਅਸੀਂ ਪੜ੍ਹਿਆ ਸੀ ਸਟੈਂਡਿੰਗ ਆਰਡਰ ਨੰਬਰ 2 ਦੇ ਵਿੱਚ। ਦੈਨ ਵੀ ਵਿਲ ਡਿਸਕਸ ਟੁਡੇ standing order number 3। standing order number 3 standing order number 3 ਦੇ ਵਿੱਚ ਕੀ ਹੈਗਾ ਜੀ? standing order number 3 ਹੈਗਾ ਰੈਵਨਿਊ ਆਫੀਸਰ ਤੇ ਰੈਵਨਿਊ ਕੋਰਟ ਦੇ ਸੰਬੰਧ ਵਿੱਚ ਹੈਗਾ। ਪ੍ਰੋਸੀਜਰ ਕੀ ਅਡਾਪਟ ਕੀਤਾ ਜਾਂਦਾ ਹੈ ਰੈਵਨਿਊ ਆਫੀਸਰ ਵੱਲੋਂ, ਰੈਵਨਿਊ ਕੋਰਟ ਵੱਲੋਂ, ਜਦੋਂ ਵੀ ਕੋਈ ਡਿਸਾਈਡ ਕੀਤੇ ਜਾਂਦੇ ਨੇ ਕੇਸ, ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੋਈ ਕੇਸ ਨੇ ਉਹ ਡੀਲ ਕਰਦਾ ਜਦੋਂ ਰੈਵਨਿਊ ਆਫੀਸਰ ਜਾਂ ਰੈਵਨਿਊ ਕੋਰਟ, ਤਾਂ ਉਹਨਾਂ ਵੱਲੋਂ ਕਿਹੜੇ ਪ੍ਰੋਸੀਜਰ ਨੇ ਅਡਾਪਟ ਕੀਤੇ ਜਾਂਦੇ ਨੇ ਉਹਦੇ ਦੇ ਰਿਗਾਰਡਿੰਗ ਜਿਹੜਾ ਇਹ ਸੈਕਸ਼ਨ ਹੈਗਾ, ਜਿਹੜਾ ਸਟੈਂਡਿੰਗ ਆਰਡਰ ਨੰਬਰ 3 ਹੈ ਉਹਦੀ ਸਾਰੀ ਕਾਰਵਾਈ ਇਹਦੇ ਵਿੱਚ ਦੱਸੀ ਗਈ ਹੈਗੀ ਹੈ। ਸਭ ਤੋਂ ਪਹਿਲਾਂ ਤਾਂ ਇਹਨੇ ਕਿਹਾ ਵੀ ਰੈਵਨਿਊ ਆਫੀਸਰ ਤੇ ਰੈਵਨਿਊ ਕੋਰਟ ਕੀ ਹੈਗੀ ਹੈ, ਠੀਕ ਹੈ। ਰੈਵਨਿਊ ਆਫੀਸਰ ਜਦੋਂ ਅਸੀਂ ਐਗਜ਼ੈਕਟਿਵ ਪਾਵਰ ਯੂਜ਼ ਕਰਦੇ ਹਾਂ ਉਦੋਂ ਅਸੀਂ ਰੈਵਨਿਊ ਕੋਰਟ ਹੈ, ਜਦੋਂ ਅਸੀਂ ਜੁਡੀਸ਼ੀਅਲ ਪਾਵਰ ਯੂਜ਼ ਕਰਦੇ ਹਾਂ, ਠੀਕ ਹੈ, ਉਦੋਂ ਰੈਵਨਿਊ ਕੋਰਟ ਕਹਿਲਾਉਂਦੇ ਆ। ਸੇਮ ਇਹਦੇ ਵਿੱਚ ਕੀ ਹੈਗਾ, ਏਦਾਂ ਹੀ ਸੇਮ ਕਲਾਸਿਸ ਰੈਵਨਿਊ ਕੋਰਟ ਦੀਆਂ ਨੇ, ਜਿਵੇਂ ਰੈਵਨਿਊ ਆਫੀਸਰ ਦੀਆਂ ਕਲਾਸਿਸ ਨੇ। ਰੈਵਨਿਊ ਆਫੀਸਰ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ, ਅਸਿਸਟੈਂਟ ਕਲੈਕਟਰ ਸੈਕੰਡ ਗ੍ਰੇਡ, ਕਲੈਕਟਰ, ਠੀਕ ਹੈ, ਕਮਿਸ਼ਨਰ, ਦੈਨ ਫਾਈਨੈਂਸ਼ੀਅਲ ਕਮਿਸ਼ਨਰ। ਇਸੇ ਤਰੀਕੇ ਜਿਹੜੀਆਂ ਹੈਗੀਆਂ ਨੇ ਇਹ ਹੈਗੀਆਂ ਸੀ ਰੈਵਨਿਊ ਆਫੀਸਰ ਦੀ ਕਲੌਜ਼ਸ, ਜਿਵੇਂ ਕਿ ਅਸੀਂ ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 6 ਵਿੱਚ ਪੜ੍ਹ ਕੇ ਆਏ ਹਾਂ, ਠੀਕ ਹੈ। ਕਲਾਸਿਸ ਆਫ ਦਾ ਰੈਵਨਿਊ ਆਫੀਸਰਸ ਸੈਕਸ਼ਨ 6 ਤੋਂ ਸਟਾਰਟ ਹੋ ਜਾਂਦੀਆਂ ਨੇ। ਦੈਨ ਇਸੇ ਤਰੀਕੇ ਜਿਹੜੀਆਂ ਰੈਵਨਿਊ ਕੋਰਟਾਂ ਹੁੰਦੀਆਂ ਨੇ
ठीक है, वो भी इसे यही ग्रेड ਉਹਦੇ ਕੋਟਾਂ ਦੇ ਮੰਨੇ ਜਾਂਦੇ ਨੇ, ਜਿਹੜੇ ਰੈਵਨਿਊ ਆਫੀਸਰ ਦੇ ਗ੍ਰੇਡ ਹੁੰਦੇ ਨੇ ਇਹੀ ਰੈਵਨਿਊ ਜਿਹੜੇ ਗ੍ਰੇਡ ਹੈਗੇ ਆ ਰੈਵਨਿਊ ਕੋਟਾਂ ਦੇ ਹੁੰਦੇ ਆ। ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ ਦੇ ਵੀ ਜਿਹੜੇ 792 ਤੋਂ ਲੈ ਕੇ 810 ਤੱਕ ਪਹਿਰੇ ਹੈਗੇ ਆ ਉਹਦੇ ਵਿੱਚ ਵੀ ਇਹ ਪ੍ਰੋਸੀਜਰ ਦਿਖਾਇਆ ਗਿਆ ਹੈਗਾ ਵੀ ਰੈਵਨਿਊ ਕੋਰਟਾਂ ਕੀ ਹੁੰਦੀਆਂ ਨੇ, ਸਿਵਲ ਕੋਰਟਾਂ ਕੀ ਹੁੰਦੀਆਂ ਨੇ ਤੇ ਰੈਵਨਿਊ ਆਫੀਸਰ ਕੀ ਹੁੰਦੇ ਹੈਗੇ ਆ। ਠੀਕ ਹੈ, ਨੈਕਸਟ ਅਸੀਂ ਪੜਾਂਗੇ ਰੂਲ ਨੰਬਰ 2। ਰੂਲ ਨੰਬਰ 2 ਚ ਕੀ ਹੈ, ਪ੍ਰੋਸੀਜਰ ਆਫ ਰੈਵਨਿਊ ਆਫੀਸਰਸ। ਰੈਵਨਿਊ ਆਫੀਸਰ ਨੇ ਕੀ ਪ੍ਰੋਸੀਜਰ ਅਡਾਪਟ ਕਰਨੇ ਹੁੰਦੇ, ਕਿਵੇਂ ਕਿਵੇਂ ਕਰਨਾ ਹੁੰਦਾ ਕੰਮ ਆਪਣਾ। ਅਸੀਂ ਤੁਹਾਨੂੰ ਯਾਦ ਹੋਏਗਾ ਲੈਂਡ ਰੈਵਨਿਊ ਐਕਟ ਪੜਿਆ ਸੀਗਾ, ਲੈਂਡ ਰੈਵਨਿਊ ਐਕਟ ਦੇ ਵਿੱਚ ਸੈਕਸ਼ਨ 34 ਪੜਿਆ ਸੀਗਾ, ਸੈਕਸ਼ਨ 34 35 36 37 38 ਇਹ ਸੈਕਸ਼ਨ ਪੜ੍ਹੇ ਸੀਗੇ। ਇੱਥੇ ਕੀ ਲਿਖਿਆ ਸੀਗਾ, ਜਦੋਂ ਕੋਈ ਵਿਅਕਤੀ ਕੋਈ ਆਪਦੇ ਰਾਈਟਸ ਐਕਵਾਇਰ ਕਰਦਾ ਹੈ, ਰਾਈਟਸ ਕਿਵੇਂ ਐਕਵਾਇਰ ਕਰਦਾ ਹੈ, ਚਾਹੇ ਕੋਈ ਟ੍ਰਾਂਸਫਰ ਡੀਡ ਰਾਹੀਂ, ਸੇਲ ਡੀਡ ਰਾਹੀਂ, ਐਕਸਚੇਂਜ ਦੇ ਰਾਹੀਂ, ਕਿਸੇ ਵਿਰਾਸਤ ਦੇ ਰਾਹੀਂ, ਠੀਕ ਹੈ, ਕਿਸੇ ਗਹਿਣੇ ਦੀ ਕੋਈ ਰਜਿਸਟਰੀ ਕਰਵਾਈ ਹੈ, ਕੋਈ ਉਸਨੇ ਉਹਦੇ ਹੱਕ 'ਚ ਕੋਈ ਵਿਲ ਹੋਈ ਵੀ ਹੈ, ਮੇ ਵੀ ਕੋਈ ਵੀ ਰਾਈਟ ਹੈਗਾ, ਜਦੋਂ ਕੋਈ ਕਲੇਮ ਕਰਦਾ ਹੈ ਤਾਂ ਉਹਦਾ ਜਿਹੜੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਹ ਸੈਕਸ਼ਨ 34 ਦੇ ਤਹਿਤ ਉਹ ਪਟਵਾਰੀ ਹਲਕਾ ਕੋਲ ਜਾ ਕੇ ਆਪਦੀ ਰਿਪੋਰਟ ਕਰਦਾ ਹੈ। ਠੀਕ ਹੈ, ਪਟਵਾਰੀ ਹਲਕਾ ਆਪਣੇ ਰੋਜ਼ਨਾਮਚੇ ਦੇ ਵਿੱਚ ਰਿਪੋਰਟ ਦਰਜ ਕਰਕੇ ਉਸ ਵਿਅਕਤੀ ਵੱਲੋਂ ਉਹਦੀ ਇਨਫੋਰਮੇਸ਼ਨ ਦੇ ਆਧਾਰ ਤੇ ਉਹਦੇ ਵੱਲੋਂ ਦਿੱਤੀ ਗਈ ਸਟੇਟਮੈਂਟ ਦੇ ਆਧਾਰ ਤੇ ਜਾਂ ਐਪਲੀਕੇਸ਼ਨ ਦੇ ਆਧਾਰ ਤੇ ਜਾਂ ਹਲਫੇ ਬਿਆਨ ਦੇ ਆਧਾਰ ਤੇ ਆਪਣੇ ਰਿਕਾਰਡ ਦੇ ਵਿੱਚ ਇੰਤਕਾਲ ਰਜਿਸਟਰ ਦੇ ਵਿੱਚ ਤੋਂ ਐਂਟਰੀਆਂ ਪਾਉਂਦਾ ਹੈ ਤੇ ਉਸ ਤੋਂ ਬਾਅਦ ਫਿਰ ਕਾਨੂੰਗੋ ਹਲਕਾ ਉਹਦੀਆਂ ਜਿਹੜੀਆਂ ਐਂਟਰੀਜ਼ ਨੇ ਚੈੱਕ ਕਰਦਾ ਹੈ। ਚੈੱਕ ਕਰਨ ਤੋਂ ਬਾਅਦ ਜਿਹੜਾ ਰੈਵਨਿਊ ਆਫੀਸਰ ਹੁੰਦਾ ਹੈ, ਰੈਵਨਿਊ ਆਫੀਸਰ ਵੱਲੋਂ ਉਹ ਸਾਰੀਆਂ ਐਂਟਰੀਜ਼ ਦੀ ਜਿਹੜੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ, ਤਸਦੀਕ ਕੀਤੀ ਜਾਂਦੀ ਹੈ, ਕੰਸਰਨਡ ਪਾਰਟੀ ਨੂੰ ਬੁਲਾ ਕੇ ਸੁਣਿਆ ਜਾਂਦਾ ਹੈ ਤੇ ਬਰੀਫ ਉਹਦੀ ਜਿਹੜੀ ਹੈਗੀ ਹੈ ਸਟੇਟਮੈਂਟ ਲਈ ਜਾਂਦੀ ਹੈ। ਕੰਸਰਨਡ ਪਾਰਟੀਆਂ ਦੀ ਬਰੀਫ ਸਟੇਟਮੈਂਟ ਲੈ ਕੇ ਸ਼ਾਰਟ ਦੇ ਵਿੱਚ, ਨੋਟ ਆਰਗੂਮੈਂਟਿਵ, ਠੀਕ ਹੈ, ਸ਼ਾਰਟ ਦੇ ਵਿੱਚ ਜਿਹੜੀ ਸਟੇਟਮੈਂਟ ਲੈ ਕੇ ਦੋਨੇ ਪਾਰਟੀਆਂ ਦੀ ਸ਼ਾਰਟ ਦੇ ਵਿੱਚ ਹੀ ਉਹਦਾ ਜਿਹੜਾ ਹੈਗਾ ਰਿਕਾਰਡ ਬਣਾਇਆ ਜਾਂਦਾ ਹੈ। ਰਿਕਾਰਡ ਬਣਾ ਕੇ ਜਿਹੜਾ ਆਰਡਰ ਹੈ, ਕੰਸਰਨਡ ਆਰਡਰ ਹੈ, ਜਿਹੜੀ ਮੋਟੇਸ਼ਨ ਵਗੈਰਾ ਹੈਗੇ ਆ ਉਸ ਨੂੰ ਪਾਸ ਵੀ ਕੀਤਾ ਜਾ ਸਕਦਾ ਹੈ, ਉਸ ਨੂੰ ਡਰਾਈ ਵੀ ਕੀਤਾ ਜਾ ਸਕਦਾ ਹੈਗਾ। ਇਹ ਹੈਗੀ ਹੈ ਪ੍ਰੋਸੀਜਰ ਬਾਈ ਦਾ ਰੈਵਨਿਊ ਆਫੀਸਰਸ। ਇਹ ਸੈਕਸ਼ਨ 34 ਤੋਂ ਲੈ ਕੇ 44 ਤੱਕ ਚਲਾ ਜਾਂਦਾ ਹੈਗਾ। ਫਿਰ ਬਰੀਫ ਸਟੇਟਮੈਂਟ ਦੀ ਗੱਲ ਆ ਗਈ, ਜਿਹਨੇ ਪਲੀਡਿੰਗਸ ਹੁੰਦੀਆਂ ਨੇ ਸਾਰੀਆਂ, ਜੇ ਕੋਈ ਆਰਡਰ ਲਿਖਣਾ ਰੈਵਨਿਊ ਆਫੀਸਰ ਨੇ ਉਹ ਵੀ ਸ਼ਾਰਟ ਦੇ ਵਿੱਚ ਲਿਖਿਆ ਜਾਏਗਾ, ਬਿਲਕੁਲ ਸਿੰਪਲ। ਜੇ ਰਿਟਨ ਦੇ ਵਿੱਚ ਹੈ ਜਾਂ ਓਰਲ ਹੈ, ਠੀਕ ਹੈ, ਓਰਲ ਸਟੇਟਮੈਂਟ ਹੈ ਜਾਂ ਰਿਟਨ ਸਟੇਟਮੈਂਟ ਹੈ, ਬਹੁਤ ਬਰੀਫ ਦੇ ਵਿੱਚ ਲਈ ਜਾਏਗੀ ਪਾਰਟੀਆਂ ਦੀ। ਠੀਕ ਹੈ, ਐਪਲੀਕੇਸ਼ਨ ਜਿਹੜੀ ਪਾਰਟੀਆਂ ਨੇ ਦੇਣੀ ਹੈ, ਜਦੋਂ ਕੋਈ ਪਾਰਟੀ ਐਪਲੀਕੇਸ਼ਨ ਦਿੰਦੀ ਹੈ ਆਪਣੇ ਕਿਸੇ ਕੰਮ ਦੇ ਰਿਗਾਰਡਿੰਗ, ਤਾਂ ਐਪਲੀਕੇਸ਼ਨ ਦੇ ਥੱਲੇ ਉਹਦੇ ਵੱਲੋਂ ਵੈਰੀਫਿਕੇਸ਼ਨ ਦਿੱਤੀ ਜਾਏਗੀ। ਵੈਰੀਫਿਕੇਸ਼ਨ ਦਾ ਮਤਲਬ ਕੀ ਹੁੰਦਾ ਹੈ ਵੀ ਜੋ ਕੰਟੈਂਟਸ ਐਪਲੀਕੇਸ਼ਨ 'ਚ ਦਿੱਤੇ ਨੇ ਪਾਰਟੀ ਨੇ, these are true to the best of the knowledge of the applicant, nothing has been concealed therein, ਵੀ ਕੁਝ ਵੀ ਉਸਨੇ ਛੁਪਾ ਕੇ ਨਹੀਂ ਰੱਖਿਆ ਹੈਗਾ। ਤੇ ਸਾਰੀ ਇਹ ਜਿਵੇਂ ਆਪਾਂ ਸਿਵਲ ਕੋਰਟ ਦੇ ਵਿੱਚ ਰਿਟਨ ਸਟੇਟਮੈਂਟ ਦਿੱਤੀ ਜਾਂਦੀ ਹੈ ਜਾਂ ਐਪਲੀਕੇਸ਼ਨ ਫਾਈਲ ਕੀਤੀ ਜਾਂਦੀ ਹੈ, ਉਹਦੇ ਐਂਡ ਦੇ ਵਿੱਚ ਜਾ ਕੇ ਲਿਖਿਆ ਜਾਂਦਾ ਹੈ। ਜਿਵੇਂ ਆਪਾਂ ਕੋਰਟ ਦਾ ਵਿੱਚ ਜਿਵੇਂ ਆਪਾਂ ਐਫੀਡੇਵਿਟ ਦਿੰਦੇ ਹਾਂ, ਐਫੀਡੇਵਿਟ ਦੇ ਨੀਚੇ ਵੀ ਇੱਕ ਵੈਰੀਫਿਕੇਸ਼ਨ ਲੱਗਦੀ ਹੈ ਤਾਂ ਕਿ ਜੋ ਵੀ ਕੰਟੈਂਟਸ ਉੱਪਰ ਦਿੱਤੇ ਗਏ ਨੇ, ਡਿਪੋਨੈਂਟ ਜਿਹੜਾ ਹੈਗਾ, ਜਿਹੜਾ ਐਪਲੀਕੇਸ਼ਨ ਦੇਣ ਵਾਲਾ ਹੈ ਜਾਂ ਹਲਫੇ ਬਿਆਨ ਦੇਣ ਵਾਲਾ ਹੈ, ਉਹਦੀ ਪਰਸਨਲ ਜ਼ਿੰਮੇਵਾਰੀ ਬਣ ਜਾਂਦੀ ਹੈ, ਕੱਲ ਨੂੰ ਉਹ ਮੁੱਕਰ ਨਹੀਂ ਸਕਦਾ ਹੈਗਾ। ਜਿਹੜੀ ਵੈਰੀਫਿਕੇਸ਼ਨ ਹੁੰਦੀ ਹੈ ਇਹ ਬਹੁਤ ਜ਼ਰੂਰੀ ਇੰਪੋਰਟੈਂਟ ਪਾਰਟ ਹੈ। ਵੈਰੀਫਿਕੇਸ਼ਨ ਨਾ ਦੇਣ ਦੇ ਬੇਸਿਸ ਤੇ ਜਿਹੜੀ ਤੁਹਾਡੀ ਰਿਟਨ ਸਟੇਟਮੈਂਟ ਹੈ ਕੋਰਟ ਦੇ ਵਿੱਚ, ਉਹ ਜਿਹੜੀ ਇਨਵੈਲਿਡ ਮੰਨੀ ਜਾਂਦੀ ਹੈ, ਵੈਲਿਡ ਨਹੀਂ ਹੁੰਦੀ। ਇਸੇ ਤਰੀਕੇ ਰੈਵਨਿਊ ਕੋਰਟਾਂ ਵਿੱਚ ਕਿਹਾ ਹੈਗਾ ਵੀ ਜਦੋਂ ਕਿਸੇ ਪਾਰਟੀ ਨੇ ਐਪਲੀਕੇਸ਼ਨ ਦੇਣੀ ਹੈ, ਉਹ ਜਿਹੜੀ ਐਪਲੀਕੇਸ਼ਨ ਹੈ ਉਹ ਸੀਪੀਸੀ ਦੀ ਤਰ੍ਹਾਂ ਜਿਹੜੀ ਹੈਗੀ ਹੈ ਉਹ ਵੈਰੀਫਾਈਡ ਹੋਣੀ ਚਾਹੀਦੀ ਹੈ ਕੰਸਰਨਡ ਪਾਰਟੀ ਵੱਲੋਂ। ਜਿਹੜਾ ਦੈਨ ਕੋਈ ਆਰਡਰ ਬਣਾਉਣਾ ਹੈ ਉਹ ਜਿਹੜਾ ਬਰੀਫ ਦੇ ਵਿੱਚ ਹੋਣਾ ਚਾਹੀਦਾ ਹੈ ਰੈਵਨਿਊ ਆਫੀਸਰ ਵੱਲੋਂ। ਠੀਕ ਹੈ, ਜਦੋਂ ਕੋਈ ਆਰਡਰ ਕੀਤਾ ਜਾਣਾ ਹੈ ਰੈਵਨਿਊ ਆਫੀਸਰ ਵੱਲੋਂ, ਤਾਂ ਆਰਡਰ ਦੇ ਵਿੱਚ ਡਾਇਰੈਕਟਲੀ ਆਰਡਰ ਨਹੀਂ ਪਾਸ ਹੋਣਾ ਚਾਹੀਦਾ। ਕਿਸ ਪਾਰਟੀ ਦੇ ਹੱਕ 'ਚ ਆਰਡਰ ਕੀਤਾ ਜਾ ਰਿਹਾ ਹੈ, ਉਹਦੇ ਰੀਜ਼ਨ ਦਿੰਦੇ ਹੋਏ ਐਕਸਪਲੇਨ ਕੀਤਾ ਜਾਣਾ ਚਾਹੀਦਾ ਸਾਰਾ ਕੁਛ। ਤੇ ਇਸੇ ਤਰੀਕੇ ਜਿਹੜੀ ਵਿਟਨੈਸਸ ਹੁੰਦੇ ਨੇ, ਵਿਟਨੈਸ ਨੂੰ ਜਿਹੜਾ ਹੈਗਾ ਖਰਚਾ ਵਗੈਰਾ ਵੀ ਹੈਗਾ ਉਹ ਵੀ ਦਿੱਤਾ ਜਾ ਸਕਦਾ ਹੈ, ਕੰਸਰਨਡ ਪਾਰਟੀ ਤੋਂ ਖਰਚਾ ਭਰਵਾਇਆ ਜਾ ਸਕਦਾ ਹੈ। ਤੇ ਉਹਦੀ ਫਿਰ ਜਿਹੜਾ ਖਰਚੇ ਤੋਂ ਬਾਅਦ ਕੀ ਹੁੰਦਾ ਹੈ, ਜਿਹੜੀ ਕੋਰਟ ਦੇ ਵਿੱਚ ਰੈਵਨਿਊ ਆਫੀਸਰ ਦੇ ਵਿੱਚ ਵੱਲੋਂ ਜਿਹੜੀ ਕੋਈ ਕਾਸਟ ਫਿਕਸ ਕੀਤੀ ਜਾਂਦੀ ਹੈ, ਉਸ ਕਾਸਟ ਦਾ ਵੀ ਜਿਹੜਾ ਹੈਗਾ ਪੋਰਸ਼ਨ ਹੈ ਵੀ ਕਿੰਨੇ % ਪਾਰਟੀ ਨੇ ਦੇਣਾ ਜਾਂ ਇੱਕ ਪਾਰਟੀ ਨੇ ਸਾਰਾ ਦੇਣਾ ਹੈ। ਜਿਹੜੀ ਕਾਸਟ ਹੈਗੀ ਹੈ ਜਾਂ ਦੋ ਪਾਰਟੀਆਂ ਨੇ ਦੇਣੀ ਹੈ, 50-50 ਦੇਣੀ ਹੈ ਜਾਂ 60-40 ਦੇਣੀ ਹੈ, ਇੱਦਾਂ ਦਾ ਜਿਹੜਾ ਆਰਡਰ ਹੈ ਉਹ ਵੀ ਕੀਤਾ ਜਾਏਗਾ।
ਦੈਨ ਫਿਰ ਇਹ ਵੀ ਹੈਗਾ ਨਾਲ, ਜਦੋਂ ਕੋਈ ਆਰਡਰ ਹੈ ਐਜੈਕਟਮੈਂਟ ਦਾ ਆਰਡਰ ਰੈਵਨਿਊ ਆਫਿਸਰ ਵੱਲੋਂ ਕੀਤਾ ਜਾਂਦਾ ਹੈ, ਦੈਨ ਉਹਦੇ ਵਿੱਚ ਲਿਖਿਆ ਜਾਂਦਾ ਵੀ ਜਿਹੜੀ ਕਬਜ਼ੇ ਦੀ ਕਾਰਵਾਈ ਹੈ ਵਗੈਰਾ ਹੈਗੀ ਹੈ ਇਹ ਕਦੋਂ ਤੁਸੀਂ ਕੀਤੀ ਜਾਣੀ ਹੈ। ਠੀਕ ਹੈ, ਐਦਾਂ ਦੀ ਪ੍ਰੋਸੀਜਰ ਹੈਗਾ ਜਿਹੜੇ ਰੈਵਨਿਊ ਆਫਿਸਰ ਵੱਲੋਂ ਅਡਾਪਟ ਕੀਤੇ ਜਾਂਦੇ ਨੇ ਜਦੋਂ ਉਹ ਰੈਵਨਿਊ ਆਫਿਸਰ ਨੇ ਆਪਦੇ ਕੰਮ ਕਰਨਾ ਹੈ। ਇਹ ਹੈਗਾ ਤੁਹਾਡਾ ਰੂਲ ਨੰਬਰ 2। ਦੈਨ ਹੈਗਾ ਰੂਲ ਨੰਬਰ 3। ਰੂਲ ਨੰਬਰ 3 ਕੀ ਹੈ, ਮੈਮੋਰੰਡਾ ਇੰਗਲਿਸ਼ ਟ੍ਰਾਂਸਲੇਸ਼ਨ। ਜੇ ਹੁਣ ਮੰਨ ਲਓ ਕਿਸੇ ਰੈਵਨਿਊ ਆਫਿਸਰ ਨੂੰ ਪੰਜਾਬੀ ਜਾਂ ਹਿੰਦੀ ਨਹੀਂ ਆਉਂਦੀ ਸੀਗੀ, ਉਹਨੇ ਆਪਦਾ ਜਿਹੜਾ ਆਰਡਰ ਹੈਗਾ ਮੈਮੋਰੰਡਮ ਆਫ ਆਰਡਰਸ, ਜਿਹੜਾ ਆਰਡਰ ਹੈ ਉਹ ਇੰਗਲਿਸ਼ ਤਿਆਰ ਕਰ ਦਿੱਤਾ, ਬਣਾਤਾ, ਜਜਮੈਂਟ ਲਿਖਾਤੀ ਇੰਗਲਿਸ਼ ਦੇ ਵਿੱਚ, ਤਾਂ ਕੀ ਹੋਏਗਾ ਉਹਦੀ ਜਿਹੜੀ ਕਾਪੀ ਆ ਆਰਡਰ ਦੀ ਉਹ ਕੰਸਰਨਡ ਜਿਹੜਾ ਏਰੀਆ ਹੈਗਾ ਉਸ ਏਰੀਆ ਦੀ ਜਿਹੜੀ ਲੈਂਗੁਏਜ ਹੈਗੀ ਆ ਉਸ ਲੈਂਗੁਏਜ ਦੇ ਵਿੱਚ ਵੀ ਟ੍ਰਾਂਸਲੇਸ਼ਨ ਕਰਕੇ ਜਿਹੜੀ ਹੈਗੀ ਨਾਲ ਲਗਾਈ ਜਾਏਗੀ। ਠੀਕ ਹੈ ਜੀ। ਦੈਨ ਆ ਜਾਂਦਾ ਰੂਲ ਨੰਬਰ 4, ਪ੍ਰੋਸੀਜਰ ਆਫ ਦਾ ਰੈਵਨਿਊ ਕੋਡਸ ਇਨ ਜਨਰਲ। ਪਹਿਲਾਂ ਆਪਾਂ ਰੈਵਨਿਊ ਆਫਿਸਰ ਦੀ ਗੱਲ ਕਰ ਰਹੇ ਸੀਗੇ, ਹੁਣ ਆਪਾਂ ਗੱਲ ਕਰ ਰਹੇ ਹਾਂ ਪ੍ਰੋਸੀਜਰ ਦਾ ਰੈਵਨਿਊ ਕੋਡ 'ਚ ਕੀ ਪ੍ਰੋਸੀਜਰ ਅਡਾਪਟ ਹੁੰਦਾ ਹੈਗਾ। ਜਨਰਲੀ ਜਿਹੜਾ ਪ੍ਰੋਸੀਜਰ ਅਡਾਪਟ ਹੁੰਦਾ ਹੈ ਸਾਡੇ ਰੈਵਨਿਊ ਕੋਡਾਂ ਵਿੱਚ, ਜਿਵੇਂ ਸੀਪੀਸੀ ਹੈਗੀ ਹੈ, ਸੀਪੀਸੀ ਦੇ ਪ੍ਰੋਸੀਜਰ ਅਡਾਪਟ ਕੀਤੇ ਜਾਂਦੇ ਨੇ। ਜਿੱਥੇ ਸਾਡੇ ਪ੍ਰੋਸੀਜਰ ਨਹੀਂ ਕਿਤੇ ਲਿਖੇ ਹੋਏ ਹੁੰਦੇ ਤਾਂ ਸੀਪੀਸੀ ਦੇ ਪ੍ਰੋਸੀਜਰ ਅਡਾਪਟ ਕੀਤੇ ਜਾਂਦੇ ਨੇ, ਜਾਂ ਫਿਰ ਹਾਈ ਕੋਰਟ ਦੇ ਜਿਹੜੇ ਆਰਡਰਸ ਐਂਡ ਰੂਲਸ ਨੇ ਜਦੋਂ ਅਸੀਂ ਕਾਰਵਾਈ ਕਰਦੇ ਹਾਂ। ਜਿਵੇਂ ਦੇਖੋ ਵਾਰੰਟ ਦੀ ਕਾਰਵਾਈ ਤੁਸੀਂ ਪੜ੍ਹਿਆ ਸੀਗਾ, ਪਿੱਛੇ ਮੈਂ ਲੈਕਚਰ ਲਿਆ ਸੀਗਾ, ਸ਼ਾਇਦ ਤੁਸੀਂ ਵੀ ਪੜ੍ਹਿਆ ਹੋ ਜਦੋਂ ਤੁਸੀਂ ਰਿਫਰੈਸ਼ਰ ਕੋਰਸ ਕੀਤਾ ਹੋਏਗਾ। ਠੀਕ ਹੈ, ਤੁਸੀਂ ਸਟੈਂਡਿੰਗ ਆਰਡਰ ਦਾ ਸੈਕਸ਼ਨ 64 ਪੜ੍ਹਿਆ ਹੋਏਗਾ, ਆਰਡਰ 64 ਪੜ੍ਹਿਆ ਹੋਏਗਾ। ਉਹਦੇ ਵਿੱਚ ਕੀ ਸੀਗਾ, ਡਿਟੇਲ ਦਿੱਤਾ ਗਿਆ ਸੀਗਾ ਵੀ ਤੁਸੀਂ 64 ਦੇ ਵਿੱਚ ਜਿਹੜੀ ਕਬਜ਼ਾ ਕਾਰਵਾਈ ਜਿਹੜੀ ਹੈਗੀ ਹੈ ਉਹ ਤੁਸੀਂ ਕਿਹੜੇ ਆਰਡਰ ਦੇ ਤਹਿਤ ਕਰਨੀ ਹੈ, ਕਿਹੜੇ ਪ੍ਰੋਸੀਜਰ ਦੇ ਤਹਿਤ ਕਰਨੀ ਹੈ। ਉਹ ਸਪੈਸ਼ਲ ਲਿਖਿਆ ਹੋਇਆ ਸੀਗਾ ਵੀ ਤੁਸੀਂ ਸੀਪੀਸੀ ਜਿਹੜੀ ਹੈਗੀ ਹੈ, ਸੀਪੀਸੀ ਤੇ ਹਾਈ ਕੋਰਟ ਦੇ ਜਿਹੜੇ ਆਰਡਰਸ ਹੈ ਰੂਲਸ ਹੈਗੇ ਆ, ਠੀਕ ਹੈ, ਉਹਦੇ ਤਹਿਤ ਜਿਹੜੀ ਕਾਰਵਾਈ ਜਿਹੜੀ ਰੈਵਨਿਊ ਕੋਰਟਾਂ ਹੈਗੀਆਂ ਨੇ ਕਰਦੀਆਂ ਨੇ। ਸੀਪੀਸੀ ਦਾ ਪ੍ਰੋਸੀਜਰ ਫੋਲੋ ਕਰਨਾ ਹੁੰਦਾ ਹੈ। ਹਾਈ ਕੋਰਟ ਦਾ ਜਿਹੜਾ ਸੈਕਸ਼ਨ 88 ਦਾ 2 ਹੈਗਾ, ਹਾਈ ਕੋਰਟ ਦੇ ਆਰਡਰਸ ਐਂਡ ਰੂਲਸ ਬਣਾਏ ਹੋਏ ਹੈਗੇ ਨੇ। ਠੀਕ ਹੈ ਜੀ, ਉਹ ਅਸੀਂ ਫੋਲੋ ਕਰਦੇ ਹਾਂ। ਸੈਕਸ਼ਨ 64 ਦੇ ਚਾਹੁੰਦੇ ਨੇ, ਤੁਸੀਂ ਸਾਰਿਆਂ ਨੇ ਪੜ੍ਹੇ ਹੋਣਗੇ ਰਿਫਰੈਸ਼ਰ ਕੋਰਸ ਦੇ ਟਾਈਮ ਦੇ ਵਿੱਚ। ਠੀਕ ਹੈ ਜੀ। ਨੈਕਸਟ ਆ ਗਿਆ 4A। 4A 'ਚ ਕੀ ਹੈਗਾ ਜੀ, ਹਿਸਟਰੀ ਸ਼ੀਟ ਆਫ 1 year old ਕੇਸ। ਇਹਦੇ ਵਿੱਚ ਕੀ ਹੈਗਾ ਵੀ ਜਿਹੜੀ ਤੁਹਾਡੇ ਕੋਲੇ ਕੋਈ ਪੁਰਾਣੇ ਕੇਸ ਚੱਲਦੇ ਹੁੰਦੇ ਨੇ ਰੈਵਨਿਊ ਕੋਰਟਾਂ ਦੇ ਵਿੱਚ, 1 ਸਾਲ ਤੋਂ ਵੱਧ ਪੁਰਾਣੇ ਜਿਹੜੇ ਕੇਸ ਹੋ ਜਾਂਦੇ ਨੇ, ਜੋ ਉਹਦੀ ਹਿਸਟਰੀ ਸ਼ੀਟ ਹੈਗੀ ਹੈ ਉਹ ਬਣਾ ਕੇ ਤੁਸੀਂ ਕੀ ਹੈ ਫਾਈਨੈਂਸ਼ੀਅਲ ਕਮਿਸ਼ਨ ਨੂੰ ਭੇਜਣੀ ਹੁੰਦੀ ਹੈ ਥਰੂ ਕਮਿਸ਼ਨਰ। ਹਾਈ ਕੋਰਟ ਦੇ ਰੂਲਾਂ ਵਿੱਚ ਦਰਸਾਇਆ ਗਿਆ ਹੈ, ਹਾਈ ਕੋਰਟ ਦੇ ਰੂਲਾਂ ਵਿੱਚ ਦਰਸਾਇਆ ਗਿਆ ਹੈਗਾ ਵੀ ਜਦੋਂ ਕਿ ਤੁਹਾਡੇ ਕੋਲੇ ਜਦੋਂ ਐਗਜ਼ੀਕਿਊਸ਼ਨ ਦੇ ਲਈ ਕੋਈ ਵਾਰੰਟ ਆਉਂਦੇ ਨੇ ਰੈਵਨਿਊ ਕੋਰਟਾਂ ਦੇ ਵਿੱਚ, ਸਿਵਲ ਕੋਰਟਾਂ ਵੱਲੋਂ ਭੇਜੇ ਜਾਂਦੇ ਨੇ। ਠੀਕ ਹੈ, ਉਹ ਵਾਰੰਟ ਦੀ ਜਿਹੜੀ ਐਗਜ਼ੀਕਿਊਸ਼ਨ ਕਰਨੀ ਹੈਗੀ ਹੈ, ਜਦੋਂ ਕੋਈ ਐਗਜ਼ੀਕਿਊਸ਼ਨ ਡਿਲੇ ਹੋ ਜਾਂਦੀ ਹੈ, 1 ਸਾਲ ਤੋਂ ਵੱਧ ਪੈਂਡਿੰਗ ਹੋ ਜਾਂਦੀ ਹੈ, ਤਾਂ ਉਹਦੀ ਜਿਹੜੀ ਸਾਰੇ ਦੀ ਜਿਹੜੀ ਡਿਟੇਲ ਬਣਾ ਕੇ ਜਿਹੜੀ ਹੈਗੀ ਹੈ ਹਿਸਟਰੀ ਸ਼ੀਟ ਇਹਨੂੰ ਕਿਹਾ ਗਿਆ ਇਹਦੇ ਵਿੱਚ 4A ਦੇ ਵਿੱਚ, ਉਹ ਰੈਵਨਿਊ ਆਫਿਸਰ ਵੱਲੋਂ ਸਾਰਿਆਂ ਵੱਲੋਂ ਥਰੂ ਕਮਿਸ਼ਨਰ ਐਫਸੀ ਨੂੰ ਭੇਜੀ ਜਾਂਦੀ ਹੈ। ਜਿਹੜੇ 1 ਸਾਲ ਤੋਂ ਵੱਧ ਪੁਰਾਣੇ ਕੇਸ ਨੇ, ਰੀਜਨ ਦੱਸਦੇ ਹੋਏ ਵੀ ਇਹ ਕੇਸ ਪੁਰਾਣਾ ਇੰਨੀ ਦੇਰ ਕਿਉਂ ਹੈ, ਇਹ ਇੰਪਲੀਮੈਂਟ ਕਿਉਂ ਨਹੀਂ ਹੋ ਰਿਹਾ, ਇਹਦੀ ਐਗਜ਼ੀਕਿਊਸ਼ਨ ਕਿਉਂ ਨਹੀਂ ਹੋ ਰਹੀ, ਕੀ ਰੀਜ਼ਨ ਹੈਗਾ। ਮੇ ਵੀ ਕਿਸੇ ਕੋਰਟ ਵੱਲੋਂ ਸਟੇ ਕੀਤੀ ਗਈ ਹੋਵੇ ਜਾਂ ਕੋਈ ਕੰਪਨਸੇਸ਼ਨ ਦਾ ਰੌਲਾ ਹੋਵੇ। ਠੀਕ ਹੈ, ਇਹ ਹੈਗਾ ਸੀ ਸੈਕਸ਼ਨ A। ਸਟੈਂਡਿੰਗ ਆਰਡਰ ਨੰਬਰ 3 ਦਾ ਸੈਕਸ਼ਨ A ਸੀਗਾ ਜਿਹੜਾ ਉੱਪਰ ਅਸੀਂ ਪੜ੍ਹ ਚੁੱਕੇ ਹਾਂ। ਸੈਕਸ਼ਨ ਆਰਡਰ ਨੰਬਰ ਰੂਲ ਨੰਬਰ 1 ਤੋਂ ਲੈ ਕੇ ਰੂਲ ਨੰਬਰ 4A ਤੱਕ। ਹੁਣ ਅਸੀਂ ਸਟਾਰਟ ਕਰਾਂਗੇ ਇਹਦਾ ਸੈਕਸ਼ਨ ਨੰਬਰ B। ਸੈਕਸ਼ਨ ਨੰਬਰ B 'ਚ ਕੀ ਹੈ, ਰਿਸੈਪਸ਼ਨ ਆਫ ਦਾ ਪਲੇਂਟ ਐਂਡ ਐਪਲੀਕੇਸ਼ਨਸ। ਰਿਸੈਪਸ਼ਨ ਆਫ ਪਲੇਂਟਸ ਐਂਡ ਐਪਲੀਕੇਸ਼ਨਸ, ਜਦੋਂ ਰੈਵਨਿਊ ਕੋਰਟਾਂ ਦੇ ਵਿੱਚ ਪਲੇਂਟਸ ਆਉਂਦੀਆਂ ਨੇ, ਐਪਲੀਕੇਸ਼ਨ ਆਉਂਦੀਆਂ ਨੇ, ਤਾਂ ਉਹਨੂੰ ਕਿਵੇਂ ਫਾਈਲ ਹੁੰਦੀਆਂ ਨੇ ਰੈਵਨਿਊ ਕੋਰਟ 'ਚ, ਕੀ ਕੀ ਦੇਖਣਾ ਹੁੰਦਾ ਹੈਗਾ। ਠੀਕ ਹੈ, ਰੂਲ ਨੰਬਰ 5 ਕੀ ਕਹਿੰਦਾ ਜੀ, ਰੂਲ ਨੰਬਰ 5 ਦੇ ਵਿੱਚ ਹੈਗਾ ਟਾਈਮ ਐਂਡ ਆਵਰ ਆਫ ਦਾ ਪ੍ਰੈਜੈਂਟੇਸ਼ਨ। ਕਿਸ ਸਮੇਂ ਤੇ ਕਿਹੜੇ ਟਾਈਮ ਦੇ ਵਿੱਚ ਜਿਹੜੀ ਐਪਲੀਕੇਸ਼ਨ ਹੈ ਜਾਂ ਸੂਟ ਹੈਗਾ ਕਿਸੇ ਵੱਲੋਂ ਫਾਈਲ ਕੀਤਾ ਜਾਂਦਾ ਹੈ ਰੈਵਨਿਊ ਕੋਰਟ ਦੇ ਵਿੱਚ। ਇਹ ਦੇਖੋ ਇਹਦੇ ਵਿੱਚ ਕੋਈ ਟਾਈਮ ਲਿਮਿਟ ਨਹੀਂ ਹੈਗਾ, ਇਹਦੇ ਵਿੱਚ ਲਿਖਿਆ ਗਿਆ ਸਿਰਫ ਇਸ ਜਿਹੜਾ 5 ਨੰਬਰ ਆਰਡਰ ਰੂਲ ਹੈਗਾ ਲਿਖਿਆ ਗਿਆ ਵੀ ਐਵਰੀ ਡੇ, ਛੁੱਟੀ ਨੂੰ ਛੱਡ ਕੇ। ਠੀਕ ਹੈ, ਕਿਸੇ ਟਾਈਮ ਕੋਈ ਵੀ ਵਿਅਕਤੀ ਆਪਣੀ ਐਪਲੀਕੇਸ਼ਨ ਹੈ ਜਿਹੜੀ ਫਾਈਲ ਕਰ ਸਕਦਾ ਹੈ। ਠੀਕ ਹੈ, ਦੈਨ ਹੈਗਾ 6 ਨੰਬਰ, ਰੂਲ ਨੰਬਰ 6। ਜਿਹੜੀ ਮੇਰੇ ਕੋਲ ਕਿਤਾਬ ਹੈ ਜੋ ਸਟੈਂਡਰਡ ਆਰਡਰ ਨੰਬਰ 3 B ਲਿਖੀ ਗਈ ਅੱਗੇ 1 ਤੋਂ 4 ਤੱਕ ਨਹੀਂ, 5 ਤੱਕ ਨਹੀਂ।
ਵਿੱਚ 5 ਲਿਖਾਂਗੇ ਜਾਂ ਇੱਕ ਆਰਡਰ ਨੰਬਰ 3B ਕਰਕੇ ਇੱਕ ਲਿਖ ਦਈਏ? ਦੁਬਾਰਾ ਬੋਲੋ ਕੀ ਕਹਿ ਰਹੇ ਹੋ? ਸਰ ਜਿਹੜੀ ਸਾਡੇ ਕੋਲ ਕਿਤਾਬ ਹੈ ਸਟੈਂਡਰਡ ਆਰਡਰ ਨੰਬਰ 3B, ਉਸ ਤੋਂ ਅੱਗੇ ਪਾਰਟ ਚੱਲਦੇ ਨੇ 1 2 3 4 5। स्टैंडिंग ऑर्डर नंबर 5 ਬੋਲ ਰਹੇ ਨੇ ਇਹਨੂੰ 3B नहीं है, ये सेक्शन 3 सेक्शन B है। ਸਰ ਸਾਡੇ ਕੋਲ ਸਟੈਂਡਰਡ ਆਰਡਰ ਨੰਬਰ 3B ਇਸ ਤਰ੍ਹਾਂ ਲਿਖੇ की लिखा है ਸਰ ਸੈਕਸ਼ਨ B। ਸਰ ਸੈਕਸ਼ਨ B ਦੇ 5 ਪਹਿਰੇ ਨੇ। हाँ ਆਪਾਂ ਪਹਿਲਾਂ ਜਿਹੜਾ ਪੜਿਆ ਹੈ ਉੱਪਰ ਜਿਹੜੇ 4 ਪਹਿਰੇ ਪੜੇ ਆਪਾਂ ਨੇ 4A ਤੱਕ ਜਿਹੜੇ ਪੜੇ ਹੈ ਉਹ ਹੈਗੇ ਸੈਕਸ਼ਨ A ਦੇ। ਹਾਂਜੀ ਸਰ ਉਹ ਕਹਿੰਦੇ ਉਸ ਤੋਂ ਅੱਗੇ 5 ਨੰਬਰ ਸ਼ੁਰੂ ਹੋ ਜਾਏਗਾ, ਸੈਕਸ਼ਨ B ਦਾ 1 ਨੰਬਰ ਸ਼ੁਰੂ ਹੋਊਗਾ। 5 ਨੰਬਰ ਸ਼ੁਰੂ ਹੋਏਗਾ ਜੀ। ਇਹ ਤੁਹਾਡੀਆਂ ਕਿਤਾਬਾਂ ਸਰ ਲੇਟੈਸਟ ਹੈਗਾ ਸੈਕਸ਼ਨ B ਰਿਸੈਪਸ਼ਨ ਆਫ ਪਲੇਨਸ ਐਂਡ ਐਪਲੀਕੇਸ਼ਨਸ, ਉਹਦਾ ਅੱਗੇ ਪਹਿਲਾ ਨੰਬਰ 1 ਹੈ ਜੀ। 1 ਨਹੀਂ ਯਾਰ ਮੰਨਦਾ, ਇਹ ਜਿਹੜੇ ਪਹਿਰੇ ਨੇ ਪਤਾ ਕੀ ਹੈ, ਇਹ ਟਾਈਪ ਤੁਸੀਂ ਕਿਤੇ ਉਹ ਲਿਆ ਹੈਗਾ ਆਪਣਾ ਪ੍ਰਿੰਟ ਲਿਆ ਕਿ ਪ੍ਰਿੰਟ ਜਾਂ ਬੁੱਕ ਹੈ? ਇਹਨੇ ਪ੍ਰਿੰਟ ਕੱਢਿਆ ਜੀ ਲੇਟਰ। ਇਹ ਪ੍ਰਿੰਟ ਦੇ ਵਿੱਚ ਨਾ ਟਾਈਪ ਕਰਨ ਵਾਲੇ ਨੇ ਗਲਤੀ ਕੀਤੀ ਵੀ ਹੈ। ਅੱਛਾ ਹਾਂ ਇਹ ਟਾਈਪ ਕਰਨ ਵਾਲੇ ਗਲਤੀ ਕੀਤੀ ਵੀ ਹੈ। ਇਹ ਮੈਂ ਵੀ ਦੇਖਿਆ ਸੀ ਕੋਈ ਪ੍ਰਿੰਟ, ਉਹਦੇ ਵਿੱਚ ਵੀ ਇਦਾਂ 1 ਲਿਖਿਆ ਸੀ। 1 ਨਹੀਂ ਹੈ, ਇਹ ਹੈਗਾ 5। ਇਹ ਰੈਗੂਲਰ ਚੱਲਦਾ ਹੈਗਾ ਪਹਿਰਾ। ਇਹ ਰੂਲ ਸੌਰੀ ਪਹਿਰੇ ਨਹੀਂ, ਇਹ ਰੂਲ ਨੰਬਰ ਰੈਗੂਲਰ ਚੱਲਦੇ ਹੈ। ਸਟੈਂਡਿੰਗ ਆਰਡਰ ਦੇ ਜਿਹੜੇ ਰੂਲ ਨੇ ਇਹ 1 2 3 ਅੱਗੇ ਇਹ ਰੈਗੂਲਰ ਚੱਲਣਗੇ। ਤੁਹਾਡੇ ਕੋਲ ਇੱਥੇ ਕੀ ਹੈਗਾ ਸੈਕਸ਼ਨ ਵਾਈਜ਼ ਇਹਨਾਂ ਨੇ 1 2 3 ਲਿਖ ਰੱਖਿਆ ਹੈਗਾ, ਉਹ ਗਲਤ ਹੈਗਾ। ਉਹਦੇ 'ਚ ਫਿਰ ਆਪਾਂ ਨੂੰ ਮਿਸਟੇਕ ਹੋ ਜਾਏਗੀ ਪੇਪਰ ਜਦੋਂ ਤੁਸੀਂ ਆਨਸਰ ਦਿਓਗੇ। ਠੀਕ ਹੈ, ਇਹਨਾਂ ਨੂੰ ਜਿਵੇਂ ਮੈਂ ਪੜ੍ਹਾ ਰਿਹਾ ਠੀਕ ਕਰ ਲਓ, ਜਿਵੇਂ ਪੜ੍ਹਾ ਰਿਹਾ ਨਾ ਤੁਸੀਂ ਉਸ ਤਰ੍ਹਾਂ ਠੀਕ ਕਰ ਲਓ ਉਸਨੂੰ। ਜਿਵੇਂ ਹੁਣ ਮੈਂ 5 ਨੰਬਰ ਪੜ੍ਹਾ ਰਿਹਾ, ਮੈਂ ਹੁਣ 5 ਨੰਬਰ ਪੜ੍ਹਾ ਰਿਹਾ, ਸੈਕਸ਼ਨ B ਸਟਾਰਟ ਕੀਤੀ ਹੈ। ਠੀਕ ਹੈ, ਇਹ ਜਿਹੜਾ ਰੂਲ ਹੈਗਾ ਇਹ 5 ਨੰਬਰ ਹੈ। ਇਹਨੂੰ ਤੁਸੀਂ ਇਹ 1 ਲਿਖਿਆ ਹੋਇਆ ਤੁਸੀਂ ਇਹਨੂੰ 5 ਕਰ ਲਓ, ਗੋਲ ਚੱਕਰ ਲਗਾ ਕੇ ਪੈਨਸਲ ਦੇ ਨਾਲ 5 ਕਰ ਲਓ। ਠੀਕ ਹੈ ਜੀ, ਇਹ ਹੈ ਟਾਈਮ ਐਂਡ ਆਵਰ ਆਫ ਦਾ ਪ੍ਰੈਜੈਂਟੇਸ਼ਨ, ਵੀ ਕਿਹੜੇ ਸਮੇਂ ਦੇ ਵਿੱਚ ਕਦੋਂ ਐਪਲੀਕੇਸ਼ਨ ਕੋਈ ਦੇ ਸਕਦਾ ਹੈ ਰੈਵਨਿਊ ਕੋਡ ਦੇ ਵਿੱਚ। ਇਹ ਦੇਖਿਆ ਵੀ ਐਵਰੀ ਡੇ ਕਦੋਂ ਵੀ ਦੇ ਸਕਦਾ ਹੈ, ਛੁੱਟੀ ਵਾਲੇ ਦਿਨ ਛੱਡ ਕੇ। ਠੀਕ ਹੈ, ਅੱਗੇ 6 ਨੰਬਰ ਹਾਊ ਫਾਈਲਡ, ਜਿਹਦੀ ਐਪਲੀਕੇਸ਼ਨ ਹੈ ਕਿਵੇਂ ਫਾਈਲ ਕੀਤੀ ਜਾਂਦੀ ਹੈ। ਠੀਕ ਹੈ ਜੀ, ਤੁਹਾਡੇ ਕੋਲ 2 ਹੈਗਾ, ਮੈਂ 6 ਪੜ੍ਹ ਰਿਹਾ, ਇੱਕੋ ਚੀਜ਼ ਹੈ। ਠੀਕ ਹੈ, ਹਾਊ ਫਾਈਲਡ ਕਿਵੇਂ ਫਾਈਲ ਕੀਤੀ ਜਾਂਦੀ ਹੈ। ਦੇਖੋ ਜਦੋਂ ਪਾਰਟੀ ਖੁਦ ਲੈ ਕੇ ਆਏਗੀ ਐਪਲੀਕੇਸ਼ਨ, ਜਾਂ ਉਹਦਾ ਕੋਈ ਅਥੋਰਾਈਜ਼ਡ ਏਜੰਟ ਹੋਏਗਾ ਉਹ ਲੈ ਕੇ ਆਏਗਾ, ਜਾਂ ਫਿਰ ਕੋਈ ਲੀਗਲ ਜਿਹਨੂੰ ਅਥਾਰਟੀ ਦਿੱਤੀ ਹੀ ਹੁੰਦੀ ਹੈ ਵਕੀਲ ਹੈ ਉਹ ਜਾ ਕੇ ਅਰਜ਼ੀ ਦਿੰਦਾ। ਜਿਵੇਂ ਰੂਟੀਨ 'ਚ ਆਪਾਂ ਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ, ਕੋਈ ਜ਼ਿਆਦਾ ਲੰਬਾ ਚੌੜਾ ਇਹਦੇ ਟਾਈਮ ਵੇਸਟ ਕਰਨ ਦੀ ਗੱਲ ਨਹੀਂ ਹੈਗੀ। ਠੀਕ ਹੈ, 2-3 ਤਰੀਕੇ ਹੈਗੇ ਆ, ਜਾਂ ਖੁਦ ਆ ਕੇ ਬੰਦਾ ਐਪਲੀਕੇਸ਼ਨ ਦਿੰਦਾ ਜਾਂ ਉਹਦਾ ਕੋਈ ਅਥੋਰਾਈਜ਼ਡ ਏਜੰਟ ਹੁੰਦਾ। ਠੀਕ ਹੈ, ਉਹਦੇ ਵੱਲੋਂ ਅਥਾਰਟੀ ਲੈਟਰ ਦੇ ਕੇ ਕਿਸੇ ਨੂੰ ਭੇਜਿਆ ਜਾਂਦਾ, ਜਾਂ ਉਹਦਾ ਕੋਈ ਲੀਗਲ ਪ੍ਰੈਕਟੀਸ਼ਨਰ ਕੋਈ ਵਕੀਲ ਵਗੈਰਾ ਹੈਗਾ ਉਹ ਵੀ ਐਪਲੀਕੇਸ਼ਨ ਜਾ ਕੇ ਦੇ ਸਕਦਾ ਹੈਗਾ। ਫਿਰ ਆਪਾਂ ਪੜਾਂਗੇ ਜੀ ਰੂਲ ਨੰਬਰ 7 ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ। ਸਭ ਤੋਂ ਪਹਿਲਾਂ ਜਿਹੜਾ ਰੈਵਨਿਊ ਆਫੀਸਰ ਹੈਗਾ ਜਾਂ ਰੀਡਰ ਹੈਗਾ ਰੈਵਨਿਊ ਆਫੀਸਰ ਦਾ, ਉਹਨੇ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਉਹਨੂੰ ਕਿਵੇਂ ਦੇਖਣਾ ਹੈ, ਅਰਜੀ ਨੂੰ ਕੀ ਦੇਖਣਾ ਹੈ। ਠੀਕ ਹੈ, ਵੀ ਕੀ ਪ੍ਰੋਵੀਜ਼ਨ ਜਿਹੜੀਆਂ ਲਾਅ ਦੀਆਂ ਪ੍ਰੋਵੀਜ਼ਨ ਨੇ ਅਡਾਪਟ ਕੀਤੀਆਂ ਗਈਆਂ ਨੇ, ਡੇਟ ਆਫ ਪ੍ਰੈਜੈਂਟੇਸ਼ਨ ਤਰੀਕ ਪਾਈ ਵੀ ਹੈ, ਬੰਦਾ ਕੌਣ ਲੈ ਕੇ ਆਇਆ ਉੱਥੇ ਨੋਟ ਕਰਨਾ ਹੈ ਰੈਵਨਿਊ ਆਫੀਸਰ ਨੇ, ਵੀ ਖੁਦ ਲੈ ਕੇ ਆਇਆ ਐਪਲੀਕੇਸ਼ਨ ਜਾਂ ਛੋਟੀ ਜਿਹੀ ਨੋਟਿੰਗ। ਜਦੋਂ ਕੋਈ ਬੰਦਾ ਐਪਲੀਕੇਸ਼ਨ ਦਿੰਦਾ ਹੈ ਨਾ, 2 ਲਾਈਨਾਂ ਦੀ ਜਿਹੜੀ ਨੋਟਿੰਗ ਹੁੰਦੀ ਹੈ ਉਹ ਰੈਵਨਿਊ ਆਫੀਸਰ ਵੱਲੋਂ ਖੁਦ ਹੀ ਲਗਾਈ ਜਾਂਦੀ ਹੈ ਉਸੇ ਵੇਲੇ। ਜਿਵੇਂ ਤੁਸੀਂ ਦੇਖੋਗੇ ਜਦੋਂ ਤੁਸੀਂ ਵਰਕ ਕਰਨਾ ਹੈਗਾ ਐਜ ਰੈਵਨਿਊ ਕੋਡ ਕੰਮ ਕਰਨਾ ਹੈਗਾ, ਜਦੋਂ ਤੁਹਾਡੇ ਕੋਲ ਐਪਲੀਕੇਸ਼ਨ ਲੈ ਕੇ ਆਇਆ ਨਿਸ਼ਾਨਦੇਹੀ ਦੀ, ਜਾਂ ਐਪਲੀਕੇਸ਼ਨ ਲੈ ਕੇ ਆਇਆ ਤੁਹਾਡੇ ਕੋਲ ਤਕਸੀਮ ਦਾ ਦਾਵਾ ਲੈ ਕੇ ਆਇਆ, ਤੁਸੀਂ ਤਕਸੀਮ ਦੇ ਦਾਅਵੇ ਤੇ ਕੀ ਲਿਖੋਗੇ ਸਭ ਤੋਂ ਪਹਿਲਾਂ, ਅੱਜ ਇਹ ਦਰਖਾਸਤ ਫਲਾਣਾ ਵਿਅਕਤੀ ਜਾਂ ਉਹਦਾ ਵਕੀਲ ਨੇ ਲੈ ਕੇ ਪੇਸ਼ ਕੀਤੀ, ਜਿਹੜੀ ਕਿ ਰੀਡਰ ਨੂੰ ਮਾਰਕ ਕਰੋਗੇ ਤੁਸੀਂ ਵੀ ਚੈੱਕ ਐਂਡ ਰਿਪੋਰਟ। ਠੀਕ ਹੈ, ਵੀ ਚੈੱਕ ਕਰੋ ਇਸ ਨੂੰ ਤੇ ਇਹਦੇ ਤੇ ਮੈਨੂੰ ਰਿਪੋਰਟ ਕਰੋ ਵੀ ਕੀ ਹੈ ਠੀਕ ਹੈ ਸਾਰੀ। ਜੇ ਤੁਹਾਨੂੰ ਕੋਈ ਲੱਗਦਾ ਇਹਦੇ ਤੇ ਦੇਖਦੇ ਸਾਰੇ ਤੁਹਾਨੂੰ ਕੋਈ ਲੱਗਦਾ ਇਹਦੇ ਤੇ ਕੋਈ ਗਲਤੀ ਹੈਗੀ ਹੈ ਤਾਂ ਤੁਸੀਂ ਉਸੇ ਵੇਲੇ ਕਹਿ ਸਕਦੇ ਹੋ। ਠੀਕ ਹੈ, ਇਹ 2 ਲਾਈਨਾਂ ਦੀ 1 ਲਾਈਨ 'ਚ ਜਾਂ 2 ਲਾਈਨ ਦੇ ਵਿੱਚ ਛੋਟਾ ਜਿਹਾ ਆਰਡਰ ਹੁੰਦਾ ਹੈਗਾ ਜਿਹੜਾ ਰੈਵਨਿਊ ਆਫੀਸਰ ਨੇ ਉਸ ਵੇਲੇ ਰੈਵਨਿਊ ਲਗਾਉਣਾ ਹੁੰਦਾ ਹੈ, ਲਿਖਣਾ ਹੁੰਦਾ ਹੈ, ਤੇ ਨਾਲ ਹੀ ਉਸਨੂੰ ਐਪਲੀਕੇਸ਼ਨ ਫੜਦੇ ਹੀ ਦੇਖ ਲੈਣੀ ਹੁੰਦੀ ਹੈ ਵੀ ਮੁੱਢ ਤੋਂ ਹੀ ਦਿਖ ਰਹੀ ਹੁੰਦੀ ਹੈ ਵੀ ਇਹ 'ਚ ਕੀ ਗਲਤੀ ਹੈ। ਜਿਵੇਂ ਕੋਰਟ ਫੀ ਨਹੀਂ ਲਗਾਈ ਵਾਲੇ ਨੇ, ਠੀਕ ਹੈ, ਕੌਣ ਲੈ ਕੇ ਆਇਆ, ਕੋਰਟ ਫੀ ਲਗਾਈ ਹੈ ਕਿ ਨਹੀਂ ਲਗਾਈ, ਐਸੇ ਜਿਹੜੇ ਪੁਆਇੰਟਸ ਹੁੰਦੇ ਨੇ ਉਹ ਜਿਹੜੇ ਹੈਗੇ ਨੇ ਉਹ ਦੇਖੇ ਜਾਣੇ ਹੁੰਦੇ ਨੇ ਸ਼ੁਰੂ ਦੇ ਵਿੱਚ ਹੀ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ, ਦੈਨ ਆ ਜਾਂਦਾ ਜੀ ਰੂਲ ਨੰਬਰ 8 ਰਿਸਪੌਂਸਿਬਿਲਿਟੀ ਰਿਗਾਰਡਿੰਗ ਕੋਰਟ ਫੀ ਸਟੈਂਪ ਫੀ। ਹੁਣ ਕਿਸੇ ਅਰਜੀ ਦੇ ਉੱਪਰ
कोर्ट फी लगी ना लगी, ठीक है, स्टैंप्स लगियां ना लगियां, इत्थे किहदी जिम्मेवारी बन जाती है? इत्थे देखो जिहड़ा स्टाफ काम करता है रेवन्यू कोर्ट के अधीन रीडर, ठीक है, जिहड़ियां उपरलियां कोर्टां होंदियां ने, जिवें FC की कोर्ट है, FCR ने थोड़ा देखना ये चीज़ां, उत्थे सुपरडेंट ग्रेड 3, ठीक है, कमिश्नर की कोर्ट है उस सुपरडेंट ग्रेड 3 की जिम्मेवारी बन जाती है, DC की कोर्ट के रीडर की जिम्मेवारी बन जाती है, फिर प्रिजाइडिंग ऑफिसर की खुद की जिम्मेवारी बन जाती है, ठीक है। पंजाब स्टैंप लॉस एक डेफिनेशन एक्ट बनया हुआ है, पंजाब स्टैंप लॉस डेफिनेशन एक्ट 1935, जो तुम स्टैंप एक्ट पढ़ोगे, ठीक है, स्टैंप एक्ट के तुहानूं आएगा जिहड़ा डेफिनेशन एक्ट बनया हुआ है, जो स्टैंप की कोई चोरी होंदी है, कोई ठगी होंदी है, कोई खराब होंदे ने स्टैंप, तो उन्होंने कौन डील करता है, किहड़े रूल किहड़ा लॉ डील करता हैगा, वो हैगा पंजाब स्टैंप लॉस एंड डेफिनेशन रूल्स 1935 बने हुए हैगे आ, उन्होंने तहत फिर कार्रवाइयां जिहड़ियां होंदियां ने, जो स्टैंप खराब हो जाते हैं, चोरी हो जाते हैं, ठीक है जी, सड़ जाते हैं, अग लग जाती है, फिर वो तहत जिहड़ा हैगा ये सारियां जिम्मेवारियां फिक्स हुई होंदियां ने भी किने ये जिहड़े हैगे ने, प्रिजाइडिंग ऑफिसर की खुद की जिम्मेवारी भी हैगी है भी वो देखे भी प्रॉपर स्टैंप वाले ने लाई है जिन्हें दावा पाया हैगा। देन आ जाता रूल नंबर 9, रूल नंबर 9 च की है सर जी? सर ਜਿਹੜਾ 8 ਦੇ ਵਿੱਚ ਨਾ ਦੋ ਲਫ਼ਜ਼ ਆ, ਚੈਪਟਰ 4 ਐਂਡ 5 ਸ਼ੁੱਡ ਬੀ ਆਬਜ਼ਰਵਡ 2 ਅੱਖਰ ਹੋਗੇ ਮਤਾਤਿਸ ਇਹਦਾ ਕੀ ਮਤਲਬ ਹੈ? ਕੀ ਕਹ ਰਹੇ ਹੋ? ਇਹਦੇ ਸਰ ਜਿਹੜਾ 8 ਨੰਬਰ ਹੈ ਨਾ ਜੀ, ਇਹਦੇ ਵਿੱਚ ਸ਼ੁੱਡ ਬੀ ਆਬਜ਼ਰਵਡ ਮਤਾਤਿਸ, ਇਹਦਾ ਦਾ ਕੀ ਮਤਲਬ ਹੈ? ਮਤਾਤਿਸ਼ ਜਿਵੇਂ ਦਰਸਾਇਆ ਗਿਆ ਹੈ, ਮਤਾਤਿਸ਼ ਪੰਜਾਬੀ ਦਾ ਸ਼ਬਦ ਹੈਗਾ, ਇੰਗਲਿਸ਼ ਕੀ ਲਿਖਿਆ ਹੋਇਆ ਹੈ? ਪੰਜਾਬੀ ਦੀ ਬੁੱਕ ਮੇਰੇ ਕੋਲ ਤਾਂ ਹੈ ਨਹੀਂ ਗੀ, ਤਾਂ ਇਹ ਤਾਂ ਕਹਿ ਵੀ ਜਿਵੇਂ ਵੀ ਤੁਹਾਡੇ ਆਰਡਰ ਜਿਹੜੇ ਹੈਗੇ ਨੇ ਇਹ ਡੀਲ ਕਿਵੇਂ ਕਰੇਗਾ, ਜਿਵੇਂ ਤੁਹਾਡਾ ਜਿਹੜਾ ਰੂਲ ਹੈਗਾ 1935 ਦਾ ਪੰਜਾਬ ਸਟੈਂਪ ਲੌਸ ਐਂਡ ਡੈਫਲਾਕੇਸ਼ਨ ਜਿਹੜਾ ਰੂਲ ਹੈਗਾ, ਉਹਦੇ ਮੁਤਾਬਕ ਮਤਾਤਿਸ਼ ਵਰਡ ਇਹ ਜਿਹਾ ਯੂਜ਼ ਕਰਦਾ ਹੁੰਦਾ ਵੀ ਜਿਵੇਂ ਉਹਦੇ ਦਰਸਾਇਆ ਗਿਆ ਉਸੇ ਤਰੀਕੇ ਫੋਲੋ ਕੀਤਾ ਜਾਣਗੇ, ਉਸੇ ਤਰੀਕੇ ਜਿਹੜੀ ਸਟੈਂਪ ਡਿਊਟੀ ਹੈਗੀ ਹੈ ਵੀ ਲੱਗੀ ਹੈ ਪ੍ਰੋਪਰ, ਨਹੀਂ ਲੱਗੀ ਪ੍ਰੋਪਰ, ਠੀਕ ਹੈ, ਇਹ ਸਾਰਾ ਚੈੱਕ ਹੋਏਗਾ। ਜ਼ਿੰਮੇਵਾਰੀ ਬਣ ਜਾਂਦੀ ਹੈ ਪ੍ਰੈਜ਼ਾਈਡਿੰਗ ਆਫਿਸਰ ਦੀ, ਜਿੱਥੇ ਕਿਤੇ ਪ੍ਰੈਜ਼ਾਈਡਿੰਗ ਆਫਿਸਰ ਦੇ ਨਾਲ ਜੇ ਕਮਿਸ਼ਨਰ ਦਾ ਆਫਿਸ ਹੈ ਤਾਂ ਜਿਹੜਾ ਸੁਪਰਡੈਂਟ ਗ੍ਰੇਡ 3 ਹੈ ਉਹਦੀ ਜ਼ਿੰਮੇਵਾਰੀ ਦਿੱਤੀ ਗਈ ਹੈ, DC ਦੇ ਆਫਿਸ ਜਿਹੜੀ DC ਦੀ ਕੋਰਟ ਹੈ ਉੱਥੇ ਰੀਡਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਠੀਕ ਹੈ। ਆਪਾਂ ਰੈਵਨਿਊ ਕੋਰਟਾਂ ਹੁੰਦੀਆਂ ਨੇ, ਆਪਣੇ ਰੀਡਰ ਦੇਖਦੇ ਨੇ, ਸਾਡੀ ਜ਼ਿੰਮੇਵਾਰੀ ਵੀ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਈਏ, ਰੈਵਨਿਊ ਆਫਿਸਰ ਨੇ ਵੀ ਖੁਦ ਦੇਖਣਾ ਹੁੰਦਾ, ਪ੍ਰੈਜ਼ਾਈਡਿੰਗ ਆਫਿਸਰ ਨੇ ਵੀ ਖੁਦ ਦੇਖਣਾ ਹੁੰਦਾ, ਠੀਕ ਹੈ। ਇਹ ਜਿਹੜਾ ਮੁਤਾਤਿਸ਼ ਤੁਸੀਂ ਵਰਡ ਪੜ੍ਹ ਰਹੇ ਹੋ ਨਾ, ਇਹਦਾ ਮਤਲਬ ਇਹ ਹੈ ਵੀ ਜਿਹੜਾ ਐਕਟ ਬਣਿਆ ਹੋਇਆ ਹੈ 1935 ਐਕਟ ਬਣਿਆ ਹੋਇਆ ਹੈਗਾ ਲੌਸ ਆਫ ਸਟੈਂਪਸ, ਉਹਦੇ ਮੁਤਾਬਕ ਜੋ ਵੀ ਪ੍ਰੋਵੀਜ਼ਨਸ ਹੈਗੇ ਨੇ, ਜੋ ਵੀ ਰੂਲਸ ਹੈਗੇ ਨੇ ਉਹ ਫੋਲੋ ਕਰਨੇ ਹੁੰਦੇ ਆ, ਠੀਕ ਹੈ ਸਰ। ਹਾਂ, ਨੈਕਸਟ ਹੈਗਾ ਜੀ ਆਰਡਰ ਨੰਬਰ 9, ਆਰਡਰ ਨੰਬਰ 9 ਹੈ ਡਿਸਪੋਜ਼ਲ ਆਫ ਅਨਸਟੈਂਪਡ ਪਟੀਸ਼ਨਸ ਟੂ ਫਾਈਨੈਂਸ਼ੀਅਲ ਕਮਿਸ਼ਨਰ। ਮੰਨ ਲਓ ਕੋਈ ਅਰਜੀ ਫਾਈਨੈਂਸ਼ੀਅਲ ਕਮਿਸ਼ਨਰ ਦੀ ਕੋਰਟ ਦੇ ਵਿੱਚ ਆ ਗਈ, ਠੀਕ ਹੈ, ਫਾਈਨੈਂਸ਼ੀਅਲ ਕਮਿਸ਼ਨ ਨੇ ਖੁਦ ਡੀਲ ਨਹੀਂ ਕਰਨੀ, ਡੀਲ ਕਰਨੀ ਹੈ ਕਿਸੇ ਹੋਰ ਕੋਰਟ ਨੇ, ਉਹਦੇ ਤੇ ਸਟੈਂਪ ਨਹੀਂ ਲੱਗੇ ਹੋਏ, ਤਾਂ ਉਸ ਆਫਿਸ ਵੱਲੋਂ FC ਆਫਿਸ ਦੇ ਵੱਲੋਂ ਉਹਦੇ ਤੇ ਉਹ ਲਗਾਈ ਜਾਏਗੀ, ਸਲਿੱਪ ਲਗਾਈ ਜਾਏਗੀ ਵੀ ਇਹਦੀ ਸਟੈਂਪ ਡਿਊਟੀ ਜਿਹੜੀ ਹੈਗੀ ਹੈ ਕਮੀ ਹੈਗੀ ਹੈ, ਉਹਦੇ ਨਾਲ ਲਿਖ ਕੇ ਭੇਜਿਆ ਜਾਏਗਾ ਵੀ ਇਸ ਫਰਦਰ ਕੰਸਰਨਡ ਕੋਰਟ ਨੂੰ, ਜਿਹਨੂੰ ਵੀ ਕੋਰਟ ਨੂੰ ਉਸਨੇ ਇਹ ਜਿਹੜੀ ਐਪਲੀਕੇਸ਼ਨ ਹੈ ਜਾਂ ਫਾਰਵਰਡ ਕਰਨੀ ਹੈ, ਤਾਂ ਨਾਲ ਲਿਖਿਆ ਜਾਏਗਾ ਵੀ ਪਹਿਲਾਂ ਫਰਦਰ ਪ੍ਰੋਸੀਡਿੰਗ ਤੋਂ ਪਹਿਲਾਂ ਜਿਹੜੀ ਇਹਦੀ ਸਟੈਂਪ ਡਿਊਟੀ ਹੈਗੀ ਹੈ ਉਹ ਪੂਰੀ ਭਰਵਾ ਕੇ ਫਰਦਰ ਕਾਰਵਾਈ ਦੈਨ ਸਟਾਰਟ ਕਰਦੀ ਹੈ, ਠੀਕ ਹੈ ਜੀ। ਕੋਡ ਫੀ ਐਕਟ 1870 ਹੈਗਾ, ਕੋਡ ਫੀ ਐਕਟ 1870 ਹੈਗਾ ਜੀ, ਜਿਹੜਾ ਕਿ ਅੱਜ ਕੱਲ੍ਹ ਫੋਲੋ ਹੁੰਦਾ, ਹਰ ਥਾਂ ਤੇ ਫੋਲੋ ਹੁੰਦਾ ਹੈਗਾ। ਸਭ ਤੋਂ ਪਹਿਲਾਂ ਦੇਖੀ ਜਾਂਦੇ ਜਦੋਂ ਵੀ ਕਿਸੇ ਕੋਰਟ ਦੇ ਵਿੱਚ ਕੋਈ ਵੀ ਦਾਵਾ ਕੋਈ ਦਾਇਰ ਹੁੰਦਾ ਹੈਗਾ ਤਾਂ ਕੋਡ ਫੀ ਐਕਟ 1870 ਦੇ ਅਗੇਂਸਟ ਜਿੰਨੀ ਕੋਰਟ ਫੀ ਲੱਗਣੀ ਬਣਦੀ ਹੈ, ਕਿਤੇ 2% ਲੱਗਦੀ ਹੈ, ਕਿਤੇ 3% ਲੱਗਦੀ ਹੈ, ਠੀਕ ਹੈ। ਸਭ ਤੋਂ ਪਹਿਲਾਂ ਉਹ ਦੇਖੀ ਜਾਂਦੀ ਹੈ ਵੀ ਕੋਰਟ ਫੀ ਲਗਾਈ ਹੈ ਕਿ ਨਹੀਂ ਲਗਾਈ। ਸਭ ਤੋਂ ਪਹਿਲਾਂ ਮਤਲਬ ਕਿ ਐਡਵੋਕੇਟਸ ਨੇ ਇਹੀ ਚੈੱਕ ਕਰਦੇ ਨੇ ਆਪੋਜ਼ਿਟ ਪਾਰਟੀ ਵਗੈਰਾ ਦੇ ਵੀ ਪ੍ਰੋਪਰ ਪਾਰਟੀ ਦੀ ਜਿਹੜੀ ਸਟੈਂਪ ਡਿਊਟੀ ਹੈ ਕਈ ਵਾਰੀ ਲੱਖਾਂ ਰੁਪਏ 'ਚ ਬਣ ਜਾਂਦੀ ਹੈ, ਠੀਕ ਹੈ। ਇਹ ਵੈਲਿਊ 'ਤੇ ਡਿਪੈਂਡ ਕਰਦਾ ਹੈ ਕਿੰਨੇ ਕਰੋੜ ਦੀ ਵੈਲਿਊ ਹੈ ਪ੍ਰੋਪਰਟੀ ਦੀ, ਉਹ ਵੈਲਿਊ ਦੇ ਅਕੋਰਡਿੰਗ ਡਿਊਟੀ ਲਗਾਉਣੀ ਬਣਦੀ ਹੈ। ਕਈ ਵਾਰੀ ਦਾਅਵੇਦਾਰ ਕੀਤੇ ਜਾਂਦੇ ਨੇ ਬਗੈਰ ਵੈਲਿਊ ਲਗਾਏ, ਤੇ ਉਹ ਫਿਰ ਦੇਖੋ ਕੰਸਰਨਡ ਜਿਹੜੀ ਆਪੋਜ਼ਿਟ ਪਾਰਟੀ ਹੁੰਦੀ ਉਹਨੇ ਦੇਖਣਾ ਹੁੰਦਾ ਵੀ ਪ੍ਰੋਪਰ ਜਿਹੜੀ ਸਟੈਂਪ ਡਿਊਟੀ ਲਗਾਈ ਹੈ ਪਾਰਟੀ ਨੇ ਜਾਂ ਨਹੀਂ ਲਗਾਈ, ਦਾਵਾ ਚੱਲਣ ਜੋ ਹੈਗਾ ਜਾਂ ਨਹੀਂ ਹੈਗਾ, ਉੱਥੇ ਕੰਟੈਸਟ ਕਰਨਾ ਹੁੰਦਾ, ਇਨੀਸ਼ੀਅਲ ਸਟੇਜ ਦੇ ਉੱਪਰ ਹੀ ਕਰਿਆ ਜਾਂਦਾ। ਇਹ ਹੈਗਾ ਜਿਹੜਾ ਕੋਰਟ ਫੀ ਐਕਟ ਹੈਗਾ 1870 ਹੈਗਾ, ਉਹਨੂੰ ਦੇਖਿਆ ਜਾਂਦਾ ਹੈਗਾ ਵੀ ਉਹਦੇ ਅਕੋਰਡਿੰਗ ਫੀਸ ਲੱਗਣੀ ਬਣਦੀ ਹੁੰਦੀ ਹੈ, ਠੀਕ ਹੈ ਜੀ। ਨੈਕਸਟ ਚੱਲਾਂਗੇ ਐਗਜ਼ਾਮੀਨੇਸ਼ਨ ਆਫ ਪਲੇਂਟ। ਪਲੇਂਟ ਦੀ ਐਗਜ਼ਾਮੀਨੇਸ਼ਨ ਕਿਵੇਂ ਕਰਨੀ ਹੈ?
ਕਿਵੇਂ ਕਿਵੇਂ ਚੈੱਕ ਕਰਨਾ ਉਹਨੂੰ ਥੋਰੋਲੀ, ਜਿਵੇਂ ਇਹਦੇ ਤੇ ਕੁਐਸਚਨ ਵੀ ਆਇਆ ਸੀ ਐਕਟੀ ਸਰ 2 ਹੈ। ਇਸ ਟੌਪਿਕ ਤੇ 2 ਕੁਐਸਚਨ ਵੀ ਆਏ ਸੀ ਐਕਟੀ। ਹਾਂ ਠੀਕ ਹੈ, ਕੋਈ ਨਹੀਂ, ਤੁਸੀਂ ਸਮਝੋ ਹੁਣ ਚੰਗੀ ਤਰ੍ਹਾਂ ਧਿਆਨ ਦੇ ਨਾਲ, ਕਿਉਂਕਿ ਠੀਕ ਤੁਸੀਂ ਹੈ। ਜਦੋਂ ਤੁਹਾਡੇ ਕੋਲੇ ਤੁਸੀਂ ਐਜ ਏ ਬੀਇੰਗ ਏ ਰੈਵਨਿਊ ਆਫਿਸਰ ਕੰਮ ਕਰਨਾ ਹੈ, ਤੁਸੀਂ ਇਹ ਪ੍ਰੈਕਟੀਕਲ ਕਰਨਾ ਹੈ, ਸਾਰਾ ਪ੍ਰੈਕਟੀਕਲੀ ਤੁਹਾਡੇ ਹੱਥਾਂ ਚੋਂ ਨਿਕਲਣਾ ਸਾਰਾ ਕੰਮ। ਕਰੋਗੇ ਤਦ ਜੇ ਤੁਸੀਂ ਪੜ੍ਹਿਆ ਹੋਇਆ ਹੋਏਗਾ, ਨਹੀਂ ਤਾਂ ਫਿਰ ਦੇਖੋ ਆਪ ਕੁਝ ਨਹੀਂ ਪਤਾ ਹੁੰਦਾ, ਫਿਰ ਆਪਾਂ ਪੁੱਛਦੇ ਰਹਿੰਦੇ ਵੀ ਕੀ ਕਰਨਾ ਕਿਵੇਂ ਨਹੀਂ ਕਰਨਾ, ਜਾਂ ਫਿਰ ਜਿਵੇਂ ਜੋ ਰੀਡਰ ਨੇ ਕਰਤਾ ਦੈਟ ਇਜ਼ ਸਫੀਸ਼ੀਐਂਟ ਹੈਗਾ, ਠੀਕ ਹੈ। ਪਰ ਜੇ ਤੁਹਾਨੂੰ ਪੂਰਾ ਪਤਾ ਹੋਏਗਾ ਤਾਂ ਤੁਸੀਂ ਜਿਹੜਾ ਕੇਸ ਹੈ, ਕੇਸ ਦੀ ਜਿਹੜੀ ਪੈਰਵਾਈ ਹੈ ਉਸ ਨੂੰ ਵਧੀਆ ਤਰੀਕੇ ਦੇ ਨਾਲ, ਛੋਟੇ ਤਰੀਕੇ ਦੇ ਨਾਲ, ਜੇ ਇਨੀਸ਼ੀਅਲ ਸਟੇਜ ਤੇ ਤੁਹਾਨੂੰ ਕਿਸੇ ਫਾਲਟ ਦਾ ਪਤਾ ਹੋਏਗਾ, ਤੁਸੀਂ ਇਨੀਸ਼ੀਅਲ ਸਟੇਜ ਤੇ ਉਸਦੀ ਉਹ ਫਾਲਟ ਨੂੰ ਰਿਮੂਵ ਕਰਕੇ ਅਮੈਂਡਮੈਂਟ ਕਰਵਾ ਕੇ ਤੁਸੀਂ ਕੇਸ ਦੀ ਕਾਰਵਾਈ ਅੱਗੇ ਮੂਵ ਕਰੋਗੇ। ਜਾਂ ਫਿਰ ਕੇਸ ਦੀ ਕਾਰਵਾਈ ਅੱਧੀ ਨਿਕਲ ਚੁੱਕੀ, ਫਿਰ ਆ ਕੇ ਉਸ ਸਟੇਜ ਤੇ 50% ਕੇਸ ਨਿਬੜ ਚੁੱਕਿਆ, ਆ ਕੇ ਜਦੋਂ ਤੁਹਾਨੂੰ ਫਿਰ ਪਤਾ ਲੱਗਦਾ ਵੀ ਆਹ ਕੇਸ 'ਚ ਆਹ ਪ੍ਰੋਬਲਮ ਹੈਗੀ ਹੈ, ਫਿਰ ਤੁਸੀਂ ਜਾ ਕੇ ਦੁਬਾਰਾ ਨਵੇਂ ਸਟੇਜ ਤੋਂ ਜਾ ਕੇ ਸ਼ੁਰੂ ਕਰਦੇ ਹੋ, ਤਾਂ ਇਹਦੇ ਨਾਲ ਕੀ ਹੁੰਦਾ, ਵੇਸਟਿੰਗ ਆਫ ਟਾਈਮ ਹੁੰਦਾ ਹੈ। ਜਿਹੜੀ ਪਾਰਟੀ ਹੁੰਦੀ ਹੈ ਕੰਸਰਨ, ਜਿਹਨੇ ਐਪਲੀਕੇਸ਼ਨ ਫਾਈਲ ਕੀਤੀ ਹੁੰਦੀ ਹੈ, ਉਹਨੂੰ ਸਮੇਂ ਦੇ ਮੁਤਾਬਕ ਜਿਹੜਾ ਹੈਗਾ ਇਨਸਾਫ ਨਹੀਂ ਮਿਲਦਾ। ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਜੇ ਸਮੇਂ ਦੇ ਸਿਰ ਕਿਸੇ ਨੂੰ ਇਨਸਾਫ ਨਹੀਂ ਮਿਲਿਆ, ਦੈਟ ਇਜ਼ ਨਾਟ ਏ ਜਸਟਿਸ, ਠੀਕ ਹੈ ਜੀ। ਆਪਾਂ ਉਹ ਦੇਖਦੇ ਹਾਂ, ਚਲੋ ਜਿਵੇਂ ਚੱਲਦਾ ਠੀਕ ਹੈ। ਹੁਣ ਆਪਾਂ ਨੇ ਐਪਲੀਕੇਸ਼ਨ ਜਿਹੜੀ ਹੈਗੀ ਹੈ, ਕੰਪਲੇਂਟ ਹੈ, ਉਹਨੂੰ ਕਿਵੇਂ ਐਗਜ਼ਾਮਿਨ ਕਰਨਾ ਹੈ। ਸਭ ਤੋਂ ਪਹਿਲਾਂ ਇਹ ਦੇਖਿਆ ਜਾਏ ਵੀ ਕਿਹੜੀ ਕੋਰਟ ਦਾ ਨਾਮ ਲਿਖਿਆ ਪਾਰਟੀ ਨੇ, ਠੀਕ ਹੈ। ਨੇਮ ਐਂਡ ਪਲੇਸ ਆਫ ਦਾ ਰੈਜ਼ੀਡੈਂਸ ਆਫ ਦਾ ਪਲੇਂਟਿਫ, ਪਹਿਲਾ ਕੋਰਟ ਦਾ ਨਾਮ, ਕੰਸਰਨਡ ਕੰਪੀਟੈਂਟ ਕੋਰਟ ਹੈਗੀ ਹੈ, ਜਿਸ ਕੋਰਟ ਦੇ 'ਚ ਉਹਨੇ ਦਰਜੀ ਇਹ ਅਰਜੀ ਪਾਈ ਜਾਣੀ ਸੀ, ਉਸੇ ਕੋਰਟ 'ਚ ਪਾ ਰਿਹਾ ਐਪਲੀਕੇਸ਼ਨ, ਜਾਂ ਜਿਹੜੀ ਕੋਰਟ ਹੈ ਕੋਈ ਹੋਰ ਬਣਦੀ ਹੈ, ਇਸ ਕੋਰਟ ਨੂੰ ਜੁਰਿਸਡਿਕਸ਼ਨ ਹੈਗੀ ਜਾਂ ਨਹੀਂ ਹੈਗੀ, ਠੀਕ ਹੈ। ਨੇਮ ਆਫ ਦਾ ਕੋਰਟ ਲਿਖਿਆ ਜਾਂ ਨਹੀਂ ਲਿਖਿਆ, ਜਾਂ ਅਧੂਰਾ ਲਿਖ ਕੇ ਛੱਡ ਦਿੱਤਾ। ਦੂਜਾ ਪਲੇਂਟਿਫ ਦੇ ਨੇਮ ਲਿਖਿਆ ਪ੍ਰੋਪਰ, ਉਹਦਾ ਰੈਜ਼ੀਡੈਂਸ ਐਡਰੈਸ ਲਿਖਿਆ ਪ੍ਰੋਪਰ, ਠੀਕ ਹੈ ਜੀ। ਕੋਈ ਡਿਸਕ੍ਰਿਪਸ਼ਨ ਉਹਦੀ ਨਾਮ ਦੇ ਨਾਲ ਹੋਰ ਹੈਗੀ ਹੈ, ਉਹ ਪ੍ਰੋਪਰ ਲਿਖੀ ਹੈ ਤਾਂ ਕਿ ਪ੍ਰੋਪਰ ਸਮਨਿੰਗ ਹੋ ਸਕੇ। ਪਾਰਟੀਆਂ ਨੂੰ ਡਿਫੈਂਡੈਂਟ ਦਾ ਨਾਮ ਲਿਖਿਆ, ਡਿਫੈਂਡੈਂਟ ਦੀ ਡਿਸਕ੍ਰਿਪਸ਼ਨ ਜਾਂ ਉਹਦੇ ਪ੍ਰੋਪਰ ਐਡਰੈਸਸ ਵਗੈਰਾ ਲਿਖੇ ਨੇ ਤਾਂ ਕਿ ਸਮਨਿੰਗ ਪ੍ਰੋਪਰ ਪਾਰਟੀਆਂ ਨੂੰ ਡਿਫੈਂਡੈਂਟਸ ਨੂੰ ਕੀਤੀ ਜਾ ਸਕੇ। ਫਿਰ ਜੇ ਕੋਈ ਡਿਫੈਂਡੈਂਟ ਮਾਈਨਰ ਹੈਗਾ, ਉਹਦੀ ਏਜ ਲਿਖੀਏ ਨਾਲ, ਸਾਰੇ ਡਿਫੈਂਡੈਂਟ ਦੀ ਜਿਹੜੀ ਏਜ ਲਿਖਣੀ ਹੁੰਦੀ ਹੈ ਨਾਲ। ਜੇ ਕੋਈ ਏਜ ਮਾਈਨਰ ਹੈਗਾ, ਕੀ ਮਾਈਨਰ ਦੇ ਵੱਲੋਂ ਉਹਦਾ ਕੋਈ ਰਿਪਰੈਜ਼ੈਂਟ ਬਣਾਇਆ ਜਾਂ ਨਹੀਂ ਬਣਾਇਆ। ਜੇ ਨਹੀਂ ਬਣਾਇਆ ਫਿਰ ਦੇਖੋ ਪਲੇਂਟ ਚੱਲੇਗੀ ਨਹੀਂ, ਪਹਿਲਾਂ ਹੀ ਬਣਾ ਕੇ ਲੈ ਕੇ ਆਵੇ ਨਾ ਅਗਲਾ, ਠੀਕ ਹੈ। ਸੂਟ ਫਾਈਲ ਕਰਨ ਤੋਂ ਪਹਿਲਾਂ ਪਲੇਨ ਦੇ ਵਿੱਚ ਪਹਿਲਾਂ ਹੀ ਜੇ ਕੋਈ ਮਾਈਨਰ ਹੈਗਾ ਤਾਂ ਫਿਰ ਇਹਦਾ ਮਤਲਬ ਇਹਦੀਆਂ ਵਿਚਕਾਰ ਜਾ ਕੇ ਅਸੀਂ ਕਹੀਏ ਤੂੰ ਹੁਣ ਇਹ ਤੇ ਮਾਈਨਰ ਸੀਗਾ, ਜਾਂ ਆਪੋਜ਼ਿਟ ਪਾਰਟੀ ਜਾ ਕੇ ਦੱਸੇ। ਇਹ ਜਿਹੜੀ ਐਗਜ਼ਾਮੀਨੇਸ਼ਨ ਆਫ ਪਲੇਂਟ ਹੈ, ਇਹ ਉਸੇ ਵੇਲੇ ਦੇਖਣਾ ਹੁੰਦਾ ਸਾਰਾ ਕੁਝ, ਠੀਕ ਹੈ। ਜੇ ਮਾਈਨਰ ਹੈਗਾ ਤਾਂ ਕਿ ਉਹਦਾ ਰਿਪਰੈਜ਼ੈਂਟ ਬਣਾਇਆ ਕੋਈ। ਫਿਰ ਅਗਲਾ ਪੁਆਇੰਟ ਹੈ ਕਾਜ਼ ਆਫ ਐਕਸ਼ਨ। ਕਾਜ਼ ਆਫ ਐਕਸ਼ਨ ਕਦੋਂ ਅਰਾਈਜ਼ ਹੋਇਆ, ਕਾਜ਼ ਆਫ ਐਕਸ਼ਨ ਕੀ ਹੁੰਦਾ ਹੈ। ਮੈਨੇ ਕਿਰਾਇਆ ਮੰਗਿਆ, ਮਾਲਕ ਨੇ ਕਿਰਾਇਆ ਮੰਗਿਆ, ਟੈਨੈਂਟ ਨੇ ਕਿਰਾਇਆ ਰਿਫਿਊਜ਼ ਕਰ ਦਿੱਤਾ, ਠੀਕ ਹੈ। ਕਾਜ਼ ਆਫ ਐਕਸ਼ਨ ਅਰਾਈਜ਼ ਕਦੋਂ ਹੋਇਆ, ਉਸ ਡੇਟ ਤੋਂ ਕਾਜ਼ ਆਫ ਐਕਸ਼ਨ ਅਰਾਈਜ਼ ਹੋ ਗਿਆ ਜਿਸ ਡੇਟ ਨੂੰ ਅਗਲੇ ਨੇ ਰਿਫਿਊਜ਼ ਕਰ ਦਿੱਤਾ। ਮਤਲਬ ਜਦੋਂ ਕਿਸੇ ਦੀ ਕੋਈ ਇੰਟਾਈਟਲਮੈਂਟ ਬਣਦੀ ਹੈ ਤੇ ਦੂਜੀ ਪਾਰਟੀ ਰਿਫਿਊਜ਼ ਕਰਦੀ ਹੈ ਜਾਂ ਕੋਈ ਰੋਂਗ ਐਕਟ ਕੀਤਾ ਜਾਂਦਾ ਹੈ, ਤੇ ਉਸ ਦਿਨ ਤੋਂ ਕਾਜ਼ ਆਫ ਐਕਸ਼ਨ ਜਿਹੜਾ ਹੈਗਾ ਅਰਾਈਜ਼ ਹੋ ਜਾਂਦਾ ਹੈ। ਵੀ ਕੀ ਜਿਹੜੀ ਪਲੇਂਟ ਫਾਈਲ ਕੀਤੀ ਜਾ ਰਹੀ ਹੈ ਇਹ 'ਚ ਕੋਈ ਕਾਜ਼ ਆਫ ਐਕਸ਼ਨ ਹੈਗਾ ਜਾਂ ਉਈਓ ਫਾਈਲ ਕਰ ਦਿੱਤੀ ਬਿਨਾਂ ਮਤਲਬ ਤੋਂ, ਠੀਕ ਹੈ। ਵਿਦਆਊਟ ਕਾਜ਼ ਆਫ ਐਕਸ਼ਨ ਜਿਹੜੀ ਐਪਲੀਕੇਸ਼ਨ ਹੈ ਉਹ ਲਾਈ ਨਹੀਂ ਕਰਦੀ, ਠੀਕ ਹੈ। ਇਹ ਦੇਖਣਾ ਵੀ ਕਾਜ਼ ਆਫ ਐਕਸ਼ਨ ਹੈਗਾ, ਫਿਰ ਕੀ ਹੈ ਅੱਗੇ ਦੇਖਣਾ। ਜੁਰਿਸਡਿਕਸ਼ਨ ਆਫ ਦਾ ਕੋਰਟ, ਕੀ ਕੋਰਟ ਦੀ ਕੋਈ ਜੁਰਿਸਡਿਕਸ਼ਨ ਹੈਗੀ ਹੈ ਜਿੱਥੇ ਇਹ ਦਾਵਾ ਫਾਈਲ ਕੀਤਾ ਜਾ ਰਿਹਾ ਹੈ ਪਲੇਂਟ। ਮੰਨ ਲਓ ਕੋਰਟ ਕੋਲ ਦਾ ਦਾਵਾ ਸੁਣਨ ਦਾ ਅਧਿਕਾਰ ਹੈ 10,000 ਰੁਪਏ ਤੱਕ ਦਾ ਦਾਵਾ ਹੈਗਾ, 1 ਲੱਖ ਰੁਪਏ ਤੱਕ ਦਾ, ਸਾਡੀ ਕੋਰਟ ਨਹੀਂ ਸੁਣ ਸਕਦੀ। ਜਾਂ ਕੇਸ ਹੈਗਾ ਸਿਵਲ ਨੇਚਰ ਦਾ, ਆ ਲੱਗਾ ਰੈਵਨਿਊ ਕੋਰਟ ਦੇ ਵਿੱਚ, ਨਹੀਂ ਸੁਣ ਸਕਦੇ। ਇਹ ਵੀ ਇੱਕ ਦੇਖਣਾ ਹੁੰਦਾ ਵੀ ਕੋਰਟ ਦੀ ਜੁਰਿਸਡਿਕਸ਼ਨ ਦੇ ਕਈ ਪੱਖ ਹੁੰਦੇ ਨੇ। ਜੁਰਿਸਡਿਕਸ਼ਨ ਪਿਕੂਨਰੀ ਜੁਰਿਸਡਿਕਸ਼ਨ ਹੁੰਦੀ ਹੈ, ਟੈਰੀਟੋਰੀਅਲ ਜੁਰਿਸਡਿਕਸ਼ਨ ਹੁੰਦੀ ਹੈ। ਪਿਕੂਨਰੀ ਪੈਸੇ ਦੇ ਮਾਮਲੇ 'ਚ, ਟੈਰੀਟੋਰੀਅਲ ਵੀ ਇਹ ਤਾਂ ਦਾਵਾ ਤਾਂ ਸਮਾਣੇ ਚੱਲਣਾ ਸੀਗਾ, ਉਰੇ ਕਿਵੇਂ ਪਾਈ ਜਾਂਦੇ ਹੋ ਤੁਸੀਂ। ਪ੍ਰੋਪਰਟੀ ਦਾ ਇਹ ਜ਼ਮੀਨ ਦਾ ਜਿਹੜਾ ਪਿੰਡ ਦਾ ਪੈਂਦਾ ਸਮਾਣੇ 'ਚ ਪੈਂਦਾ, ਜਾਂ ਨਾਭੇ 'ਚ ਪੈਂਦਾ, ਜਾਂ ਪਾਤੜਾਂ 'ਚ ਪੈਂਦਾ, ਠੀਕ ਹੈ। ਇਹ ਹੁੰਦੀ ਹੈ ਟੈਰੀਟੋਰੀਅਲ ਜੁਰਿਸਡਿਕਸ਼ਨ। ਨੈਕਸਟ, ਕੀ ਰਿਲੀਫ ਮੰਗੀ ਹੈ ਪਾਰਟੀ ਨੇ, ਕੋਈ ਰਿਲੀਫ ਮੰਗੀ ਹੈ ਜਾਂ ਨਹੀਂ ਮੰਗੀ। ਜੇ ਰਿਲੀਫ ਹੀ ਨਹੀਂ ਮੰਗੀ ਕੋਈ ਤਾਂ ਦਾਵਾ ਕਾਹਦਾ ਹੈ, ਠੀਕ ਹੈ। ਐਪਲੀਕੈਂਟ ਹੈ, ਪਲੇਂਟ ਹੈ, ਜਿਹੜਾ ਫਾਈਲ ਕਰਦਾ ਹੈ, ਕੋਈ ਰਿਲੀਫ ਤਾਂ ਮੰਗੇਗਾ ਨਾ ਕੋਰਟ ਤੋਂ ਵੀ ਮੈਨੂੰ ਆਹ ਰਿਲੀਫ ਚਾਹੀਦੀ ਹੈ। ਰਿਲੀਫ ਮੰਗੀ ਹੈ ਜਾਂ ਨਹੀਂ ਮੰਗੀ ਇਹ ਵੀ ਦੱਸਾਏਗਾ ਪਾਰਟੀ। ਫਿਰ ਕੀ ਹੋਗਾ, ਅਮਾਊਂਟ ਕਲੇਮ ਸੈਟ ਆਫ,
ਲੀਫ ਦੇ ਨਾਲ ਜੇ ਉਹ ਪ੍ਰੋਪਰ ਕੋਰਟ ਰਿਲੀਫ ਨਹੀਂ ਦੇਣਾ ਚਾਹੁੰਦੀ ਤਾਂ ਕੀ ਪਲੈਂਟਿਫ ਨੇ ਕਿਹਾ ਹੈ ਵੀ ਮੈਨੂੰ ਮੈਂ ਆਪਦੀ ਰਿਲੀਫ ਹੈ ਜਿਹੜੀ ਮੈਂ ਸੈਟ ਆਫ ਕਰਦਾ ਛੱਡਦਾ ਤੇ ਮੈਨੂੰ ਇਹਨਾਂ ਕਲੇਮ ਦਿੱਤਾ ਜਾਵੇ। ਕੋਈ ਕਲੇਮ ਕੀਤਾ ਹੈ ਜਾਂ ਨਹੀਂ ਕੀਤਾ ਇਹ ਵੀ ਦੇਖਿਆ ਜਾਏਗਾ। ਫਿਰ ਕੀ ਵੈਲਿਊ ਆਫ ਦਾ ਸਬਜੈਕਟ ਮੈਟਰ ਕੀ ਹੈ, ਤੁਹਾਨੂੰ ਪਤਾ ਹੈ ਵੈਲਿਊ ਆਫ ਦਾ ਸਬਜੈਕਟ ਮੈਟਰ ਜਿਹੜਾ ਦਾਵਾ ਦਾਇਰ ਕੀਤਾ ਜਾ ਰਿਹਾ ਹੈ, ਠੀਕ ਹੈ, ਉਹਦਾ ਸਬਜੈਕਟ ਮੈਟਰ ਕਿੰਨਾ ਹੈ, ਉਹਦੀ ਪ੍ਰੋਪਰ ਵੈਲਿਊ ਕਿੰਨੀ ਹੈ। ਜਿਵੇਂ ਆਪਾਂ ਕਹਿੰਦੇ ਵੀ ਰਜਿਸਟਰੀ ਕਿੰਨੇ ਲੱਖ ਦੀ ਹੈ, ਉਹਦੇ ਸਟੈਂਪ ਡਿਊਟੀ ਕਿੰਨੀ ਲੱਗੇਗੀ। ਇਹਦਾ ਮਤਲਬ ਇਹ ਹੈਗਾ ਵੀ ਜਿਹੜੀ ਪ੍ਰੋਪਰਟੀ ਦਾ ਦਾਵਾ ਦਾਇਰ ਕੀਤਾ ਜਾ ਰਿਹਾ ਉਹਦੀ ਸਬਜੈਕਟ ਮੈਟਰ ਕਿੰਨਾ ਹੈਗਾ, ਉਹਦੀ ਵੈਲਿਊ ਕਿੰਨੀ ਹੈਗੀ ਹੈ। ਜਿਸ ਲੈਂਡ ਦੇ ਰਿਗਾਰਡਿੰਗ ਕੋਈ ਸੂਟ ਫਾਈਲ ਕੀਤਾ ਜਾਂਦਾ ਹੈ ਉਹਦੀ ਕਲੈਕਟਰ ਦੇ ਅਕੋਰਡਿੰਗ ਉਹਦੀ ਵੈਲਿਊ ਕਿੰਨੀ ਹੈ। ਜੇ ਵੈਲਿਊ ਲਿਖੀ ਹੋਏਗੀ ਤਾਂ ਹੀ ਸਟੈਂਪ ਡਿਊਟੀ ਲੱਗੇਗੀ, ਜੇ ਵੈਲਿਊ ਹੀ ਨਹੀਂ ਲਿਖੀ ਪਾਰਟੀ ਨੇ ਤਾਂ ਸਟੈਂਪ ਡਿਊਟੀ ਵੀ ਕਿਵੇਂ ਲੱਗੇਗੀ ਉਹਦੀ। ਠੀਕ ਹੈ ਜੀ, ਵੈਲਿਊ ਆਫ ਦਾ ਸਬਜੈਕਟ ਮੈਟਰ। ਠੀਕ ਹੈ, ਨॉन ਜੁਆਇੰਡਰ ਮਿਸ ਜੁਆਇੰਡਰ ਆਫ ਦਾ ਪਾਰਟੀਜ਼ ਕਿ ਜਿਹੜੇ ਜਿਵੇਂ ਫਰਦਰ ਨਾਲ ਲਾਈ ਵਾਲਿਆਂ ਨੇ ਜਮਾਉਂਦੀ ਦੀ ਫਰਦਰ ਨਾਲ ਲਾਈ ਹੈ, ਜਮਾਉਂਦੀ ਦੀ ਫਰਦਰ 4 ਬੰਦਿਆਂ ਦਾ ਨਾਮ ਹੈਗਾ। ਠੀਕ ਹੈ, ਜਦੋਂ ਡਿਫੈਂਡੈਂਟ ਬਣਾਏ ਨੇ ਉਸਨੇ 3 ਬੰਦੇ ਬਣਾਏ ਨੇ, ਇਹਨੂੰ ਕਹਾਂਗੇ ਅਸੀਂ ਨॉन ਜੁਆਇੰਡਰ ਆਫ ਦਾ ਪਾਰਟੀਜ਼। ਉਹਨੇ ਪਾਰਟੀਆਂ ਨੂੰ ਪੂਰਾ ਜੁਆਇਨ ਨਹੀਂ ਕੀਤਾ। ਠੀਕ ਹੈ, ਜਾਂ ਮਿਸ ਜੁਆਇੰਡਰ ਆਫ ਦਾ ਪਾਰਟੀਜ਼। ਮਿਸ ਜੁਆਇੰਡਰ ਕੀ ਕਹਾਂਗੇ, ਗਲਤ ਬੰਦੇ ਨੂੰ ਜੁਆਇਨ ਕਰ ਲਿਆ ਜਦੋਂ ਕਿ ਉਹ ਪਾਰਟੀ ਬਣਦੀ ਨਹੀਂ ਰਿਕਾਰਡ ਦੇ ਮੁਤਾਬਕ। ਮਿਸ ਜੁਆਇੰਡਰ ਆਫ ਦਾ ਪਾਰਟੀਜ਼। ਥੋੜਾ ਦੇਖੋ ਸਮਝਣ ਦੀ ਗੱਲ ਹੈਗੀ ਹੈ, ਨॉन ਜੁਆਇੰਡਰ ਮਿਸ ਜੁਆਇੰਡਰ ਆਫ ਦਾ ਪਾਰਟੀਜ਼। ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਵੀ ਇਹ ਕੀ ਜਦੋਂ ਕਿਸੇ ਦੇ ਖਿਲਾਫ ਦਾਵਾ ਪਾਇਆ ਜਾਂਦਾ ਹੈ ਵੀ ਇਹ ਕੋਈ ਨॉन ਜੁਆਇੰਡਰ ਤਾਂ ਨਹੀਂ ਹੈਗਾ। ਜਿਹੜੇ ਕੰਸਰਨ ਪਾਰਟੀਆਂ ਸੀਗੀਆਂ ਸਾਰੀਆਂ ਪਾਰਟੀਆਂ ਦਾਅਵੇ 'ਚ ਬਣਾ ਲਈਆਂ ਪਾਰਟੀਆਂ, ਜਾਂ ਬਿਨਾਂ ਮਤਲਬ ਤੋਂ ਪਾਰਟੀਆਂ ਨਹੀਂ ਕਿਸੇ ਨੂੰ ਬਣਾਇਆ ਗਿਆ, ਮਿਸ ਜੁਆਇੰਡਰ ਤਾਂ ਨਹੀਂ ਕੀਤਾ ਗਿਆ ਪਾਰਟੀਆਂ ਦਾ। ਫਿਰ ਅੱਗੇ ਆ ਜਾਂਦਾ ਕੀਤਾ ਕਿ ਸਾਈਨ ਕੀਤੇ ਨੇ ਪਾਰਟੀ ਨੇ ਆਪਦੇ, ਵੈਰੀਫਿਕੇਸ਼ਨ ਕੀਤੀ ਹੈ, ਵੈਰੀਫਿਕੇਸ਼ਨ ਮਸਟ ਹੈਗੀ ਹੈ। ਫਿਰ ਦੁਬਾਰਾ ਪ੍ਰੋਪਰ ਵੀ ਪੜ੍ਹ ਕੇ ਗਏ ਸੀਗੇ, ਵੈਰੀਫਿਕੇਸ਼ਨ ਸਿਗਨੇਚਰ ਵੈਰੀਫਿਕੇਸ਼ਨ ਜੋ ਵੀ ਉਹਨੇ ਆਪਦੀ ਐਪਲੀਕੇਸ਼ਨ ਲਿਖਿਆ ਵੈਰੀਫਿਕੇਸ਼ਨ 'ਚ ਅੱਗੇ ਲਿਖੇਗਾ the all the contents given above are correct to the best of my knowledge। ਜਾਂ ਫਿਰ ਕੋਈ ਜ਼ਰੂਰੀ ਨਹੀਂ ਹੈਗਾ ਵੀ ਕੋਈ ਇਨਫੋਰਮੇਸ਼ਨ ਦੇ ਆਧਾਰ ਤੇ ਵੀ ਹੋ ਸਕਦੇ ਨੇ। ਫਿਰ ਉਹ ਦੱਸੇਗਾ ਵੀ ਕਿਹੜੇ ਕਿਹੜੇ ਪਹਿਰੇ ਜਿਹੜੇ ਹੈਗੇ ਨੇ ਇਸ ਐਪਲੀਕੇਸ਼ਨ ਦੇ ਪਲੇਨ ਦੇ, ਕਿਹੜੇ ਕਿਹੜੇ ਮੇਰੀ ਨੌਲੇਜ ਦੇ ਮੁਤਾਬਕ ਹੈਗੇ ਆ ਤੇ ਕਿਹੜੇ ਕਿਹੜੇ ਪਹਿਰੇ ਜਿਹੜੇ ਹੈਗੇ ਨੇ ਉਹ ਮੈਨੂੰ ਜਿਹੜੀ ਇਨਫੋਰਮੇਸ਼ਨ ਪ੍ਰਾਪਤ ਹੋਈ ਹੈ ਉਹਦੇ ਅਕੋਰਡਿੰਗ ਸਹੀ ਹੈਗੇ ਨੇ। ਠੀਕ ਹੈ, ਇਹ ਵੈਰੀਫਿਕੇਸ਼ਨ ਦੇ ਵਿੱਚ ਕਲੀਅਰ ਕੀਤਾ ਜਾਵੇਗਾ। ਲਾਇਬਲ ਟੂ ਬੀ ਰਿਜੈਕਟਡ ਵੀ ਕੀ ਉੱਪਰੋਂ ਸਾਰਾ ਕੁਝ ਜੋ ਦਰਸਾਇਆ ਗਿਆ ਦਿੱਤਾ ਗਿਆ ਇਹ ਨਹੀਂ ਦਿੱਤਾ ਗਿਆ ਕਿ ਜਿਹੜੀ ਐਪਲੀਕੇਸ਼ਨ ਹੈ ਇਹ ਰਿਜੈਕਟ ਕਰਨ ਦੇ ਯੋਗ ਬਣਦੀ ਹੈ। ਦੈਨ ਫਿਰ ਕੀ ਹੋਏਗਾ, ਇੱਕ ਜੋ ਪਲੇਨ ਦੇ ਨਾਲ ਜਿੰਨੇ ਡਾਕੂਮੈਂਟ ਲੱਗੇ ਨੇ, ਸਪੋਰਟਿੰਗ ਡਾਕੂਮੈਂਟ ਜਿਹਨੂੰ ਆਪਾਂ ਕਹਿੰਦੇ ਆ, ਸਪੋਰਟਿੰਗ ਡਾਕੂਮੈਂਟ ਵਿਦ ਅ ਪਲੇਂਟ, ਕੀ ਉਹਨਾਂ ਡਾਕੂਮੈਂਟਸ ਦੀ ਕੋਈ ਲਿਸਟ ਬਣਾ ਕੇ ਨਾਲ ਲਾਈ ਹੈ ਜਾਂ ਨਹੀਂ ਲਾਈ। ਠੀਕ ਹੈ, ਉਹਨੂੰ ਜਿਹੜੀ ਲਿਸਟ ਬਣਾਈ ਹੈ ਉਹਦੇ ਤੇ ਨੰਬਰਿੰਗ ਪ੍ਰੋਪਰ ਲੱਗੀ ਕਿ ਨਹੀਂ ਲੱਗੀ। ਠੀਕ ਹੈ, ਇਹ ਵੀ ਇੱਕ ਹੈਗਾ ਸਾਰਾ ਦੇਖਿਆ ਜਾਏਗਾ। ਇਹ ਹੈਗੀ ਹੈ ਜਿਹੜੀ ਆਪਾਂ ਐਗਜ਼ਾਮੀਨੇਸ਼ਨ ਆਫ ਦਾ ਪਲੇਂਟ ਕਰਨੀ ਹੈਗੀ ਹੈ। ਜਦ ਤੁਹਾਨੂੰ ਕੋਈ ਕੁਐਸਚਨ ਆ ਜਾਂਦਾ ਵੀ ਐਗਜ਼ਾਮੀਨੇਸ਼ਨ ਆਫ ਪਲੇਂਟ ਦੇ ਲਈ ਤੁਸੀਂ ਕੀ ਦੇਖਣਾ ਹੈਗਾ ਤਾਂ ਤੁਸੀਂ ਸਾਰਾ ਇਹ ਜਿਹੜਾ ਮੈਂ ਪੜ੍ਹਾ ਦੱਸਿਆ ਤੁਹਾਨੂੰ ਸਮਝਾਇਆ ਹੈਗਾ ਇਹਦੇ ਮੁਤਾਬਕ ਹੈਗਾ। ਇੰਸਟਰਕਸ਼ਨਸ ਫੋਲੋ ਸਾਰੀਆਂ ਕਰਨੀਆਂ ਹੈਗੀਆਂ ਨੇ। ਪਹਿਲਾਂ 2 ਨੰਬਰ ਦੱਸੀਆਂ ਗਈਆਂ ਹੈਗੀਆਂ ਨੇ, ਅੱਗੇ 11 'ਚ ਦੱਸੀਆਂ ਗਈਆਂ ਨੇ ਵੀ ਸਾਰੀਆਂ ਇੰਸਟਰਕਸ਼ਨ ਤੁਸੀਂ ਫੋਲੋ ਕਰਨੀਆਂ ਨੇ, ਨਾਮ ਤੋਂ ਲੈ ਕੇ ਅੱਗੇ ਵੈਰੀਫਿਕੇਸ਼ਨ ਤੱਕ। ਠੀਕ ਹੈ, ਨੈਕਸਟ ਅਸੀਂ ਪੜਾਂਗੇ ਰੂਲ ਨੰਬਰ 11 ਰੂਲਸ ਆਫ ਪਲੀਡਿੰਗ। ਇਹ ਤਾਂ ਸਰ ਇੱਕ ਕੁਐਸਚਨ ਸਰ ਹਾਂਜੀ ਸਰ ਇੱਕ ਥੋੜਾ ਜਿਹਾ ਡਿਫਰੈਂਸ ਦੱਸਿਓ ਪ੍ਰਾਈਮਾ ਫੇਸਾਈ ਦੇ ਵਿੱਚ ਤੇ ਕਾਜ਼ ਆਫ ਐਕਸ਼ਨ ਚ ਕੀ ਦੋਨਾਂ ਚ ਕਿੰਨਾ ਕੁ ਫਰਕ ਹੈਗਾ ਇਹਨਾਂ ਦੇ ਵਿੱਚ। ਕਾਜ਼ ਆਫ ਐਕਸ਼ਨ ਦੇ ਕਿਸੇ ਵੀ ਕੇਸ ਦਾ ਡਿਫਰੈਂਟ ਚੀਜ਼ ਹੈ ਟੋਟਲੀ। ਪ੍ਰਾਈਮਾ ਫੇਸਾਈ ਤਾਂ ਹੋਰ ਚੀਜ਼ ਹੈ, ਕਾਜ਼ ਆਫ ਐਕਸ਼ਨ ਹੋਰ ਚੀਜ਼ ਹੈ। ਪ੍ਰਾਈਮਾ ਫੇਸਾਈ ਤਾਂ ਵੀ ਆਪਾਂ ਦੇਖਿਆ ਆਪ ਅਰਜੀ ਫੜੀ ਇਹਦੇ ਤੇ ਸਟੈਂਪਾਂ ਨਹੀਂ ਲੱਗੀਆਂ ਹੋਈਆਂ, ਇਟ ਇਜ਼ ਪ੍ਰਾਈਮਾ ਫੇਸਾਈ ਸਾਨੂੰ ਦਿਖ ਰਿਹਾ ਹੈ। ਇਟ ਇਜ਼ ਪ੍ਰਾਈਮਾ ਫੇਸਾਈ, ਸਟੈਂਪ ਡਿਊਟੀ ਤਾਂ ਲਗਾਈ ਨਹੀਂ ਕਿਸੇ ਨੇ, ਟਿਕਟਾਂ ਤਾਂ ਲਾਈ ਕੋਰਟ ਦਾ ਨਾਮ ਲਿਖਿਆ ਨਹੀਂ, ਇਟ ਇਜ਼ ਪ੍ਰਾਈਮਾ ਫੇਸਾਈ। ਜਿਹੜਾ ਸਾਨੂੰ ਦੇਖਣ ਸਾਰ ਪਤਾ ਲੱਗ ਜਾਏ ਕੋਈ ਨੁਕਸ਼ ਉਹਨੂੰ ਅਸੀਂ ਕਹਿੰਦੇ ਪ੍ਰਾਈਮਾ ਫੇਸਾਈ। ਜਿਹੜੀ ਚੀਜ਼ ਸਾਨੂੰ ਦੇਖਣ ਸਾਰ ਦਿਖ ਜਾਵੇ। ਪ੍ਰਾਈਮਾ ਫੇਸਾਈ ਦੇ ਵਿੱਚ ਜਿਹੜੇ ਕੇਸ ਦੇ ਕੰਟੈਂਟਸ ਨਹੀਂ ਆਣੇ ਹੈਗੇ, ਸਿਰਫ ਇਹ ਦੇਖਣਾ ਵੀ ਨਹੀਂ ਪ੍ਰਾਈਮਾ ਫੇਸਾਈ ਦੇ ਤਾਂ ਜਿਹੜੀ ਪ੍ਰਾਈਮਾ ਫੇਸਾਈ ਤਾਂ ਇਹ ਹੁੰਦਾ ਹੈ ਵੀ ਸਾਨੂੰ ਕੋਈ ਦੇਖਣ ਸਾਰ ਪਤਾ ਲੱਗ ਜਾਵੇ ਵੀ ਯਾਰ ਆਹ ਜਿਹਨੇ ਮੁੱਢਲੇ ਚੀਜ਼ਾਂ ਜਿਹਨੇ ਸਾਨੂੰ ਦੇਖਣ ਸਾਰੀਆਂ ਦਿਖ ਜਾਵੇ, ਬਰੀਕੀ 'ਚ ਨਾ ਦੇਖਿਆ ਜਾਵੇ, ਬਗੈਰ ਬਰੀਕੀ 'ਚ ਦੇਖਣ ਤੋਂ ਪਤਾ ਲੱਗ ਜਾਵੇ, ਬਿਨਾਂ ਬਰੀਕੀ 'ਚ ਦੇਖਣ ਤੋਂ ਪਤਾ ਲੱਗ ਜਾਵੇ ਸਾਨੂੰ। ਜਿਵੇਂ ਹੁਣ ਗੱਡੀ ਹੈ, ਕੋਈ ਕਾਰ ਹੈ, ਕਾਰ ਦੇ ਮੂਹਰੇ ਪਲੇਟ ਨਹੀਂ ਲੱਗੀ ਵੀ,
ਇਹ ਪ੍ਰੀਮਾ ਫਸਾਈ ਹੈ ਵੀ ਸਾਨੂੰ ਦਿਖ ਰਹੀ ਹੈ ਵੀ ਘਰ ਪਲੇਟ ਨਹੀਂ ਲੱਗੀ ਵੀ, ਜਿਹੜੀ ਇੱਕਦਮ ਕੋਈ ਗੱਲ ਧਿਆਨ ਦੇ ਵਿੱਚ ਆ ਜਾਵੇ, ਦੈਟ ਇਜ਼ ਪ੍ਰੀਮਾ ਫਸਾਈ। ਕਾਜ਼ ਆਫ ਐਕਸ਼ਨ ਤਾਂ ਦੇਖੋ, ਇੱਕ ਕਾਜ਼ ਆਫ ਐਕਸ਼ਨ ਦਾ ਕੋਈ ਸਬਜੈਕਟ ਮੈਟਰ ਨੂੰ ਲੈ ਕੇ ਜਦੋਂ ਕੋਈ ਸੂਟ ਫਾਈਲ ਕਰਦਾ ਹੈ ਤਾਂ ਉਹ ਸੂਟ ਫਾਈਲ ਕਰਨ ਦਾ ਕਾਰਨ ਕੀ ਹੈ, ਮੁਕੱਦਮਾ ਦਾਇਰ ਕਰਨ ਦਾ ਕਾਰਨ ਕੀ ਹੈ। ਜਿਵੇਂ ਮੈਂ ਗੱਲ ਕਰੀ ਸੀ ਵੀ ਬੰਦੇ ਨੇ ਰੈਂਟ ਮੰਗਿਆ, ਉਹ ਕਹਿੰਦਾ ਮੈਂ ਨਹੀਂ ਰੈਂਟ ਦਾ, ਤੂੰ ਜੋ ਕਰਨਾ ਕਰ ਲੈ, ਠੀਕ ਹੈ, then ਮੈਂ ਕੋਰਟ ਦੇ ਵਿੱਚ ਆ ਰਿਹਾ, ਇਸ ਕਰਕੇ ਮੈਨੂੰ ਕੋਰਟ 'ਚ ਆਉਣ ਦੀ ਲੋੜ ਪਈ ਹੈ। ਜਿਵੇਂ ਕ੍ਰਿਮੀਨਲ ਦਾਅਵੇ ਦੇ ਵਿੱਚ ਆਲੇ ਨੇ ਸੱਟ ਮਾਰੀ, ਕਾਜ਼ ਆਫ ਐਕਸ਼ਨ ਰਾਈਜ਼ ਹੋ ਗਿਆ, ਉਸੇ ਵੇਲੇ ਗਾਲ ਕੱਢਦੀ ਕਿਸੇ ਨੇ, ਕਾਜ਼ ਆਫ ਐਕਸ਼ਨ ਰਾਈਜ਼ ਹੋ ਗਿਆ, ਠੀਕ ਹੈ ਜੀ, ਕਾਜ਼ ਆਫ ਐਕਸ਼ਨ ਇਹ ਹੈ। ਥੈਂਕ ਯੂ। ਦੈਨ ਅਸੀਂ ਪੜਾਂਗੇ ਰੂਲਸ ਆਫ ਪਲੀਡਿੰਗ। ਹੁਣ ਪਲੀਡਿੰਗ ਦੇਖੋ ਸਟਾਰਟ ਹੋਣੀਆਂ ਨੇ, ਇਹ ਤੋਂ ਪਹਿਲਾਂ ਤਾਂ ਆਪਾਂ ਆਲੇ ਨੇ ਪ੍ਰੈਜ਼ੈਂਟ ਐਪਲੀਕੇਸ਼ਨ ਪ੍ਰੈਜ਼ੈਂਟ ਕੀਤੀ ਹੈ, ਹੁਣ ਅਸੀਂ ਪਲੀਡਿੰਗ ਸਟਾਰਟ ਕਰਨੀਆਂ ਨੇ। ਪਲੀਡਿੰਗ 'ਚ ਕਿਵੇਂ ਕਰਨੀਆਂ ਨੇ, ਕਿਵੇਂ ਕਾਰਵਾਈ ਚੱਲਦੀ ਹੈਗੀ ਹੈ। ਕਾਰਵਾਈ ਸਟਾਰਟ ਕਰਨੀ ਹੈ। ਕਾਰਵਾਈ ਦੇ ਵਿੱਚ ਕੀ ਦੇਖਿਆ ਜਾਏਗਾ, ਸਭ ਤੋਂ ਪਹਿਲਾਂ ਜਿਹੜੀ ਕੰਪਲੇਂਟ ਫਾਈਲ ਕੀਤੀ ਗਈ ਪਾਰਟੀ ਵੱਲੋਂ, ਦੂਜੀ ਪਾਰਟੀ ਵੱਲੋਂ ਰਿਟਨ ਸਟੇਟਮੈਂਟ ਫਾਈਲ ਕੀਤੀ ਗਈ। ਹੁਣ ਜਿਹੜੀ ਐਪਲੀਕੇਸ਼ਨ ਫਾਈਲ ਕੀਤੀ ਗਈ ਉਹ ਤਾਂ ਆਪਾਂ ਉੱਪਰ ਪੜ੍ਹ ਚੁੱਕੇ ਹਾਂ 10 ਨੰਬਰ 'ਚ, ਵੀ ਉਹਦੇ ਲਈ ਤਾਂ ਆਪਾਂ ਸਾਰਾ ਕੁਝ ਉਹ ਦੇਖਾਂਗੇ ਵੀ ਉਹਨੇ ਆਪਣੀ ਅਰਜ਼ੀ ਸਾਰਾ ਕੁਝ ਦਿੱਤਾ ਹੈ। ਫਿਰ ਦੂਜੀ ਪਾਰਟੀ ਨੇ ਰਿਟਨ ਸਟੇਟਮੈਂਟ ਫਾਈਲ ਕਰ ਦਿੱਤੀ, ਫਿਰ ਰਿਟਨ ਸਟੇਟਮੈਂਟ ਨੂੰ ਅਸੀਂ ਦੇਖਾਂਗੇ ਵੀ ਕੀ ਰਿਟਨ ਸਟੇਟਮੈਂਟ ਦੇਣ ਵਾਲੇ ਬੰਦੇ ਨੇ ਕੇਅਰਫੁਲੀ ਕੀ ਇਹ ਜਿਹੜੀ ਆਪਦੀ ਕੋਈ ਵੈਰੀਫਿਕੇਸ਼ਨ ਦਿੱਤੀ ਹੈ, ਸਾਰੇ ਜੋ ਉਸਨੇ ਮੰਗਿਆ ਸੀਗਾ, ਜੋ ਫੈਕਟ ਸੀਗੇ ਐਪਲੀਕੇਸ਼ਨ ਦੇ ਵਿੱਚ, ਕੰਪਲੇਂਟ ਦੇ ਵਿੱਚ, ਠੀਕ ਹੈ, ਉਹਦੇ ਮੁਤਾਬਕ ਜਿਹੜੀ ਰਿਟਨ ਸਟੇਟਮੈਂਟ ਦਿੱਤੀ ਹੈ, ਰਿਟਨ ਸਟੇਟਮੈਂਟ ਦੇ ਵਿੱਚ ਫਿਰ ਉਸਨੇ ਫਰਦਰ ਥੱਲੇ ਆਪਦੀ ਵੈਰੀਫਿਕੇਸ਼ਨ ਦਿੱਤੀ ਹੈ। ਮਤਲਬ ਕਿ ਦੋਨਾਂ ਚੀਜ਼ਾਂ ਨੂੰ ਕੇਅਰਫੁਲੀ ਪੜ੍ਹਨਾ ਪਏਗਾ, ਐਪਲੀਕੇਸ਼ਨ ਨੂੰ ਵੀ ਤੇ ਰਿਟਨ ਸਟੇਟਮੈਂਟ ਨੂੰ। ਫਿਰ ਕੀ ਉਹਦੇ ਵਿੱਚ ਕੀ ਦੇਖਣਾ, ਅਸੀਂ ਅੱਗੇ ਦੇਖਾਂਗੇ ਏ ਕਲੌਜ਼, ਹੋਲ ਕੇਸਸ ਸਟੇਟਡ ਇਨ ਦਾ ਪਲੀਡਿੰਗ। ਜਿਹੜੀ ਪਲੀਡਿੰਗ ਹੈਗੀ ਹੈ ਸਾਰੇ ਕੇਸ ਨੂੰ ਵਾਲਾ ਸਟੇਟ ਕਰੇਗਾ, ਦੱਸੇਗਾ, ਠੀਕ ਹੈ ਜੀ। ਪੂਰੇ ਕੇਸ ਬਾਰੇ ਕਾਰਵਾਈ ਜਿਹੜੀ ਹੈਗੀ ਹੈ, ਹੋਲ ਕੇਸ ਸਟੇਟਡ ਇਨ ਦਾ ਪਲੀਡਿੰਗ, ਓਨਲੀ ਮਟੀਰੀਅਲ ਫੈਕਟਸ। ਕਿਸ ਚੀਜ਼ ਤੇ ਡਿਪੈਂਡ ਕਰਦਾ ਕੇਸ, ਜਿਹੜੇ ਮਟੀਰੀਅਲ ਫੈਕਟਸ ਹੈਗੇ ਨੇ, ਠੀਕ ਹੈ, ਉਹ ਦਰਸਾਏ ਜਾਣਗੇ। ਸ਼ਾਰਟ ਦੇ ਵਿੱਚ ਹੋਏਗਾ, ਕੰਸਾਈਜ਼ਲੀ, ਨਾਟ ਇਨ ਮਤਲਬ ਕਿ ਆਰਗੂਮੈਂਟਡ ਜ਼ਿਆਦਾ ਨਹੀਂ ਹੋਏਗਾ, ਕੰਸਾਈਜ਼ਲੀ ਸ਼ਾਰਟ ਦੇ ਵਿੱਚ ਹੋਏਗਾ। ਫਿਰ ਜਿਹੜੀ ਹੈਗੀ ਪਾਰਟੀਆਂ, ਸਾਈਨ ਆਫ ਦਾ ਪਾਰਟੀ ਔਰ ਅਥਾਰਟੀ ਐਂਡ ਪਲੀਡਰਸ, ਦੋਨੇ ਪਾਰਟੀਆਂ ਵੱਲੋਂ ਜਿਹੜਾ ਕੰਪਲੇਂਟ ਫਾਈਲ ਕਰ ਰਿਹਾ ਉਹ ਵੀ, ਜਿਹੜਾ ਪਲੀਡਿੰਗ ਫਾਈਲ ਕਰ ਰਿਹਾ ਹੈ ਮਤਲਬ ਰਿਟਨ ਸਟੇਟਮੈਂਟ ਫਾਈਲ ਕਰ ਰਿਹਾ ਹੈ, ਪਾਰਟੀ ਦੇ ਸਾਈਨ ਵੀ ਹੋਣਗੇ। ਕੰਸਰਨ ਪਾਰਟੀ ਜਿਹੜੀ ਦੇ ਰਹੀ ਹੈ ਰਿਪਲਾਈ ਦੇ ਰਹੀ ਹੈ, ਤੇ ਨਾਲ ਹੀ ਨਾਲ ਉਹਦੇ ਜਿਹੜਾ ਵਕੀਲ ਹੈਗਾ ਜਾਂ ਪਾਰਟੀ ਦੇ ਸਾਈਨ ਹੋਣਗੇ, ਜਾਂ ਉਹਦੇ ਵੱਲੋਂ ਉਸਨੇ ਕਿਸੇ ਨੂੰ ਅਟਾਰਨੀ ਦਿੱਤੀ ਵੀ ਹੈ, ਅਥੋਰਾਈਜ਼ ਕੀਤਾ ਹੋਇਆ, ਉਸ ਵਿਅਕਤੀ ਦੇ ਸਾਈਨ ਹੋਣਗੇ, ਤੇ ਨਾਲ ਹੀ ਜਿਹੜਾ ਵਕੀਲ ਹੈਗਾ ਕੰਸਰਨ, ਉਹਦਾ ਲੀਗਲ ਹੈਗਾ ਪਲੀਡਰ ਹੈਗਾ, ਠੀਕ ਹੈ, ਉਹਦੇ ਸਾਈਨ ਵੀ ਨਾਲ ਹੋਣਗੇ। ਫਿਰ ਵੈਰੀਫਿਕੇਸ਼ਨ ਵੀ ਕੀਤੀ ਜਾਏਗੀ, ਉਹਦੇ ਫੁੱਟ ਤੇ ਐਂਡ ਦੇ ਵਿੱਚ ਜਿਹੜੀ ਹੈਗੀ ਆ ਵੈਰੀਫਾਈ ਕੀਤਾ ਜਾਵੇਗਾ, ਲਿਖਿਆ ਕੀ ਜਾਏਗਾ ਉਹੀ ਜਿਵੇਂ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਨੋਨ ਨੌਲੇਜ ਇਨਫੋਰਮੇਸ਼ਨ ਜੋ ਵੀ ਦਿੱਤੀ ਗਈ ਆ ਰਿਪਲਾਈ ਦੇ ਵਿੱਚ, ਸਾਰੀ ਦੀ ਸਾਰੀ ਜਿਹੜੇ ਪੁਆਇੰਟਸ ਹੈਗੇ ਨੇ ਵੀ ਮੇਰੀ ਨੌਲੇਜ ਦੇ ਵਿੱਚ ਹੈਗੇ ਨੇ, ਜੇ ਕਰੈਕਟ ਹੈਗੇ ਨੇ। ਕੁਝ ਪੁਆਇੰਟਸ ਜਿਹੜੇ ਕੋਈ ਮੇ ਬੀ ਫਰੋਮ ਦਾ ਇਨਫੋਰਮੇਸ਼ਨ ਦੇ ਬੇਸਿਸ ਤੇ ਵੀ ਹੋ ਸਕਦੇ ਨੇ, ਕੁਝ ਉਹਦੀ ਆਪਦੀ ਨੌਲੇਜ ਦੇ ਬੇਸਿਸ ਤੇ ਵੀ ਹੋ ਸਕਦੇ ਨੇ। ਉਹ ਆਪਦੇ ਥੱਲੇ ਲਿਖੇਗਾ ਵੀ ਆਹ ਜਿਹੜੇ ਪੈਰੇ ਹੈਗੇ ਆ, ਮੰਨ ਲਓ 12 ਪੈਰਿਆਂ ਦੀ ਕੋਈ ਰਿਪਲਾਈ ਹੈਗੀ ਹੈ, ਜੋ 9 ਜਿਹੜੇ ਪੈਰੇ ਹੈਗੇ ਆ ਪਹਿਲੇ, ਦੈਟ ਇਜ਼ ਉਹਦੀ ਆਪਦੇ ਵਿਸ਼ਵਾਸ ਦੇ ਨਾਲ, ਉਹਦੀ ਆਪਦੀ ਨੌਲੇਜ ਦੇ ਮੁਤਾਬਕ ਸਹੀ ਉਹਨੇ ਲਿਖੇ ਹੋਏ ਨੇ। ਜਿਹੜੇ 3 ਪੈਰੇ ਨੇ ਜਿਹੜੀ ਇਨਫੋਰਮੇਸ਼ਨ ਉਹਨੂੰ ਕਲੈਕਟ ਕੀਤੀ ਹੈ, ਕੋਈ ਰਿਕਾਰਡ ਕਲੈਕਟ ਕੀਤਾ, ਰਿਕਾਰਡ ਦੇ ਬੇਸਿਸ ਤੇ ਹੈਗੇ ਨੇ, ਉਹ ਜਾਣੀ ਕਿ ਆਪਦੀ ਵੈਰੀਫਿਕੇਸ਼ਨ ਦੇ ਵਿੱਚ ਕਲੀਅਰ ਹੀ ਕਰੇਗਾ ਸਾਰਾ ਕੁਝ। ਉਹਦੀ ਰਿਸਪੌਂਸਿਬਿਲਿਟੀ ਬਣੇਗੀ ਵੀ ਜੋ ਮੈਂ ਲਿਖ ਰਿਹਾ ਉਹ ਮੈਂ ਕਿਸ ਦੇ ਆਧਾਰ ਤੇ ਲਿਖ ਰਿਹਾ, ਠੀਕ ਹੈ। ਪੈਨ ਮਿਸਰੈਪ੍ਰੈਜ਼ੈਂਟੇਸ਼ਨ, ਫਰਾਡ, ਅਨਡਿਊ ਇਨਫਲੂਐਂਸ। ਜਦੋਂ ਕੋਈ ਅਰਜ਼ੀ ਕਿਸੇ ਤਰ੍ਹਾਂ ਦੀ ਹੈਗੀ ਹੈ, ਕੋਈ ਕੰਪਲੇਂਟ ਫਾਈਲ ਕੀਤੀ ਗਈ ਵਾਲੇ ਨੇ, ਦੂਜੀ ਪਾਰਟੀ ਨੇ ਕਿਸੇ ਮਿਸਰੈਪ੍ਰੈਜ਼ੈਂਟੇਸ਼ਨ ਨੂੰ ਲੈ ਕੇ, ਗਲਤ ਬਿਆਨੀ ਦੇ ਬੇਸ ਤੇ ਕੋਈ ਮੁਕੱਦਮਾ ਪਾਇਆ ਗਿਆ ਹੈ, ਜਾਂ ਫਰਾਡ ਦੇ ਬੇਸਿਸ ਤੇ ਹੈ, ਜਾਂ ਕਿਸੇ ਮਤਲਬ ਕਿ ਇਹਨਾਂ ਵੀ ਇਹ ਗਲਤ ਤਰੀਕੇ ਦੇ ਨਾਲ ਇਹਨਾਂ ਨੇ ਅੰਡਰ ਪ੍ਰੈਸ਼ਰ ਦੇ ਨਾਲ ਜਿਹੜੀ ਵਸੀਅਤ ਕਰਵਾ ਲਈ, ਠੀਕ ਹੈ। ਤਾਂ ਜਦੋਂ ਅਸੀਂ ਉਸ ਨੂੰ ਪਲੀਡ ਕਰਨਾ ਹੈ,
ठीक है, वो विद फैक्ट्स पूरा होना चाहिए, विद प्रूफ, मतलब कि ਉਹਨੂੰ ਪਲੀਡ ਕਰਨਾ ਹੁੰਦਾ ਹੈਗਾ। ਨੈਸੈਸਰੀ ਪਾਰਟੀਕੂਲਰਸ ਜੇ ਸਾਡੇ ਕੋਲ ਹੈਗੇ ਨੇ ਉਹ ਨਾਲ ਲਗਾਉਣੇ ਚਾਹੀਦੇ ਨੇ ਆਪਾਂ ਨੂੰ ਆਪਣੀ ਪਲੇਨ ਦੇ ਵਿੱਚ। ਅੱਗੇ ਹੈਗਾ ਫਿਰ ਪ੍ਰੀਮਾ ਫਸਾਈ ਟਾਈਮ ਬਾਰਡ, ਵੀ ਜਿਹੜਾ ਹੈਗਾ ਸਾਡਾ ਆਪਾਂ ਨੂੰ ਦੇਖਦੇ ਹੀ ਪਤਾ ਤਾਂ ਨਹੀਂ ਲੱਗਦਾ ਵੀ ਜੇ ਮੰਨ ਲਓ 3 ਮਹੀਨਾ ਟਾਈਮ ਸੀਗਾ ਮੁਕੱਦਮਾ ਦਾਇਰ ਕਰਨ ਦਾ, ਮੁਕੱਦਮਾ ਦਾਇਰ ਹੋ ਰਿਹਾ ਸਾਲ ਬਾਅਦ, ਦੇਖਣ ਸਾਰੀ ਪਤਾ ਲੱਗ ਗਿਆ ਸਾਨੂੰ ਪ੍ਰੀਮਾ ਫਸਾਈ ਹੈ। ਪ੍ਰੀਮਾ ਫਸਾਈ ਟਾਈਮ ਬਾਰਡ ਹੈਗਾ, ਗਰਾਊਂਡ ਔਨ ਵਿੱਚ ਜਿਹੜੀ ਐਗਜ਼ੈਂਪਸ਼ਨ ਹੈ ਕੋਈ ਕਲੇਮ ਕੀਤੀ ਹੈ ਤਾਂ ਉਹਦੀ ਗਰਾਊਂਡ ਕੀ ਹੈ। ਜੇ ਕਿਸੇ ਪਾਰਟੀ ਨੇ ਸਮੇਂ ਦੇ ਅੰਦਰ ਕੋਈ ਦਾਅਵਾ ਦਾਇਰ ਨਹੀਂ ਕੀਤਾ, ਠੀਕ ਹੈ, ਫਿਰ ਕੀ ਉਹ ਪਤਾ ਲੱਗਦਾ ਵੀ ਇਹ ਦਾਅਵਾ ਜਿਹੜਾ ਹੈਗਾ ਸਮੇਂ ਦੇ ਵਿੱਚ ਨਹੀਂ ਕੀਤਾ ਗਿਆ ਤਾਂ ਕੀ ਉਸਨੇ ਇਹਦੀ ਕੋਈ ਐਗਜ਼ੈਂਪਸ਼ਨ ਲਈ ਹੈ, ਠੀਕ ਹੈ, ਐਗਜ਼ੈਂਪਸ਼ਨ ਕਲੇਮ ਕੀਤੀ ਹੈ, ਇਹ ਵੀ ਸਾਰਾ ਕੁਝ ਦੇਖਿਆ ਜਾਂਦਾ ਹੈਗਾ। ਜੇ ਕੋਈ ਜਿਹੜੀ ਐਪਲੀਕੇਸ਼ਨ ਹੈ ਜਾਂ ਰਿਟਰਨ ਸਟੇਟਮੈਂਟ ਹੈ, ਇੱਦਾਂ ਜਦੋਂ ਪਤਾ ਲੱਗਦੇ ਵੀ ਜੋ ਚਾਰ ਕੋਈ ਡਿਫੈਕਟ ਹੈਗਾ ਤਾਂ ਉਸਨੂੰ ਜਿਹੜਾ ਰਿਟਰਨ ਹੈਗਾ ਇਨੀਸ਼ੀਅਲ ਸਟੇਜ ਤੇ ਵੀ ਰਿਟਰਨ ਕੀਤਾ ਜਾ ਸਕਦਾ ਹੈ, ਔਰ ਜਾਂ ਫਿਰ ਆਰਡਰ ਵੀ ਕੀਤਾ ਜਾ ਸਕਦਾ ਹੈ। ਇੱਥੇ ਕੋਰਟ ਦੀ ਜਿਹੜੀ ਡਿਸਕਸ਼ਨ ਹੁੰਦੀ ਹੈ, ਕੋਰਟ ਉਸਨੂੰ ਇਨੀਸ਼ੀਅਲ ਸਟੇਜ ਤੇ ਵੀ ਕਹਿ ਸਕਦੀ ਵੀ ਆ ਯਾਰ ਤੇਰੀਆਂ ਆਹ ਦੇਖਦੇ ਸਾਰੀਆਂ ਕੁਝ ਕਮੀਆਂ ਹੈਗੀਆਂ ਨੇ, ਇਹਨੂੰ ਰਿਮੂਵ ਕਰ ਲਿਆਓ ਤੁਸੀਂ ਆਪਣੀ ਇਹਨੂੰ, ਜਾਂ ਫਿਰ ਕੋਰਟ ਆਰਡਰ ਵੀ ਕਰ ਸਕਦੀ ਹੈ। ਕੋਰਟ ਆਰਡਰ ਕਰ ਸਕਦੀ ਵੀ ਆਹ ਤੁਹਾਡੀ ਡੈਫੀਸ਼ੀਐਂਸੀ ਹੈਗੀ ਹੈ, ਤੁਹਾਡੀ ਪਲੇਨ ਦੇ ਵਿੱਚ ਹੈ ਜਾਂ ਤੁਹਾਡੀ ਰਿਟਰਨ ਸਟੇਟਮੈਂਟ ਦੇ ਵਿੱਚ ਹੈ, ਤੁਸੀਂ ਇਹਨੂੰ ਠੀਕ ਕਰਕੇ ਆਹ ਡੇਟ ਤੁਹਾਡੀ ਪਾਈ ਜਾਂਦੀ ਹੈ, ਇਸ ਡੇਟ ਦੇ ਵਿੱਚ ਅਮੈਂਡਡ ਐਪਲੀਕੇਸ਼ਨ ਜਿਹੜੀ ਤੁਸੀਂ ਇਹ ਦੁਬਾਰਾ ਫਾਈਲ ਕਰ ਸਕਦੇ ਹੋ। ਠੀਕ ਹੈ ਜੀ, ਇਹ ਹੈਗਾ ਜਦੋਂ ਪਲੀਡਿੰਗ ਸਟਾਰਟ ਹੋਣੀਆਂ ਨੇ ਤਾਂ ਕੀ ਦੇਖਿਆ ਹੈ। ਨੈਕਸਟ ਹੈ ਰੂਲ ਨੰਬਰ 12, ਜੁਆਇੰਟਰ ਆਫ ਦਾ ਪਾਰਟੀਜ਼ ਐਂਡ ਕਾਜ਼ ਆਫ ਐਕਸ਼ਨ। ਜਦੋਂ ਕੋਈ ਐਪਲੀਕੇਸ਼ਨ ਪਲੇਨ ਫਾਈਲ ਹੁੰਦੀ ਹੈ ਤਾਂ ਇਹੀ ਹੈਗਾ ਸਭ ਤੋਂ ਪਹਿਲਾਂ ਜਿਹੜਾ ਦੇਖਿਆ ਜਾਂਦਾ ਵੀ ਜੁਆਇੰਟਰ ਆਫ ਦਾ ਪਾਰਟੀਜ਼ ਐਂਡ ਕਾਜ਼ ਆਫ ਐਕਸ਼ਨ ਪਲੇਨ ਦੇ ਵਿੱਚ ਕਿਵੇਂ ਹੈ। ਕਾਜ਼ ਆਫ ਐਕਸ਼ਨ ਤਾਂ ਦੇਖਿਆ ਜਾਏਗਾ ਵੀ ਦੇਖੋ ਥੋੜੀ ਜਿਹੀ ਇੱਥੇ ਜਿਹੜਾ ਪੁਆਇੰਟ ਹੈਗਾ ਥੋੜਾ ਟੈਕਨੀਕਲ ਹੈਗਾ। ਮੰਨ ਲਓ 4 ਬੰਦੇ ਦਾਵਾ ਫਾਈਲ ਕਰ ਰਹੇ ਨੇ, ਅੱਗੇ 4 ਬੰਦਿਆਂ ਦੇ ਖਿਲਾਫ ਦਾਵਾ ਦਾਇਰ ਹੋ ਰਿਹਾ ਹੈ, ਠੀਕ ਹੈ। ਜਿਹੜੇ 4 ਬੰਦੇ ਨੇ ਉਹਨਾਂ ਦੇ ਖਿਲਾਫ ਸੇਮ ਕਾਜ਼ ਆਫ ਐਕਸ਼ਨ ਇੱਕੋ ਹੀ ਹੈ ਜਾਂ ਅਲੱਗ-ਅਲੱਗ ਹੈ। ਇੱਕ ਬੰਦੇ ਨੇ ਕੁਝ ਹੋਰ ਕੀਤਾ, ਦੂਜੇ ਤੋਂ ਕੁਝ ਹੋਰ ਕੀਤਾ, ਤੀਜੇ ਤੋਂ ਕੁਝ ਹੋਰ ਕੀਤਾ, ਚੌਥੇ ਦੇ ਖਿਲਾਫ ਕੁਝ ਹੋਰ ਕਾਰਵਾਈ ਹੈ, ਠੀਕ ਹੈ। ਜੇ ਸੇਮ ਕਾਜ਼ ਆਫ ਐਕਸ਼ਨ ਹੈਗਾ ਤਾਂ ਅਸੀਂ 4 ਬੰਦਿਆਂ ਦੇ ਖਿਲਾਫ ਦਾਵਾ ਫਾਈਲ ਕਰ ਸਕਦੇ ਹਾਂ। ਜੇ ਕਾਜ਼ ਆਫ ਐਕਸ਼ਨ ਅਲੱਗ-ਅਲੱਗ ਹੈਗਾ, ਅਲੱਗ-ਅਲੱਗ ਬੰਦੇ ਹੈਗੇ ਨੇ, ਠੀਕ ਹੈ, ਫਿਰ ਵੀ ਹੈਵ ਟੂ ਫਾਈਲ ਦਾ ਸੈਪਰੇਟ ਸੂਟ ਅਗੇਂਸਟ ਸੈਪਰੇਟ ਪਰਸਨਸ। ਇੱਥੇ ਕਾਜ਼ ਆਫ ਐਕਸ਼ਨ ਤੇ ਜੁਆਇੰਟਰ ਆਫ ਪਾਰਟੀਜ਼ ਨੂੰ ਇਸ ਤਰੀਕੇ ਡਿਸਾਈਡ ਕੀਤਾ ਜਾਂਦਾ ਹੈ ਵੀ ਜੇ ਇੱਕੋ ਹੀ ਨੇਚਰ ਦਾ ਦਾਵਾ ਹੈਗਾ ਤਾਂ ਦੇਖੋ ਸਾਰੇ ਬੰਦਿਆਂ ਦੇ ਖਿਲਾਫ ਹੈਗਾ, ਫਿਰ ਤਾਂ ਦਾਵਾ ਇੱਕ ਚੱਲ ਜਾਏਗਾ। ਜੇ ਕਾਜ਼ ਆਫ ਐਕਸ਼ਨ ਅਲੱਗ-ਅਲੱਗ ਨੇ ਫਿਰ ਤੁਸੀਂ ਇੱਕ ਦਾਵੇ 'ਚ ਨਹੀਂ, ਤੁਸੀਂ ਅਲੱਗ-ਅਲੱਗ ਬੰਦਿਆਂ ਦੇ ਖਿਲਾਫ ਅਲੱਗ-ਅਲੱਗ ਕਲੇਮ ਇੱਕ ਦਾਵੇ 'ਚ ਕਲੇਮ ਨਹੀਂ ਕੀਤਾ ਜਾ ਸਕਦਾ। ਇਹਦਾ ਮਤਲਬ ਇਹ ਹੈਗਾ ਇੱਥੇ ਰੂਲ ਦਾ ਰੂਲ ਨੰਬਰ 12 ਹੈਗਾ ਵੀ ਜੁਆਇੰਟਰ ਆਫ ਦਾ ਪਾਰਟੀਜ਼ ਕਾਜ਼ ਆਫ ਐਕਸ਼ਨ ਜੇ ਸਫੀਸ਼ੀਐਂਟ ਹੈਗਾ, ਸੇਮ ਕਾਜ਼ ਆਫ ਐਕਸ਼ਨ ਹੈਗਾ, ਫਿਰ ਤਾਂ ਤੁਸੀਂ ਪਾਰਟੀਆਂ ਨੂੰ ਜੁਆਇਨ ਕਰੋ। ਜੇ ਕਿਸੇ ਕਾਜ਼ ਆਫ ਐਕਸ਼ਨ ਅਲੱਗ-ਅਲੱਗ ਹੈਗੇ ਨੇ, ਠੀਕ ਹੈ, ਤਾਂ ਜਿਹੜਾ ਤੁਹਾਡਾ ਦਾਵਾ ਹੈਗਾ ਤੁਸੀਂ ਅਲੱਗ-ਅਲੱਗ ਪਾਰਟੀਆਂ ਦੇ ਖਿਲਾਫ ਦਾਵਾ ਅਲੱਗ-ਅਲੱਗ ਪਾਇਆ ਜਾਏ। ਨੈਕਸਟ ਹੈ ਰੂਲ ਨੰਬਰ 13। ਰੂਲ ਨੰਬਰ 13 ਕੀ ਹੈ ਜੀ? ਰੂਲ ਨੰਬਰ 13 ਹੈ ਸਕਰੂਟਨੀ ਆਫ ਪਲੇਂਟ ਰਿਲੇਟਿੰਗ ਟੂ ਐਗਰੀਕਲਚਰ ਲੈਂਡ ਵੈਨ ਪਲੈਂਟਿਵ ਇਜ਼ ਇਲਿਟਰੇਟ। ਇੱਥੇ ਗੱਲ ਕੀਤੀ ਵੀ ਜੇ ਕੋਈ ਐਗਰੀਕਲਚਰ ਜ਼ਮੀਨ ਨੂੰ ਲੈ ਕੇ ਕੋਈ ਡਿਸਪਿਊਟ ਹੈਗਾ, ਠੀਕ ਹੈ, ਤਾਂ ਜਦੋਂ ਤੁਸੀਂ ਪਲੇਂਟ ਨੂੰ ਸਕਰੂਟਨੀ ਕਰੋਗੇ, ਪਲੇਂਟ ਨੂੰ ਦੇਖੋਗੇ ਤਾਂ ਜੇ ਐਗਰੀਕਲਚਰ ਇਹ ਸਰ ਕੁਐਸਚਨ ਕੀ ਪੇਪਰ ਚ ਆਇਆ ਸੀਗਾ। ਕਿਹੜਾ ਜੀ? ਜਿਹੜਾ 13 ਨੰਬਰ। ਓਕੇ 13 ਨੰਬਰ। ਜਦੋਂ ਅਨਪੜ੍ਹ ਹੋਵੇ ਜੀ, ਜਦੋਂ ਅਨਪੜ੍ਹ ਹੋਵੇ, ਮਦਈ ਅਨਪੜ੍ਹ ਹੋਵੇ, ਮਦਈ ਅਨਪੜ੍ਹ ਹੋਵੇ ਤਾਂ ਪਲੇਨ ਦੀ ਜਿਹੜੀ ਹੈਗੀ ਸਕਰੂਟਨੀ ਕਰਨੀ ਹੈ। ਸਕਰੂਟਨੀ ਕੀ ਕਹਿੰਦਾ, ਰੈਵਨਿਊ ਆਫਿਸਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਜੇ ਜ਼ਿਮੀਂਦਾਰ ਅਨਪੜ੍ਹ ਹੈਗਾ, ਠੀਕ ਹੈ, ਲੈਂਡ ਐਗਰੀਕਲਚਰ ਹੈਗੀ ਹੈ, ਇਟ ਸ਼ੁੱਡ ਬੀ ਸਕਰੂਟਨਾਈਜ਼ ਵਿਦ ਸਪੈਸ਼ਲ ਕੇਅਰ। ਤਾਂ ਬੜੇ ਧਿਆਨ ਦੇ ਨਾਲ ਜਿਹੜੀ ਹੈਗੀ ਹੈ ਉਹਦੀ ਜਿਹੜੀ ਚੈੱਕ ਕਰਨੀ ਹੁੰਦੀ ਹੈ। ਕੀ ਚੈੱਕ ਕਰਾਂਗੇ? ਜਿਹੜੀ ਸਟੇਟਮੈਂਟ ਦਿੱਤੀ ਹੈ ਬੰਦੇ ਨੇ, ਜੇ ਐਪਲੀਕੇਸ਼ਨ ਫਾਈਲ ਕੀਤੀ ਹੈ, ਉਹਦੇ ਨਾਲ ਜਿਹੜੇ ਡਾਕੂਮੈਂਟ ਰੈਲੀਵੈਂਟ ਡਾਕੂਮੈਂਟ ਲਾਏ ਨੇ, ਜਮਾਬੰਦੀ ਦੀ ਕਾਪੀ ਲਾਈ ਹੈ, ਠੀਕ ਹੈ, ਕੀ ਕੰਪੀਟੈਂਟ ਜਿਹੜਾ ਪਟਵਾਰੀ ਹਲਕਾ ਹੈਗਾ ਉਹਦੇ ਵੱਲੋਂ ਜਾਰੀ ਕੀਤੀ ਗਈ ਹੈ,
ਜਮਾਬੰਦੀ ਦੀ ਕਾਪੀ ਨਾਲ ਲਾਈ ਹੈ ਜਿਸ ਦੇ ਆਧਾਰ ਤੇ ਦਾਵਾ ਦਾਇਰ ਕੀਤਾ ਗਿਆ ਹੈ। ਠੀਕ ਹੈ, ਪਟਵਾਰੀ ਹਲਕਾ ਵੱਲੋਂ ਕੰਸਰਨ ਪਟਵਾਰੀ ਹਲਕਾ ਵੱਲੋਂ ਜਾਰੀ ਕੀਤੀ ਗਈ ਹੈ। ਕਿਤੇ ਐਵੇਂ ਤਾਂ ਨਹੀਂ ਕਿ ਚੱਕ ਕੇ ਕੋਈ ਹੋਰੇ ਕਾਪੀ ਲਗਾਤੀ ਜਿਹੜੀ ਉਸ ਨੂੰ ਕੰਸਰਨ ਪਰਸਨ ਨੂੰ ਪਤਾ ਹੀ ਨਹੀਂ ਹੈਗਾ ਕਿੱਥੋਂ ਲਈ ਹੈ ਕਿਵੇਂ ਨਹੀਂ ਲਿਆ। ਕੋਈ ਗੁਰਦੌਰੀ ਦਾ ਕੇਸ ਹੈਗਾ, ਕੋਈ ਗੁਰਦੌਰੀ ਦੀ ਕਾਪੀ ਨਾਲ ਲੱਗੀ ਹੈ, ਉਹ ਵੀ ਕੰਪੀਟੈਂਟ ਕੰਸਰਨ ਪਟਵਾਰੀ ਹਲਕਾ ਵੱਲੋਂ ਜਾਰੀ ਹੋਈ ਹੋਣੀ ਚਾਹੀਦੀ ਹੈ, ਉਹਦੇ ਤੇ ਦਸਤਖਤ ਹੋਏ ਹੋਣੇ ਚਾਹੀਦੇ ਨੇ, ਰੇਟ ਪਈ ਹੋਈ ਹੋਣੀ ਚਾਹੀਦੀ ਹੈ। ਠੀਕ ਹੈ, ਜੇ ਕਿਸੇ ਲੈਂਡ ਨੂੰ ਕਿਸੇ ਪਲਾਟ ਨੂੰ ਲੈ ਕੇ ਗੱਲ ਹੈਗੀ ਹੈ, ਕੋਈ ਪਲਾਟ ਦਾ ਡਿਸਪਿਊਟ ਹੈਗਾ, ਇਹ ਤਾਂ ਐਗਰੀਕਲਚਰ ਲੈਂਡ ਦੀ ਗੱਲ ਆ ਗਈ। ਜਿੱਥੇ ਕਿਤੇ ਐਗਰੀਕਲਚਰ ਲੈਂਡ ਦੀ ਗੱਲ ਹੈ ਤਾਂ ਜਿਹੜਾ ਰੈਵਨਿਊ ਰਿਕਾਰਡ ਉਹਦੇ ਨਾਲ ਲੱਗਣਾ ਹੈ, ਪਲੇਨ ਦੇ ਨਾਲ ਲੱਗਣਾ ਹੈ, ਉਹ ਰੈਵਨਿਊ ਰਿਕਾਰਡ ਕੰਸਰਨ ਪਟਵਾਰੀ ਹਲਕਾ ਉਸੇ ਹਲਕੇ ਦੇ ਪਟਵਾਰੀ ਵੱਲੋਂ ਹੀ ਜਾਰੀ ਕੀਤਾ ਹੋਣਾ ਚਾਹੀਦਾ ਹੈ। ਇਸ ਗੱਲ ਨੂੰ ਜਿਹੜਾ ਹੈਗਾ ਧਿਆਨ ਦੇ ਨਾਲ ਰੈਵਨਿਊ ਆਫੀਸਰ ਨੇ ਦੇਖਣਾ ਹੈਗਾ ਵੀ ਬਾਕੀ ਤਾਂ ਕਿ ਕੱਲ ਨੂੰ ਇਸ ਜ਼ਿਮੀਂਦਾਰ ਦਾ ਕੋਈ ਨੁਕਸਾਨ ਨਾ ਹੋਵੇ। ਠੀਕ ਹੈ, ਜੇ ਕਿਤੇ ਜਿਹੜੀ ਦਾਵਾ ਹੈਗਾ ਉਹ ਹੈਗਾ ਕਿਸੇ ਪਲਾਟ ਦੇ ਰਿਗਾਰਡਿੰਗ ਦੈਨ ਦੇਖਣਾ ਹੈਗਾ ਵੀ ਜਿਹੜਾ ਪਲਾਟ ਹੈ ਉਹਦਾ ਕੋਈ ਨਕਸ਼ਾ ਨਾ ਲੱਗਿਆ ਹੋਇਆ ਹੋਵੇ, ਉਹਦੀਆਂ ਦਿਸ਼ਾਵਾਂ ਦਰਸਾਈਆਂ ਹੋਈਆਂ ਹੋਣ। ਠੀਕ ਹੈ, ਪਟਵਾਰੀ ਹਲਕਾ ਦਾ ਜੇ ਨਕਸ਼ਾ ਹੈ ਤਾਂ ਪਟਵਾਰੀ ਹਲਕਾ ਵੱਲੋਂ ਦਸਤਖਤ ਕੀਤੇ ਹੋਏ ਹੋਣੇ ਚਾਹੀਦੇ ਨੇ। ਜੇ ਉਹਦੇ ਵੱਲੋਂ ਜਾਰੀ ਕੀਤੀ ਗਈ ਕੋਈ ਕਾਪੀ ਹੈਗੀ ਹੈ, ਲੱਠੇ ਦੀ ਕਾਪੀ ਹੈਗੀ ਹੈ। ਠੀਕ ਹੈ, ਮੈਪ ਸ਼ੈਲ ਬੀ ਸਰਟੀਫਾਈਡ ਐਸ ਕਰੈਕਟ ਬਾਈ ਦਾ ਪਟਵਾਰੀ ਔਰ ਅਦਰ ਖਸਰਾ ਨੰਬਰਸ ਅਦਰ ਪਰਸਨ ਹੂ ਪ੍ਰਪੇਅਰਡ ਇਟ। ਜੇ ਕਿਸੇ ਉਸਨੇ ਆਪਣਾ ਨਕਸ਼ਾ ਨਹੀਂ ਵੀ ਸੇਮ ਬਣਾਇਆ ਤਾਂ ਉਹਦੇ ਦਸਤਖਤ ਹੋਏ ਹੋਣੇ ਚਾਹੀਦੇ ਨੇ। ਜੇ ਪਟਵਾਰੀ ਹਲਕਾ ਵੱਲੋਂ ਜਾਰੀ ਕੀਤਾ ਗਿਆ ਲੱਠੇ ਦੀ ਕਾਪੀ ਤਾਂ ਪਟਵਾਰੀ ਹਲਕਾ ਦੀ ਲੱਠੀ ਤੇ ਦਸਤਖਤ ਹੋਣੇ ਚਾਹੀਦੇ ਨੇ ਕਾਪੀ ਦੇ। ਠੀਕ ਹੈ ਜੀ, ਇਹ ਚੀਜ਼ਾਂ ਨੇ ਬਸ, ਹੋਰ ਤਾਂ ਇਹਦੇ ਵਿੱਚ ਕੀ ਹੈਗਾ। ਬਾਉਂਡਰੀਜ਼ ਔਰ ਸੱਚ ਖਸਰਾ ਨੰਬਰ, ਬਾਉਂਡਰੀਜ਼ ਵਗੈਰਾ ਦੱਸੀਆਂ ਹੋਈਆਂ ਹੋਣੀਆਂ ਚਾਹੀਦੀਆਂ ਨੇ। ਠੀਕ ਹੈ ਜੀ, ਇਹ ਕੁਛ ਹੈ ਵੀ ਜੇ ਕੋਈ ਜਿਹੜਾ ਪਾਰਟੀ ਹੈਗੀ ਆ ਅਨਪੜ੍ਹ ਹੋਵੇ ਤਾਂ ਕੀ ਕੁਛ ਦਿਖਣਾ ਹੁੰਦਾ ਹੈ। ਮੇਨ ਤਾਂ ਇਹੀ ਦਿਖਣਾ ਹੈ ਵੀ ਜਮਾਬੰਦੀ ਦੀ ਕਾਪੀ ਲੱਗੀ ਹੈ, ਗੁਰਦੌਰੀ ਦੀ ਕਾਪੀ ਲੱਗੀ ਹੈ, ਨਕਸ਼ੇ ਦੀ ਕਾਪੀ ਲੱਗੀ ਵੀ। ਠੀਕ ਹੈ, ਇਹ ਚੀਜ਼ਾਂ ਜਿਹੜੀਆਂ ਲੱਗੀਆਂ ਹੋਣ ਚਾਹੀਦੀਆਂ ਨੇ। ਇਹ ਕੰਸਰਨਡ ਕੰਪੀਟੈਂਟ ਅਥਾਰਟੀ ਕੌਣ? ਪਟਵਾਰੀ ਹਲਕਾ ਕੰਸਰਨਡ ਏਰੀਆ ਦਾ, ਉਹਦੇ ਵੱਲੋਂ ਜਾਰੀ ਕੀਤੀਆਂ ਹੋਣੇ ਚਾਹੀਦੀਆਂ। ਨੈਕਸਟ ਅਸੀਂ ਪੜਾਂਗੇ ਰੂਲ ਨੰਬਰ 14 ਰੂਲ ਚ ਕੀ ਹੈ, ਕੋਰਟ ਟੂ ਡਿਟਰਮਿਨ ਫੋਰਮ ਸਮਨਸ। ਜਦੋਂ ਕਿਸੇ ਪਾਰਟੀ ਨੂੰ ਸਮਨ ਜਾਰੀ ਕਰਨਾ ਹੈ ਤਾਂ ਕੋਰਟ ਨੇ ਕੀ ਕਰਨਾ ਹੈ ਤਾਂ ਦੇਖਣਾ ਹੈ ਵੀ ਜਿਹੜਾ ਸਮਨ ਭੇਜਿਆ ਜਾ ਰਿਹਾ ਹੈ ਉਹ ਕਿਸੇ ਜਿਹੜੇ ਹੈਗੇ ਨੇ ਇਸ਼ੂ ਜੇ ਹੈਗੇ ਨੇ ਉਹਦੀ ਸੈਟਲਮੈਂਟ ਦੇ ਲਈ, ਇਸ਼ੂ ਦੀ ਸੈਟਲਮੈਂਟ ਲਈ ਭੇਜਿਆ ਜਾ ਰਿਹਾ ਹੈ ਜਾਂ ਫਿਰ ਦਾਵਾ ਜਿਹੜਾ ਹੈਗਾ ਉਹ ਫਾਈਨਲ ਡਿਸਾਈਡ ਕਰਨਾ ਹੈ ਉਹਦੇ ਲਈ ਭੇਜਿਆ ਜਾ ਰਿਹਾ ਹੈ। ਕਈ ਵਾਰ ਤਾਂ ਕਿਸੇ ਪਾਰਟੀਕੂਲਰ, ਵੈਸੇ ਤਾਂ ਦੇਖੋ ਸਮਨਿੰਗ ਇੱਕ ਵਾਰੀ ਹੁੰਦੀ ਹੈ ਪਰ ਇੱਥੇ ਮੇਬੀ ਕੀ ਰੀਜ਼ਨ ਹੋ ਸਕਦਾ ਹੈ। ਇੱਥੇ ਦੋ ਪੱਖ ਦਿਖਾਤੇ ਇਸ ਨੇ। ਸੈਟਲਮੈਂਟ ਆਫ ਦਾ ਇਸ਼ੂ ਜਦੋਂ ਇਸ਼ੂ ਫਰੇਮ ਕਰਦੇ ਆ, ਠੀਕ ਹੈ, ਜਿਵੇਂ ਕਿ ਹੁਣ ਅਸੀਂ ਕੁਐਸਚਨ ਆਫ ਟਾਈਟਲ ਆਪਾਂ ਤਕਸੀਮ ਦੇ ਕੇਸਾਂ ਦੇ ਵਿੱਚ ਕੀ ਬਣਾਉਂਦੇ ਆ, ਮੋਡ ਆਫ ਪਾਰਟੀਸ਼ਨ ਬਣਾਉਂਦੇ ਆ। ਮੋਡ ਆਫ ਪਾਰਟੀਸ਼ਨ ਬਣਾਉਣ ਤੋਂ ਪਹਿਲਾਂ ਪਾਰਟੀਆਂ ਦੀ ਸਟੇਟਮੈਂਟ ਲਈ ਜਾਂਦੀ ਹੈ। ਠੀਕ ਹੈ, ਇਦਾਂ ਹੀ ਇਹਦੇ ਵਿੱਚ ਦਰਸਾਇਆ ਗਿਆ ਇਹਦੇ ਵਿੱਚ ਵੀ ਕੀ ਤੁਸੀਂ ਜਿਹੜੇ ਇਸ਼ੂ ਫਰੇਮ ਦੇ ਮਕਸਦ ਦੇ ਲਈ ਸਮਨਿੰਗ ਕਰਨੀ ਹੈ ਪਾਰਟੀ ਨੂੰ ਜਾਂ ਫਾਈਨਲ ਡਿਸੀਜਨ ਦੇ ਲਈ ਪਾਰਟੀ ਨੂੰ ਸਮਨਿੰਗ ਕਰਨੀ ਹੈ, ਵੀ ਇਹ ਕੋਰਟ ਨੇ ਡਿਸਾਈਡ ਕਰਨਾ ਹੈਗਾ ਵੀ ਕਿਹੜਾ ਸਮਨ ਕਿਹੜਾ ਪਾਰਟੀ ਨੂੰ ਭੇਜਿਆ ਜਾ ਰਿਹਾ ਹੈਗਾ। ਪਰ ਇਹ ਪ੍ਰੈਕਟੀਕਲ 'ਚ ਨਹੀਂ ਹੈਗਾ, ਜਿਹੜਾ ਸਮਨ ਜਾਂਦਾ ਪਾਰਟੀ ਨੂੰ ਇੱਕੋ ਵਾਰੀ ਜਾਂਦਾ, ਸਾਰੇ ਕੇਸ ਦੀ ਫਾਈਨਲ ਡਿਸੀਜਨ ਤੱਕ ਹੀ ਜਾਂਦਾ ਹੈਗਾ। ਠੀਕ ਹੈ ਜੀ, ਨੋਟ ਇਨ ਪ੍ਰੈਕਟੀਕਲ ਇਹ ਵਾਲਾ ਸੈਕਸ਼ਨ ਹੈਗਾ, ਰੂਲ ਹੈਗਾ, ਇਹ ਨਹੀਂ ਆਉਂਦਾ ਹੈਗਾ ਇੱਦਾਂ ਦਾ। ਰੂਲ ਨੰਬਰ 15 ਚ ਕੀ, ਸਮਨ ਟੂ ਦਾ ਡਿਫੈਂਡੈਂਟਸ। ਪਾਰਟੀ ਤੋਂ ਡਿਫੈਂਡੈਂਟ ਨੂੰ ਸਮਨ ਭੇਜਣਾ ਹੈ। ਜਿਹੜਾ ਸਮਨ ਹੈ ਜੀ, ਸਮਨ ਤਾਂ ਦੇਖੋ ਪਤਾ ਹੀ ਹੈ ਸਾਰਿਆਂ ਨੂੰ, ਕਿਹੜੀ ਕੋਰਟ ਸਮਨ ਭੇਜ ਰਹੀ ਹੈ, ਕਾਹਦੇ ਲਈ ਸਮਨ ਭੇਜ ਰਹੀ ਹੈ। ਠੀਕ ਹੈ, ਸਰ ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਜੀ। ਸਰ ਉਰਦੂ ਦੀ ਕਲਾਸ ਦਾ ਟਾਈਮ ਹੋ ਗਿਆ ਜੀ। ਓਕੇ, ਬਸ 2 ਮਿੰਟ ਲਗਾਏ ਨੇ ਆਪਾਂ ਇਹਦੇ ਤੇ। ਜਿਹੜਾ ਸਮਨ ਹੈ ਜੀ ਪਤੀ ਆਪਾਂ ਨੂੰ ਕਿਹੜੀ ਕੋਰਟ ਵੱਲੋਂ ਸਮਨ ਭੇਜਿਆ ਜਾ ਰਿਹਾ, ਕਿਸ ਪਾਰਟੀ ਨੂੰ ਭੇਜਿਆ ਜਾ ਰਿਹਾ, ਉਹਦੇ ਦਸਤਖਤ ਹੋਣਗੇ, ਸੀਲ ਹੋਏਗੀ, ਸਿਗਨੇਚਰ ਹੋਣਗੇ। ਠੀਕ ਹੈ, ਸਮਨਿੰਗ ਵਾਸਤੇ ਇਹ ਕਹਿੰਦੇ ਨੇ ਵੀ ਕਈ ਵਾਰੀ ਜਿਹੜੀਆਂ ਹਰ ਕੋਰਟਾਂ ਹੁੰਦੀਆਂ ਨੇ ਉਹ ਜਿਹੜੀ ਆਪਣੇ ਕੁਝ ਨਿਚਲੇ ਵਿਅਕਤੀਆਂ ਨੂੰ ਅਥਾਰਟੀਜ਼ ਦੇ ਜਾਂਦੀਆਂ ਨੇ ਵੀ ਸਮਨ ਤੇ ਸਾਈਨ ਉਹ ਵੀ ਕਰ ਸਕਦੇ ਹੈਗੇ ਆ। ਜਿਵੇਂ ਕਿ ਤਹਿਸੀਲਦਾਰ ਪੇਸ਼ੀ ਦੀ ਕੋਈ ਪੋਸਟ ਹੋਏਗੀ ਉੱਪਰਲੇ ਕੋਰਟਾਂ ਦੇ ਵਿੱਚ, ਪ੍ਰਾਈਵੇਟ ਸੈਕਟਰੀ, ਸੁਪਰਡੈਂਟ ਕਲਾਸ 3, ਕਲਾਸ 4 ਹੈ ਜੀ, ਰੀਡਰ, ਤਹਿਸੀਲਦਾਰ ਪੇਸ਼ੀ, ਪ੍ਰਾਈਵੇਟ ਸੈਕਟਰੀ, ਸੁਪਰਡੈਂਟ ਕਲਾਸ 3, ਰੀਡਰ ਜਾਂ ਫਿਰ ਪ੍ਰੈਜ਼ਾਈਡਿੰਗ ਆਫੀਸਰ ਜਿਹੜਾ ਹੈਗਾ ਉਹ ਸਾਈਨ ਕਰੇਗਾ। ਠੀਕ ਹੈ, ਪਰ ਨਾਲੇ ਇਹ ਕਿਹਾ ਹੈਗਾ ਵੀ ਕੋਈ ਵੀ ਜਿਹੜਾ ਐਕਸਪਰਟ ਜਿਹੜਾ ਸੂਟ ਹੈਗਾ
ਉਹਦੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰਨ ਤੋਂ ਪਹਿਲਾਂ ਇਹ ਦੇਖ ਲਿਆ ਜਾਏਗਾ ਵੀ ਪ੍ਰੋਪਰ ਸਮਨਿੰਗ ਸਾਰੀਆਂ ਪਾਰਟੀਆਂ ਨੂੰ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ, ਇਹ ਇੰਸ਼ੋਰ ਕੀਤਾ ਜਾਵੇਗਾ। ਮਤਲਬ ਕਿ ਐਕਸ ਪਾਰਟੀ ਦਾਅਵਾ ਚਲਾਉਣ ਤੋਂ ਪਹਿਲਾਂ ਜਿੰਨੇ ਸਾਰੇ ਪੱਖ ਸੀਗੇ ਸਮਨਿੰਗ ਦੇ, ਉਹ ਸਾਰੇ ਪੱਖ ਸਮਨਿੰਗ ਦੇ, ਆਪਾਂ ਲੈਂਡਰ ਨੂੰ ਐਕਟ ਪੜ੍ਹ ਕੇ ਗਏ ਸੀ ਸੈਕਸ਼ਨ 20 ਦੇ ਵਿੱਚ, ਠੀਕ ਹੈ। ਉਹ ਬਹੁਤ ਲੰਮੀ ਚੌੜੀ ਡਿਟੇਲ ਹੈਗੀ ਹੈ ਵੀ ਕੀ ਸਾਰੇ ਜਿਹੜੇ ਪ੍ਰੋਸੀਜਰ ਨੇ ਅਡਾਪਟ ਕਰ ਲਏ ਗਏ। ਸਾਰੇ ਪ੍ਰੋਸੀਜਰ ਅਡਾਪਟ ਕਰ ਲੈਣ ਤੋਂ ਬਾਅਦ ਵੀ ਜੇ ਕੋਈ ਪਾਰਟੀ ਹਾਜ਼ਰ ਨਹੀਂ ਆਈ, ਦੈਨ ਐਕਸ ਪਾਰਟੀ ਜਿਹੜੀ ਦਾਵਾ ਹੈਗਾ ਉਹ ਚੱਲੇਗਾ, ਠੀਕ ਹੈ। ਫਿਰ ਹੈਗਾ ਸਰਵਿਸ ਸਮਨ ਟੂ ਦਾ ਡਿਫੈਂਡੈਂਟ, ਫਿਰ ਹੈਗਾ ਸਰਵਿਸ ਵਿਦ ਇਨ ਇੰਡੀਆ। ਜਿਹੜੀ ਸਰਵਿਸ ਸਮਨਿੰਗ ਦੀ ਹੋਣੀ ਹੈ, ਜੇ ਇੰਡੀਆ 'ਚ ਹੋਣੀ ਹੈ ਤਾਂ ਕਿਵੇਂ ਹੋਣੀ ਹੈ, ਸੈਕਸ਼ਨ 20 ਆਪਾਂ ਪੜ੍ਹਿਆ ਸਾਰਾ ਦਾ ਸਾਰਾ, ਉਹ ਇੱਥੇ ਆਏਗਾ, ਉਹਦੇ ਮੁਤਾਬਕ ਸਮਨਿੰਗ ਹੋਣੀ ਹੈ। ਪਰ ਆਪਾਂ ਰੂਟੀਨ 'ਚ ਕੀ ਦੇਖਦੇ ਹਾਂ, ਨਾਲ ਇਹਦੇ 'ਚ ਕੀ ਦਰਸਾਇਆ ਗਿਆ, ਇਹ 'ਚ ਦਰਸਾਇਆ ਗਿਆ ਵੀ ਜੇ ਡਿਸਟ੍ਰਿਕਟ ਦੇ ਵਿੱਚ ਵੀ ਸਰਵਿਸ ਹੋਣੀ ਹੈ ਸਮਨ ਦੀ, ਤਾਂ ਤੁਸੀਂ ਜਿਹੜਾ ਸਮਨ ਹੈਗਾ ਉਹ ਕੰਸਰਨਡ ਕੋਰਟ ਦੇ ਵਿੱਚ ਵੀ ਭੇਜ ਸਕਦੇ ਹੋ। ਜਿਹੜੀ ਕੋਰਟ ਦੇ ਵਿੱਚ ਜੁਰਿਸਡਿਕਸ਼ਨ ਪੈਂਦੀ ਹੈ, ਜਿਵੇਂ ਪਟਿਆਲਾ ਤਹਿਸੀਲ ਦਾ ਏਰੀਆ ਹੈਗਾ, ਜੇ ਕੋਈ ਵਿਅਕਤੀ ਸਮਾਣਾ ਤਹਿਸੀਲ ਦੇ ਏਰੀਏ 'ਚ ਰਹਿੰਦਾ ਹੋਵੇ ਤਾਂ ਤੁਸੀਂ ਸਮਾਣਾ ਕੋਰਟ ਨੂੰ ਵੀ ਸਮਨ ਭੇਜਿਆ ਜਾ ਸਕਦਾ ਹੈ ਜ਼ਿਲ੍ਹੇ ਦੇ ਵਿੱਚ। ਜੇ ਜ਼ਿਲ੍ਹੇ ਤੋਂ ਬਾਹਰ ਕੋਈ ਵਿਅਕਤੀ ਰਹਿੰਦਾ ਹੋਵੇ ਤਾਂ ਤੁਸੀਂ ਕੰਸਰਨ ਡਿਪਟੀ ਕਮਿਸ਼ਨਰ ਨੂੰ ਵੀ ਸਮਨ ਭੇਜ ਸਕਦੇ ਹੋ। ਉਹ ਜਿਹੜਾ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੈਗਾ ਉਹ ਕੰਸਰਨਡ ਕੋਰਟ ਦੇ ਰਾਹੀਂ ਕੰਸਰਨਡ ਤਹਿਸੀਲ ਦੇ ਵਿੱਚ ਆਪਣੇ ਪੱਧਰ ਤੇ ਭੇਜੇਗਾ, ਦੈਨ ਜਿਹੜੀ ਸਮਨਿੰਗ ਹੈਗੀ ਹੈ ਉਹ ਹੋ ਕੇ ਆਏਗੀ। ਇਹ ਹੈਗੇ ਜਿਹੜੇ ਜੇ ਇੱਦਾਂ ਹੀ ਜੇ ਕੋਈ ਸਟੇਟ ਦੇ ਵਿੱਚ ਕੋਈ ਹੋਰ ਸਟੇਟ ਦੇ ਵਿੱਚ ਕੋਈ ਹੋਰ ਡਿਸਟ੍ਰਿਕਟ ਹੋਵੇ, ਕੋਈ ਹੋਰ ਸਟੇਟ ਦੇ ਵਿੱਚ ਸਮਨ ਜਾਣਾ ਹੋਵੇ, ਠੀਕ ਹੈ। ਸੈਕਸ਼ਨ 20 ਤਾਂ ਆਪਾਂ ਦੇਖੋ ਆਪਾਂ ਅਡਾਪਟ ਕਰਨਾ ਹੀ ਕਰਨਾ ਹੈਗਾ। ਇਸ ਤੋਂ ਇਲਾਵਾ ਇਹ ਵੀ ਹੈਗਾ ਵੀ ਤੁਸੀਂ ਕੰਸਰਨਡ ਡਿਪਟੀ ਕਮਿਸ਼ਨਰ ਦੇ ਰਾਹੀਂ ਕੰਸਰਨਡ ਡਿਪਟੀ ਕਮਿਸ਼ਨਰ ਨੂੰ ਜਿਹੜਾ ਸਮਨ ਹੈਗਾ ਉਹ ਸਟੇਟ ਦੇ ਵਿੱਚ ਭੇਜ ਸਕਦੇ ਹੋ। ਉਹਦੇ ਵੀ ਸਮਨਿੰਗ ਜਿਹੜੀ ਹੈਗੀ ਉੱਥੇ ਪ੍ਰੋਪਰ ਜਿਹੜੀ ਏਜੰਸੀ ਬਣੀ ਹੁੰਦੀ ਹੈ, ਉਸ ਏਜੰਸੀ ਰਾਹੀਂ ਵੀ ਸਮਨਿੰਗ ਕੀਤੀ ਜਾ ਸਕਦੀ ਹੈ। ਜਾਂ ਫਿਰ ਸਮਨ ਸਰਵਿਸ ਬਾਈ ਦਾ ਪੋਸਟ ਵੀ ਹੁੰਦੀ ਹੈ, ਠੀਕ ਹੈ ਜੀ। ਅੱਗੇ ਸਰਵਿਸ ਇਨ ਫੋਰਨ ਕੰਟਰੀ। ਸਰਵਿਸ ਇਨ ਫੋਰਨ ਕੰਟਰੀ ਮੈਂ ਦੱਸਿਆ ਸੀ ਤੁਹਾਨੂੰ ਵੀ ਕਿਵੇਂ ਹੁੰਦੀ ਹੈ। ਜਿਹੜਾ ਡਿਪਾਰਟਮੈਂਟ ਸਾਡਾ ਫੋਰਨ ਅਫੇਅਰਸ ਹੁੰਦਾ ਹੈ, ਇਹਦੇ ਰਾਹੀਂ ਜਿਹੜੀ ਕੰਸਰਨ ਜਿਹੜੀ ਕੋਰਟਸ ਹੁੰਦੀਆਂ, ਜੇ ਕੋਈ ਇੰਡੀਅਨ ਕੋਰਟ ਬਣੀ ਹੋਈ ਹੈ ਕਿ ਤਾਂ ਉਸ ਕੋਰਟ ਰਾਹੀਂ, ਨਹੀਂ ਤਾਂ ਫਿਰ ਅੰਬੈਸੀ ਦੇ ਰਾਹੀਂ, ਜਾਂ ਫਿਰ ਜਿਹੜਾ ਪ੍ਰੋਸੈਸ ਹੈਗਾ ਆਪਾਂ ਦੇਖਿਆ ਸੀ ਈਮੇਲ, ਇਲੈਕਟ੍ਰੋਨਿਕ ਮੇਲ, ਹੁਣ ਅਮੈਂਡਮੈਂਟਸ ਹੋ ਚੁੱਕੀਆਂ ਨੇ ਸਾਰੀਆਂ, ਉਹਦੇ ਤਰੀਕੇ ਨਾਲ ਜਿਹੜੀ ਫੋਰਨ ਸਰਵਿਸ ਵੀ ਆਪਾਂ ਕਰਾ ਸਕਦੇ ਹਾਂ। ਅੱਜ ਦਾ ਜਿਹੜਾ ਲੈਕਚਰ ਆਪਾਂ ਇੱਥੇ ਖਤਮ ਕਰਾਂਗੇ ਸਟੈਂਡਿੰਗ ਆਰਡਰ ਦਾ। ਬਾਕੀ ਕੱਲ ਪੜਾਂਗੇ ਜੀ, ਕਾਫੀ ਲੰਮਾ ਚੌੜਾ ਹੈਗਾ ਇਹ। Now we will start next class